ਵਾਹਿਗੁਰੂ ਜੀ। ਸ੍ਰੀ ਨਾਨਕ ਅੰਗਦ ਗੁਰੂ ਅਮਰਦਾਸ ਭਗਵੰਦ ਰਾਮਦਾਸ ਅਰਜਨ ਗੁਰੂ ਵਰ ਸ੍ਰੀ ਹਰਗੋਬਿੰਦ ਸ੍ਰੀ ਹਰਿ ਰਾਏ ਹਰਿ ਕ੍ਰਿਸ਼ਨ ਗੁਰ ਤੇਗ ਬਹਾਦਰ ਚੰਦ ਦਸਵੇਂ ਗੋਬਿੰਦ ਸਿੰਘ ਗੁਰ ਨਮੋ ਚਰਨ ਅਰਬਿੰਦ ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਨਕ ਭਗਤ ਬੈਰਾਗ ਗੁਰੂ ਗ੍ਰੰਥ ਸਾਹਿਬ ਉਦਦ ਬੰਦੋਂ ਕਰ ਅਨੁਰਾਗ ਏਕ ਓੰਕਾਰ ਸਤਿਗੁਰੂ ਤਾਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ ਬਿਘਨ ਬਿਨਾਸਨ ਸੋਏ। ਤਨ ਤਨ ਸੱਚੇ ਪਾਤਸ਼ਾਹ ਗਰੀਬ ਨਵਾਜ ਮਿਹਰਬਾਨ ਅੰਤਰਜਾਮੀ ਸੁਖਾਂ ਦੇ ਸਾਗਰ ਸਦਾ ਸਹਾਈ ਹੋਣ ਵਾਲੇ ਮੁਕਤ ਭੁਗਤ ਜੁਗਤ ਦੇ ਦਾਤੇ ਦੀਨ ਦਿਆਲ ਕਿਰਪਾਲ ਪੂਰਨ ਪਾਰ ਬ੍ਰਹਮ ਪਰਮੇਸ਼ਰ ਵਾਹਿਗੁਰੂ ਅਕਾਲ ਪੁਰਖ ਨਿਰੰਕਾਰ ਸਰੂਪ ਬਾਣੀ ਰੂਪ ਹਾਜ਼ਰਾ ਹਜ਼ੂਰ ਸਰਬ ਕਲਾ ਭਰਪੂਰ ਸਾਰੀ ਸੰਗਤ ਕਹੋ ਜੀ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ। 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 ਸਤਿਗੁਰੂ ਜੀ ਦੀ ਪਵਿੱਤਰ ਹਜ਼ੂਰੀ ਵਿੱਚ ਸਤਿਗੁਰੂ ਜੀ ਦੀ ਬਖਸ਼ਿਸ਼ ਦਾ ਸਦਕਾ ਗੁਰਬਾਣੀ ਦੇ ਕਥਾ ਕੀਰਤਨ ਦੇ ਪ੍ਰਵਾਹ ਚੱਲ ਰਹੇ ਨੇ। ਵਾਹਿਗੁਰੂ ਅਕਾਲ ਪੁਰਖ ਨੇ ਕਿਰਪਾ ਕੀਤੀ ਹੈ, ਸਤਿਗੁਰੂ ਜੀ ਨੇ ਕਿਰਪਾ ਕੀਤੀ ਹੈ। ਤੁਸੀਂ ਸਾਰੇ ਹੀ ਆਪਣੇ ਜੀਵਨ ਦੀਆਂ ਘੜੀਆਂ ਨੂੰ ਸਤਿਗੁਰੂ ਜੀ ਦੇ ਹਜ਼ੂਰ ਬੈਠ ਕੇ ਕਥਾ ਕੀਰਤਨ ਸੁਣ ਕੇ ਸਫਲਾ ਕਰ ਰਹੇ ਹੋ। ਬੇਅੰਤ ਵਰਾਂ ਸ਼ੁਕਰ ਹੈ, ਧੰਨਵਾਦ ਹੈ ਸ੍ਰੀ ਪਰਮੇਸ਼ਰ ਅਕਾਲ ਪੁਰਖ ਜੀ ਦਾ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ, ਜਿਨ੍ਹਾਂ ਨੇ ਸਾਨੂੰ ਕਲਯੁਗੀ ਜੀਵਾਂ ਨੂੰ ਇਹ ਸੋਹਣਾ ਸਮਾਂ ਬਖਸ਼ਿਆ ਹੈ। ਗੁਰੂ ਘਰ ਦੇ ਕੀਰਤਨੀਆਂ ਨੇ ਬੜੇ ਪਿਆਰ ਨਾਲ ਕੀਰਤਨ ਕੀਤਾ ਤੇ ਹੁਣੇ ਆਪ ਜੀ ਨੂੰ ਤਖਤ ਹਰਿਮੰਦਰ ਪਟਨਾ ਸਾਹਿਬ ਜੀ ਦੇ ਕਥਾਵਾਚਕ ਗਿਆਨੀ ਜੀ ਜੋ ਬੜੇ ਭਜਨ ਬੰਦਗੀ ਵਾਲੇ ਨੇ, ਸਿਮਰਨ ਵਾਲੇ ਨੇ, ਉਹਨਾਂ ਨੇ ਤੁਹਾਨੂੰ ਬਹੁਤ ਹੀ ਸੋਹਣੇ ਬਚਨ ਸੁਣਾਏ, ਬੜੇ ਵਿਦਵਤਾ ਭਰਪੂਰ ਬਚਨ ਸੁਣਾਏ। ਆਪ ਜੀ ਨੇ ਸਾਰੀਆਂ ਸੰਗਤਾਂ ਨੇ ਉਹਨਾਂ ਦੇ ਪਾਸੋਂ ਕਥਾ ਵਾਰਤਾ ਸਰਵਣ ਕੀਤੀ ਹੈ। ਬਹੁਤ ਧੰਨਵਾਦ ਹੈ ਜੀ ਆਇਆਂ ਨੂੰ। ਸੰਗਤ ਜੀ ਇੱਕ ਦੋ ਬੁੱਧਵਾਰ ਛੱਡ ਕੇ ਜੋ ਆਪਾਂ ਕਥਾ ਆਰੰਭ ਕੀਤੀ ਸੀ, ਪਰਮੇਸ਼ਰ ਦੇ ਪਿਆਰੇ ਭਜਨ ਬੰਦਗੀ ਨਾਮ ਸਿਮਰਨ ਵਾਲੇ ਦਸਾਂ ਨੌਹਾਂ ਦੀ ਕਿਰਤ ਕਰਨ ਵਾਲੇ ਭਾਈ ਲਾਲੋ ਜੀ ਏਮਨਾਬਾਦ ਸ਼ਹਿਰ ਦੇ ਵਸਨੀਕ ਹਨ। ਉੱਥੇ ਆਪਣੀ ਕਿਰਤ ਕਰਦੇ ਤੇ ਪਰਮੇਸ਼ਰ ਦੀ ਭਗਤੀ ਕਰਦੇ ਨੇ। ਇੱਧਰ ਸੁਲਤਾਨਪੁਰ ਸਾਹਿਬ ਸੱਚੇ ਪਾਤਸ਼ਾਹ ਗਰੀਬ ਨਵਾਜ ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਫੁਰਨਾ ਬਣਾਇਆ। ਜਗਤ ਦੇ ਜੀਵਾਂ ਦਾ ਭਲਾ ਕਰਨਾ ਹੈ, ਸੰਸਾਰੀ ਜੀਵਾਂ ਨੂੰ ਸਮੱਤ ਦੇਣੀ ਹੈ, ਸਿੱਧੇ ਰਸਤੇ ਪਾਉਣਾ ਹੈ, ਜਗਤ ਵਿੱਚ ਸੁਖ ਸ਼ਾਂਤੀ ਵਰਤਾਉਣੀ ਹੈ। ਆਪ ਜੀ ਸੁਲਤਾਨਪੁਰ ਸਾਹਿਬ ਜੀ ਤੋਂ ਚੱਲਣ ਦੀ ਤਿਆਰੀ ਕੀਤੀ ਤੇ ਨਾਲ ਹਨ ਸੱਚੇ ਪਾਤਸ਼ਾਹ ਜੀ ਦੇ ਭਾਈ ਮਰਦਾਨਾ ਜੀ। ਵੱਡਿਆਂ ਦੀਆਂ ਗੱਲਾਂ ਜਿਹੜੀਆਂ ਨਾ ਜਦੋਂ ਇਹ ਆਪਾਂ ਪੜ੍ਹਦੇ ਹਾਂ ਸੁਣਦੇ ਹਾਂ, ਇਹਨਾਂ ਦੇ ਵਿੱਚੋਂ ਸਾਨੂੰ ਬੜੀ ਸਮੱਤ ਮਿਲਦੀ ਹੈ। ਜਿੱਥੇ ਸਾਨੂੰ ਗਿਆਨ ਦੀ ਪ੍ਰਾਪਤੀ ਹੁੰਦੀ ਆ, ਉੱਥੇ ਸਾਨੂੰ ਇਸ ਸੰਸਾਰ ਦੇ ਵਿੱਚ ਵੀ ਜਿਉਣ ਦੀ ਜਾਚ ਆਉਂਦੀ ਵੀ ਕਿਸ ਤਰ੍ਹਾਂ ਰਹਿਣਾ ਹੈ, ਕਿਸ ਤਰ੍ਹਾਂ ਸੰਸਾਰ ਵਿੱਚ ਵਿਚਰਨਾ ਹੈ, ਕਿਸ ਤਰ੍ਹਾਂ ਦੂਜਿਆਂ ਦੇ ਨਾਲ ਸੁਖਾਵੇਂ ਸੰਬੰਧ ਬਣਾਉਣੇ ਨੇ ਤੇ ਕਿਸ ਤਰ੍ਹਾਂ ਮਾਹੌਲ ਚੰਗਾ ਬਣਿਆ ਰਵੇ। ਇਹ ਸਾਰੀ ਜੁਗਤ ਮਰਜ਼ਾਦਾ ਗੁਰੂ ਮਹਾਰਾਜ ਦੇ ਜੀਵਨ ਦੀਆਂ ਕਥਾ ਦੇ ਵਿੱਚੋਂ ਮਿਲਦੀ ਹੈ, ਅੰਮ੍ਰਿਤ ਬਾਣੀ ਵਿੱਚੋਂ ਸਮੱਤ ਮਿਲਦੀ ਹੈ। ਜਦੋਂ ਸੁਲਤਾਨਪੁਰ ਸਾਹਿਬ ਤੋਂ ਚੱਲਣ ਲੱਗੇ, ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਭਾਈ ਮਰਦਾਨਾ ਜੀ ਨੂੰ ਕਹਿੰਦੇ, ਮਰਦਾਨੇ ਦੱਸ ਹੁਣ ਆਪਾਂ ਕਿਸ ਪਾਸੇ ਵੱਲ ਨੂੰ ਚੱਲੀਏ, ਜਿੱਧਰ ਤੂੰ ਕਵੇਂ ਉਧਰ ਨੂੰ ਚੱਲੀਏ। ਭਾਈ ਮਰਦਾਨਾ ਜੀ ਹੱਥ ਜੋੜ ਕੇ ਕਿਹਾ, ਸੱਚੇ ਪਾਤਸ਼ਾਹ
मैं तो पिछे लग के चलण वाला है। जिस पासे तुसीं चलोगे उस पासे तुहाडा सेवादार तुहाडे पिछे पिछे चलिया चलेगा जी। हुण इत्थों ये सिक्ख्या मिलती है भी धन गुरु नानक देव साहब जी ने अपने सेवक नूं किड्डा वड्डा सन्मान दिता। हुण पता तो सतगुरु जी नूं है भी कित्थे जाना जी, हाँ जी, पर फिर भी उन्होंने अपने सेवक नूं माण दिता भी तूं दिल रखे आपां उस पासे चलीए। भाई जी ने हथ जोड़े बेनती की, सच्चे पातशाह गरीब नवाज अंतरजामी सुल्तानपुर साहब तो चले। 17 दिन का सफ़र करके महाराज एमनाबाद पहुँचे जी। 17 दिन लगातार महाराज चलते रहे ते अपने बहुत पुराने भगत नूं, बंदगी वाले नूं, सिमरन वाले नूं, भरोसे वाले नूं दर्शन देण वास्ते सच्चे पातशाह महाराज चले। 17वें दिन महाराज पहुँचे, भाई लालो जी दे घर गए। भाई लालो जी ने आया दा सत्कार किया, सन्मान किया, इज्जत की ते नाल पुछया भी तुसीं कौन जे, कित्थों आए जे, तुहाडा नाम की है। जदों ये पुछया तो भाई मरदाना जी बड़े हैरान होए भी एड्डी दूरों महाराज आए ने ते ओहदे घर आए आ जिहड़ा जानदा भी नहीं जे, जिन्हों पता ही नहीं कौन ने, कित्थों दे रहण वाले आ। ते सच्चे पातशाह महाराज ने जदों पुछया भाई लालो ने भी तुसीं कौन जे, कित्थों दे रहण वाले जे, तुहाडा नाम की आ। हुण इत्थे फिर बड़ी वड्डी सिक्ख्या मिलदी जे। सानू कोई बंदा पुछे तुसीं कौन जे, कित्थों दे रहण वाले जे, अहीं बड़ा लम्मा चौड़ा अपना एड्रैस दस दें जी उन्होंने, हाँ जी, बहुत वधा चढ़ा के गल दस दें भी इनू साडे बारे पता लगे। ते गुरु महाराज कहन लगे भाई लालो नूं भी बह जा, अपना काम करो, कोई नहीं पता लग जाएगा आपे जी। महाराज ने आख्या भी असी सुल्तानपुर साहब तो आए, असी फलाने हाँ। महाराज कहते कोई नहीं, आपे पता लग जाएगा, तुसी बैठो अपना काम करो। तो वह फिर सहज सुभाअ ही बोलिया भी तुसी धन गुरु नानक देव साहब जे। महाराज ने फिर नहीं आख्या भी मैं गुरु नानक साहब हाँ। भाई मरदाना जी ने आख्या भी हाँ ये गुरु नानक साहब ही है, हाँ जी। ये सारिया गल्लां ध्यान नाल पढ़ीए सुनीए तो बड़ी समत मिलती है जी, बड़ी समत मिलती है। एक बंदा किसी बहुत वड्डी महान शख्सियत कोल गया, उन्होंने गुरु धारण किया जी। उन्होंने दे कोलों बड़ी विद्या प्राप्त की जी, उन्हें बहुत विद्या प्राप्त की। विद्या प्राप्त करके वो अपनी विद्या के बल दे नाल विचरन लग पिया, बड़ा इज्जत मान सन्मान धन पदार्थ इकट्ठा करन लग पिया। हुण उहदी हौमे वध गई जी। जदों बहुत मान सन्मान होवे इन्हां हजम करना बड़ा औखा जे, हौमे वध गई। किसी बड़ी वड्डी स्टेज ते हो गया ते कहन लगा भी मैनू भी टाइम दिओ, मैं भी बोलना है। बड़ा वड्डा इकट्ठ सीगा। वो कहंदे जी तुसीं अपना नाम लिखाओ, असीं नाम लिख लैने, वारी नाल तुहानूं टाइम देवांगे। वो नाम लिखाउंदा जी अपना, श्री मान संत बाबा विद्या मारतंड महान परोपकारी शांति दे पुंज दया दे सागर। वो लिखण वाला बड़ा हैरान होण डिया, स्टेज सैकटरी लिखदियां सफा ही भर चलिया जी पूरा जी। वो लिखाई गया, लिखदियां उन्हें फिर कई कुछ अपने नाम नाल जोड़ के ना जी थले फिर उन्हें लिखाया श्री मान संत बाबा हर चरण कमल दास जी। स्टेज सैकटरी हैरान होया, उन्हें सोचा भी जिहदा अपना ईडा वड्डा नाम है गुरु का किड्डा क वड्डा नाम होएगा। वो कहंदा जी तुहाडा गुरु कौन आ? कहंदा धूड़ी दास। गुरु का नाम वेखो कितना लिया, अपना नाम वेखो कितना लम्मा चौड़ा, तो गुरु का नाम है धूड़ी दास। वो स्टेज सैकटरी कहता तेनू नहीं टाइम देना, तू अकर तकाना। कहता अपनी वडियाई विच इन्ने लफ्ज ते गुरु की वडियाई वास्ते तेरे को अखर ही कोई नहीं है।
ਤੂੰ ਅਕਰਤ ਕਣ ਹੈਗਾ, ਤੈਨੂੰ ਨਹੀਂ ਟਾਈਮ ਦੇਣਾ ਕਹਿੰਦਾ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ, ਸੋਈ ਅਜਾਨ ਕਹੇ ਮੈਂ ਜਾਨਾ। ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਕਹਿੰਦੇ ਨੇ, ਬਾਣੀ ਕਹਿੰਦੀ ਆ ਵੀ ਇਸ ਦੁਨੀਆ ਵਿੱਚ ਬੇਸਮਝ ਬੰਦਾ ਕੋਈ ਵੇਖਣਾ ਹੋਵੇ, ਅਗਿਆਨੀ ਵੇਖਣਾ ਹੋਵੇ, ਮੂਰਖ ਵੇਖਣਾ ਹੋਵੇ, ਘਟੀਆ ਮੱਤ ਵਾਲਾ ਬੰਦਾ ਵੇਖਣਾ ਹੋਵੇ, ਕਿਹੜਾ ਬੰਦਾ ਉਹ? ਕਹਿੰਦੇ ਜਿਹੜਾ ਕਹਿੰਦਾ ਮੈਂ ਸਭ ਕੁਝ ਹੀ ਜਾਣਦਾ, ਸਮਝੋ ਇਹਨੂੰ ਕੁਝ ਵੀ ਪਤਾ ਨਹੀਂ ਹੈਗਾ, ਤੇ ਮੂਰਖ ਆ ਜੀ ਇਹ ਬੰਦਾ। ਸੋਈ ਅਜਾਨ ਕਹੇ ਮੈਂ ਜਾਨਾ, ਜਾਣਨ ਹਾਰਨਾ ਸ਼ਾਨਾ ਰੇ। ਸਮੱਤ ਮਿਲਦੀ ਹੈ ਵੀ ਹਉਮੈ ਦੀ ਬਾਤ ਨਹੀਂ ਕਰਨੀ, ਹੰਕਾਰ ਵਿੱਚ ਕੋਈ ਗੱਲ ਨਹੀਂ ਕਰਨੀ, ਆਪਣਾ ਆਪ ਜਣਾਉਣਾ ਨਹੀਂ। ਭਾਈ ਲਾਲੋ ਕਹਿੰਦਾ ਤੁਹਾਡਾ ਨਾਮ ਕੀ ਆ, ਕਿੱਥੋਂ ਆਏ ਜੇ, ਕਿੱਥੋਂ ਦੇ ਰਹਿਣ ਵਾਲੇ ਜੇ? ਮਾਰੇ ਕਹਿੰਦੇ ਤੂੰ ਆਪਣਾ ਕੰਮ ਕਰੀ ਚੱਲ, ਕੋਈ ਨਹੀਂ ਲੱਗ ਜਾਏਗਾ ਪਤਾ। ਫਿਰ ਉਹ ਕਹਿੰਦਾ ਤੁਸੀਂ ਧੰਨ ਗੁਰੂ ਨਾਨਕ ਸਾਹਿਬ ਜੇ? ਹਾਂਜੀ। ਉਦੋਂ ਦੀ ਜਿਹੜੀ ਬੋਲੀ ਸੀ ਉਹ ਬੋਲੀ ਅਨੁਸਾਰ ਤੋਂ ਉਹਨੇ ਇਹੀ ਆਖਿਆ ਵੀ ਆਪ ਜੀ ਨਾਨਕ ਤਾਂ ਪਾ ਜੇ। ਪਰ ਅਸੀਂ ਜਦੋਂ ਆਪਣੇ ਗੁਰੂ ਜੀ ਦਾ ਨਾਮ ਲੈਣਾ, ਸਿਫਤਾਂ ਭਰਪੂਰ ਨਾਮ ਲੈਣਾ ਹੈ, ਸਤਿਕਾਰ ਨਾਲ ਨਾਮ ਲੈਣਾ, ਤਾਂ ਸਾਡੇ ਪੱਲੇ ਕੁਝ ਪਵੇਗਾ ਜੀ। ਪੁਰਾਤਨ ਸਮੇਂ ਦੀਆਂ ਜਿਹੜੀਆਂ ਬੋਲੀਆਂ ਸੀ ਨਾ, ਉਹ ਉਸ ਸਮੇਂ ਦੀਆਂ ਸਨ। ਭਾਈ ਮਰਦਾਨਾ ਜੀ ਕਹਿੰਦੇ ਹਾਂ ਇਹ ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਨੇ। ਭਾਈ ਲਾਲੋ ਛੇਤੀ ਨਾਲ ਘਰੋਂ ਮੰਜਾ ਲੈਣ ਗਿਆ, ਬਿਸਤਰਾ ਲੈਣ ਗਿਆ ਵੀ ਮਾਰੇ ਨੂੰ ਪਲੰਘਾ ਢਾਹ ਕੇ ਬਿਠਾਉਣਾ। ਤੇ ਭਾਈ ਮਰਦਾਨਾ ਜੀ ਕਹਿੰਦੇ ਸੱਚੇ ਪਾਤਸ਼ਾਹ ਇੰਨਾ ਲੰਮਾ ਸਫ਼ਰ ਕਰਕੇ ਤੇ ਮੈਨੂੰ ਨਾਲ ਤੋਰ ਕੇ ਉਹ ਬੰਦੇ ਦੇ ਘਰ ਲੈ ਕੇ ਆਏ ਜਿਹੜਾ ਨਾਮ ਵੀ ਨਹੀਂ ਜਾਣਦਾ ਸਾਡਾ, ਜਿਹਨੂੰ ਪਤਾ ਹੀ ਨਹੀਂ ਕੌਣ ਆ ਤੇ ਕਿੱਥੋਂ ਦੇ ਰਹਿਣ ਵਾਲੇ ਆ। ਹੈ ਇਹ ਸੱਚੇ ਪਾਤਸ਼ਾਹ, ਇਹਦੇ ਨਾਲ ਤੁਹਾਡਾ ਕੀ ਸੰਬੰਧ ਹੈ? ਮਹਾਰਾਜ ਕਹਿੰਦੇ ਇਹਦੇ ਨਾਲ ਸਾਡਾ ਕਈ ਜਨਮਾਂ ਦਾ ਸੰਬੰਧ। ਮਹਾਰਾਜ ਕਹਿਣ ਲੱਗੇ, ਉਹ ਕਹਿੰਦਾ ਭਾਈ ਮਰਦਾਨਾ ਕਹਿੰਦਾ ਇਹ ਤੇ ਜਾਣਦਾ ਵੀ ਨਹੀਂ ਤੁਹਾਨੂੰ। ਸੱਚੇ ਪਾਤਸ਼ਾਹ ਕਹਿਣ ਲੱਗੇ ਬਸ ਇਹਨੇ ਸਾਡੇ ਦਰਸ਼ਨ ਕਰਨੇ ਸੀ ਤੇ ਅਸਾਂ ਇਹਨੂੰ ਵੇਖਣਾ ਸੀ। ਕਹਿਣ ਲੱਗੇ ਹੁਣੇ ਸਾਰੇ ਪਰਦੇ ਖੁੱਲ੍ਹ ਜਾਣੇ ਵੇਖੀ ਤੂੰ। ਮਹਾਰਾਜ ਕਹਿੰਦੇ ਇਹਨੇ ਬ੍ਰਹਮ ਗਿਆਨੀ ਬਣ ਜਾਣਾ ਹੈ, ਇਹਨੇ ਬ੍ਰਹਮ ਗਿਆਨੀ ਬਣ ਜਾਣਾ। ਕਿਉਂ? ਇਹਦੀ ਕਮਾਈ ਬੜੀ ਪਿਛਲੀ। ਸਤਿਕਾਰ ਨਾਲ ਗੁਰੂ ਸਾਹਿਬ ਨੂੰ ਪਲੰਘੇ ਤੇ ਬਿਠਾਇਆ, ਸੱਚੇ ਪਾਤਸ਼ਾਹੀ ਦਾ ਸ਼ੁਕਰਾਨਾ ਕੀਤਾ। ਪਿਛਲੀ ਸਾਰੀ ਜਿਹੜੀ ਕਥਾ ਉਹ ਜੇ ਮੈਂ ਹੁਣ ਲਗਾਤਾਰ ਕਰਾਂ ਫਿਰ ਚਿਰ ਲੱਗੇਗਾ। ਉਹ ਸਾਰੀ ਤੁਸਾਂ 2 ਬੁੱਧਵਾਰਾਂ ਦੇ ਵਿੱਚ ਸਰਵਣ ਕੀਤੀ ਸੀ। ਹਾਂਜੀ। ਮਹਾਰਾਜ ਸੱਚੇ ਪਾਤਸ਼ਾਹ ਭਾਈ ਮਰਦਾਨਾ ਜੀ ਨੂੰ ਕਹਿੰਦੇ ਭਾਈ ਮਰਦਾਨਾ 9 ਪ੍ਰਕਾਰ ਦੀ ਭਗਤੀ ਹੁੰਦੀ, 9 ਪ੍ਰਕਾਰ ਦੀ ਭਗਤੀ। ਉਹਦੇ ਵਿੱਚੋਂ ਕਿਸੇ ਮਨੁੱਖ ਕੋਲ 1 ਪ੍ਰਕਾਰ ਦੀ ਵੀ ਭਗਤੀ ਹੋਵੇ ਤੇ ਉਹ ਜੀਵਨ ਮੁਕਤ ਹੋ ਜਾਂਦਾ ਹੈ। ਇਹ ਇੱਕ ਇਹੋ ਜਿਹੀ ਸ਼ਖਸੀਅਤ ਆ ਜਿਹਦੇ ਕੋਲ 9 ਪ੍ਰਕਾਰ ਦੀ ਭਗਤੀ ਹੈਗੀ। ਕਹਿਣ ਲੱਗੇ ਇਹ ਬਹੁਤ ਵੱਡਾ ਮਹਾਨ ਮਹਾਂਪੁਰਖ ਹੈ। ਸੋ ਬਚਨ ਬਿਲਾਸ ਹੋਏ। ਭਾਈ ਲਾਲੋ ਨੇ ਆਪਣੇ ਘਰ ਵਿੱਚ ਪ੍ਰਸ਼ਾਦਾ ਤਿਆਰ ਕਰਾਇਆ, ਪ੍ਰਸ਼ਾਦਾ ਛਕਾਉਣ ਵਾਸਤੇ। ਇੱਥੋਂ ਤੱਕ ਕਥਾ ਪਹੁੰਚੀ ਸੀ। ਇੱਥੋਂ ਅੱਗੇ ਹੁਣ ਤੁਸੀਂ ਸਰਵਣ ਕਰੋ। ਪਿਛਲੇ ਪ੍ਰਸੰਗ ਤੁਸੀਂ ਸੁਣ ਲਏ ਨੇ। ਭਾਈ ਲਾਲੋ ਜੀ ਨੇ ਬੇਨਤੀ ਕੀਤੀ ਸੱਚੇ ਪਾਤਸ਼ਾਹ ਜੀ ਨੂੰ, ਮਹਾਰਾਜ ਜੀ ਆਪ ਅੰਦਰ ਮੇਰੇ ਨਾਲ ਚੱਲੋ ਤੇ ਚੌਂਕੇ ਵਿੱਚ ਬੈਠ ਕੇ ਪ੍ਰਸ਼ਾਦਾ ਛਕੋ। ਪੁਰਾਤਨ ਸਮੇਂ ਦੀ ਮਰਿਆਦਾ ਹੁੰਦੀ ਸੀ, ਜਿਹਨੂੰ ਬਹੁਤ ਸਨਮਾਨ ਦਈਏ ਨਾ ਜੀ, ਉਹਨੂੰ ਚੌਂਕੇ 'ਚ ਬਿਠਾ ਕੇ ਰੋਟੀ ਖਵਾਈ ਦੀ ਸੀ। ਤੇ ਜਿਹੜਾ ਕੋਈ ਫਿਰਤੂ ਤੁਰਤੂ ਆਵੇ ਉਹਨੂੰ ਬਾਹਰ ਬੂਹੇ ਅੱਗੇ ਦੇ ਦੇਈਦੀ, ਉੱਥੇ ਹੀ ਤੁਰ ਦੇਈਦਾ ਸੀ ਜੀ। ਹਾਂਜੀ। ਤੇ ਹੁਣ ਸਿੱਖਾਂ 'ਚ ਵੜ ਗਈ ਅੰਗਰੇਜ਼ੀ। ਹਾਂਜੀ। ਹੁਣ ਤਾਂ ਕਈ ਨਾਮ ਰੱਖੇ ਨੇ ਜੀ ਘਰਾਂ 'ਚ ਜਿਹੜੇ ਬਣਿਆ ਨਾ ਜੀ। ਰੋਟੀ ਖਾਣ ਵਾਲੀ ਜਗ੍ਹਾ ਦਾ ਕੋਈ ਨਾਮ ਆ ਜੀ, ਪਕਾਉਣ ਵਾਲੀ ਦਾ ਕੋਈ ਨਾਮ ਆ ਜੀ, ਕਈ ਨਾਮ ਰੱਖੇ ਨੇ ਜੀ। ਹਾਂਜੀ। ਤੇ ਉਦੋਂ ਦੀ ਜਿਹੜੀ ਮਰਿਆਦਾ ਉਸ ਅਨੁਸਾਰ ਭਾਈ ਲਾਲੋ ਜੀ ਨੇ ਬੇਨਤੀ ਕੀਤੀ। ਇੱਥੋਂ ਕਥਾ ਆਰੰਭ ਹੋ ਰਹੀ, ਬੜੇ ਪ੍ਰੇਮ ਨਾਲ ਸਰਵਣ ਕਰੋ। ਆਖੋ ਗੱਜ ਕੇ ਧੰਨ ਗੁਰੂ ਨਾਨਕ ਦੇਵ ਸਾਹਿਬ, ਧੰਨ ਗੁਰੂ ਨਾਨਕ ਦੇਵ ਸਾਹਿਬ, ਧੰਨ ਗੁਰੂ ਨਾਨਕ ਦੇਵ ਸਾਹਿਬ, ਧੰਨ ਗੁਰੂ ਨਾਨਕ ਦੇਵ ਸਾਹਿਬ। ਸ੍ਰੀ ਵਾਹਿਗੁਰੂ ਸਾਹਿਬ ਜੀ।
ਸ੍ਰੀ ਮੁਖ ਕਹਿਤ ਧਰਤ ਹੈ ਜਿਤਨੀ ਤਿਤਨੋ ਚੌਕਾ ਜਾਨੋ। ਭਾਈ ਲਾਲੋ ਜੀ ਨੇ ਕਿਹਾ ਸੱਚੇ ਪਾਤਸ਼ਾਹ ਕਿਰਪਾ ਕਰੋ ਤੇ ਅੰਦਰ ਚੱਲੋ ਤੇ ਚੌਂਕੇ ਵਿੱਚ ਬੈਠ ਕੇ ਪ੍ਰਸ਼ਾਦਾ ਛਕੋ। ਉੱਥੇ ਤਿਆਰੀ ਕੀਤੀ ਹੈ। ਤੇ ਧੰਨ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਕਹਿਣ ਲੱਗੇ ਲਾਲੋ ਆ ਜਿੰਨੀ ਧਰਤੀ ਹੈਗੀ ਸਭ ਚੌਂਕਾ ਹੀ ਆ। ਮਾਰ ਕਹਿਣ ਲੱਗੇ ਭਾਵ ਪਵਿੱਤਰ ਹੀ ਆ ਸਾਰਾ, ਪਵਿੱਤਰ ਹੀ ਆ ਸਾਰਾ ਕੁਝ। ਸੱਚ ਰਤੇ ਸੇ ਸੂਚੇ ਹੂਏ ਮਨ ਕੋ ਭਰਮ ਮਿਟਾਨੋ। ਸੱਚੇ ਪਾਤਸ਼ਾਹ ਧੰਨ ਗੁਰੂ ਨਾਨਕ ਸਾਹਿਬ ਜੀ ਨੇ ਕਿਹਾ ਭਾਈ ਲਾਲੋ ਜਿਹੜੇ ਸੱਚ ਦੇ ਨਾਲ ਪ੍ਰੇਮ ਕਰਦੇ ਉਹ ਸਦਾ ਹੀ ਪਵਿੱਤਰ ਹੁੰਦੇ ਨੇ। ਮਾਰੇ ਕਹਿੰਦੇ ਜਿਨ੍ਹਾਂ ਨੂੰ ਸੱਚ ਦਾ ਰੰਗ ਲੱਗ ਗਿਆ ਨਾ ਉਹ ਪਵਿੱਤਰ ਹੋ ਗਏ। ਜਿਨ੍ਹਾਂ ਨੇ ਆਪਣੇ ਮਨ ਵਿੱਚੋਂ ਭਰਮ ਮਿਟਾ ਲਏ ਨਾ ਜੀ ਸਾਰੇ, ਉਹ ਜਿੱਥੇ ਮਰਜੀ ਬੈਠ ਕੇ ਖਾ ਲੈਣ, ਸਭ ਪਵਿੱਤਰ ਹੀ ਪਵਿੱਤਰ ਹੈ ਜੀ ਉਹਨਾਂ ਵਾਸਤੇ ਜੀ। ਜਿਨ੍ਹਾਂ ਦੇ ਮਨ 'ਚ ਭਰਮ ਨਹੀਂ ਕੋਈ ਰਿਹਾ ਤੇ ਜਿਨ੍ਹਾਂ ਦੇ ਅੰਦਰ ਸੱਚਾ ਪ੍ਰੇਮ ਵਸ ਗਿਆ ਨਾ, ਉਹਨਾਂ ਵਾਸਤੇ ਹਰ ਜਗ੍ਹਾ ਚੌਂਕਾ ਹੀ ਹੈ ਜੀ। ਉਹਨਾਂ ਵਾਸਤੇ ਹਰ ਜਗ੍ਹਾ ਸਾਫ ਸੁਥਰੀ ਆ, ਹਰ ਥਾਂ ਪਵਿੱਤਰ ਉਹਨਾਂ ਵਾਸਤੇ। ਤੂੰ ਇੱਥੇ ਲੈ ਆ, ਆਪਾਂ ਇੱਥੇ ਹੀ ਛਕ ਲੈਨੇ। ਮਾਰੇ ਕਹਿਣ ਲੱਗੇ ਸੁਨ ਕਰ ਲਾਲੋ ਬਿਗਸਿਓ ਤਬ ਹੀ ਆਨਿਓ ਭੋਜਨ ਧਾਈ। ਇਹ ਬਚਨ ਧੰਨ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਸੁਣ ਕੇ ਤੇ ਭਾਈ ਲਾਲੋ ਬੜਾ ਖੁਸ਼ ਹੋਇਆ ਜੀ, ਬੜਾ ਖੁਸ਼ ਹੋਇਆ। ਤੇ ਛੇਤੀ ਨਾਲ ਅੰਦਰ ਜਿੱਥੇ ਭੋਜਨ ਪ੍ਰਸ਼ਾਦਾ ਤਿਆਰ ਸੀ ਨਾ ਚੌਂਕੇ ਵਿੱਚ, ਛੇਤੀ ਨਾਲ ਉੱਥੋਂ ਚਾਅ ਨਾਲ ਖੁਸ਼ੀ ਨਾਲ ਭਰੇ ਹੋਏ ਨੇ, ਛੇਤੀ ਨਾਲ ਪ੍ਰਸ਼ਾਦਾ ਲਿਆਂਦਾ। ਬਨੀ ਬਾਜਰੇ ਕੀ ਸ਼ੁਭ ਰੋਟੀ ਸਰਖਪ ਸਾਕ ਬਣਾਈ। ਤੇ ਬਣਾਇਆ ਕੀ ਭਾਈ ਲਾਲੋ ਨੇ ਜੀ? 10 ਨੌਹਾਂ ਦੀ ਕਿਰਤ ਕਰਦਾ ਸੀ ਤੇ ਗਰੀਬੀ ਦਾਵਾ ਸੀਗਾ ਜੀ। ਹਾਂਜੀ ਤੇ ਭੋਜਨ ਕੀ ਬਣਾਇਆ? ਸਰੋਂ ਦਾ ਸਾਗ ਬਣਾਇਆ ਜੀ ਤੇ ਬਾਜਰੇ ਦੀ ਰੋਟੀ। ਕੋਦਰੇ ਦੀ ਵੀ ਆਖਿਆ। ਕੋਦਰਾ ਤਾਂ ਬਾਜਰਾ ਤਕਰੀਬਨ ਲਾਗੋ ਲੱਗੀ ਹੈ ਜੀ। ਹਾਂਜੀ ਅਸੀਂ ਇੱਥੇ ਕੋਦਰਾ ਲਿਆ ਕੇ ਬੀਜਿਆ ਸੀਗਾ ਵੇਖਣ ਵਾਸਤੇ ਵੀ ਕੀ ਚੀਜ਼ ਆ, ਵੇਖੀਏ। ਖਾਧਾ ਵੀ ਹੈ ਜੀ ਕੋਦਰਾ। ਹਾਂਜੀ ਇੱਥੇ ਭਾਈ ਸਾਹਿਬ ਜੀ ਨੇ ਲਿਖਿਆ ਵੀ ਬਾਜਰੇ ਦੀ ਰੋਟੀ ਤੇ ਸਰੋਂ ਦਾ ਸਾਗ ਭਾਈ ਲਾਲੋ ਜੀ ਨੇ ਆਪਣੇ ਘਰ ਤਿਆਰ ਕਰਵਾਇਆ ਸੀ। ਮਰਦਾਨੇ ਅਵਲੋਕ ਆਹਾਰਾ ਮਨ ਮੈਂ ਗਟੀ ਵਿਚਾਰੀ। ਜਦੋਂ ਲਿਆ ਕੇ ਭਾਈ ਲਾਲੋ ਨੇ ਧੰਨ ਗੁਰੂ ਨਾਨਕ ਸਾਹਿਬ ਜੀ ਦੇ ਅੱਗੇ ਤੇ ਭਾਈ ਮਰਦਾਨਾ ਜੀ ਦੇ ਅੱਗੇ ਥਾਲਾ ਰੱਖਿਆ ਤੇ ਥਾਲੇ ਵਿੱਚ ਕੀ ਆ ਜੀ? ਬਾਜਰੇ ਦੀ ਰੋਟੀ ਆ ਤੇ ਸਰੋਂ ਦਾ ਸਾਗ ਹੈ। ਤੇ ਭਾਈ ਮਰਦਾਨਾ ਜੀ ਨੇ ਵੇਖਿਆ। ਹਾਂਜੀ ਹੁਣ ਭਾਈ ਮਰਦਾਨਾ ਜੀ ਦੀ ਜਿਹੜੀ ਗੱਲ ਬਾਰ-ਬਾਰ ਚੱਲਦੀ ਹੈ, ਲੋਕਾਂ ਨੇ ਇਹਨਾਂ ਨੂੰ ਗੱਲਾਂ ਨੂੰ ਹਾਸਾ ਠੱਠਾ ਬਣਾ ਲਿਆ ਜੀ। ਹਾਂਜੀ ਕਥਾ ਕਹਾਣੀਆਂ ਦੇ ਵਿੱਚੋਂ ਨਹੀਂ, ਭਾਈ ਮਰਦਾਨਾ ਜੀ ਕੋਈ ਨਾ ਕੋਈ ਐਸੀ ਹਰਕਤ ਕਰਦੇ ਜਿਹਦੇ ਵਿੱਚੋਂ ਕੁਝ ਮਿਲਦਾ ਹੈ ਜੀ। ਹਾਂਜੀ ਦੁਨੀਆ ਵਿੱਚ ਬੰਦਾ ਭੁੱਲਦਾ ਏ ਤੇ ਕੁਰਾਏ ਪੈ ਜਾਂਦਾ ਏ। ਹਾਂਜੀ ਕੋਈ ਗੱਲ ਦਾ ਮੂੰਹ ਸਿਰ ਨਹੀਂ ਉਹਦਾ ਬਚਦਾ। ਭਾਈ ਮਰਦਾਨਾ ਜੀ ਨੇ ਭੁੱਲ ਕੀਤੀ, ਜਿੱਥੇ ਭੁੱਲ ਕੀਤੀ ਉੱਥੇ ਗੁਰਦੁਆਰਾ ਸਾਹਿਬ ਬਣਿਆ ਜੀ। ਜਿੱਥੇ ਭੁੱਲ ਕੀਤੀ ਉੱਥੇ ਗੁਰਦੁਆਰਾ ਸਾਹਿਬ ਬਣਿਆ ਏ। ਕੋਈ ਨਾ ਕੋਈ ਐਸਾ ਕੌਤਕ ਮਹਾਰਾਜ ਦੇ ਪ੍ਰੇਰੇ ਹੋਏ ਉਹ ਕਰ ਲੈਂਦੇ ਸਨ ਤੇ ਕਿਸੇ ਦਾ ਭਲਾ ਹੋ ਜਾਂਦਾ ਸੀਗਾ ਜੀ। ਹਾਂਜੀ ਤੁਸੀਂ ਸਾਖੀਆਂ ਪੜ੍ਹ ਲਓ, ਬਹੁਤੇ ਥਾਵਾਂ ਦੇ ਉੱਤੇ ਭਾਈ ਮਰਦਾਨਾ ਜੀ ਹੋਣਾ ਦੇ ਕਾਰਨ ਹੀ ਲੀਲਾ ਲੱਗੀ ਜੀ। ਤਾਂਹੀਓ ਤੇ ਮਹਾਰਾਜ ਨੇ ਨਾਲ ਲਿਆਂਦਾ ਸੀ ਉਹਨਾਂ ਨੂੰ ਜੀ। ਹਾਂਜੀ ਹੁਣ ਫਿਰ ਇੱਥੇ ਸਿੱਖਿਆ ਮਿਲਣ ਲੱਗੀ ਹੈ ਜੀ। ਕੀ ਸਿੱਖਿਆ ਮਿਲਦੀ ਹੈ ਕਿ ਹੁਣ ਵੇਖੋ ਆਪਾਂ ਵੀ ਕਿਤੇ ਜਾਈਏ ਆਈਏ ਜੀ, ਭਾਵੇਂ ਜਿੰਨੇ ਮਰਜ਼ੀ ਗੁਣੀ ਗਿਆਨੀ ਹੋਈਏ, ਭੋਜਨ ਪ੍ਰਸ਼ਾਦਾ ਤੇ ਹਰ ਇੱਕ ਦੀ ਇੱਛਾ ਹੁੰਦੀ ਆ ਵੀ ਆਪਾਂ ਨਵੇਂ ਥਾਂ ਤੇ ਆਏ, ਏਡੀ ਦੂਰੋਂ ਆਏ ਆ। ਹਾਂਜੀ ਮਟਰ ਪਨੀਰ, ਹਾਂਜੀ ਛੋਲਿਆਂ ਦੀ ਸਬਜ਼ੀ, ਸੁੱਕਾ ਪਨੀਰ, ਸ਼ਾਹੀ ਪਨੀਰ, ਕਈ ਤਰ੍ਹਾਂ ਦੇ ਸੁਪਨੇ ਬੰਦੇ ਨੇ ਵੇਖੇ ਹੁੰਦੇ ਵੀ ਫਲਾਨੀ ਚੀਜ਼ ਟਿਮਕੜੀ ਚੀਜ਼। ਹਾਂਜੀ ਉਹ ਜਦੋਂ ਅੱਗੇ ਰੱਖੀ ਬਾਜਰੇ ਦੀ ਰੋਟੀ ਤੇ ਸਰੋਂ ਦਾ ਸਾਗ ਤੇ ਭਾਈ ਮਰਦਾਨਾ ਜੀ ਵੇਂਦੇ ਥੋੜ੍ਹਾ ਜਿਹਾ ਜੀ। ਹਾਂਜੀ ਥੋੜ੍ਹਾ ਜਿਹਾ ਹੋਰ ਤਰ੍ਹਾਂ ਵੇਖਿਆ ਜੀ ਉਹਨਾਂ ਨੇ। ਉਹਦਾ ਕਾਰਨ ਉਹ 'ਚੋਂ ਗਿਆਨ ਮਿਲੇਗਾ ਜੀ। ਉਹਨਾਂ ਦੀ ਹਰ ਗੱਲ ਦੇ ਵਿੱਚੋਂ ਮਹਾਰਾਜ ਸੱਚੇ ਪਾਤਸ਼ਾਹ ਸਾਨੂੰ ਕੋਈ ਸਮੱਤ ਦਿੰਦੇ ਜੀ। ਭਾਵ ਵੇਖਣੀ ਤੋਂ ਪਤਾ ਲੱਗ ਜਾਂਦਾ ਜੀ। ਥੋੜ੍ਹਾ ਜਿਹਾ ਭਾਵਾ ਭਾਈ ਮਰਦਾਨਾ ਜੀ ਨੇ ਹੋਰ ਜੇ ਤਰ੍ਹਾਂ ਵੇਖਿਆ ਜੀ ਥਾਲੇ ਵੱਲ ਜੀ। ਹਾਂਜੀ
ਹਾਂਜੀ ਜਿਹ ਬਿਦ ਗੁਨੀ ਸੋ ਜਾਨੀ ਸ੍ਰੀ ਗੁਰ ਅੰਤਰ ਜਾਮੀ ਸਾਰੇ। ਜਿਹੜੀ ਗੱਲ ਭਾਈ ਮਰਦਾਨਾ ਜੀ ਦੇ ਅੰਦਰ ਆਈ ਨਾ ਵੇਖ ਕੇ, ਉਹ ਗੁਰੂ ਨਾਨਕ ਦੇਵ ਸਾਹਿਬ ਅੰਤਰਜਾਮੀ ਗੁਰੂ ਜੀ ਨੇ ਜਾਣ ਲਈ ਵੀ ਭਾਈ ਮਰਦਾਨਾ ਜੀ ਦੇ ਅੰਦਰ ਜਿਹੜੀ ਆ ਫੁਰਨਾ ਬਣਿਆ ਨਾ, ਇਹ ਪੂਰਾ ਖੁਸ਼ੀ ਜੀ ਵਾਲਾ ਨਹੀਂ ਬਣਿਆ ਜੀ। ਭੋਜਨ ਪ੍ਰਸ਼ਾਦਾ ਵੇਖ ਕੇ ਭਾਈ ਮਰਦਾਨਾ ਜੀ ਪੂਰੇ ਖੁਸ਼ ਨਹੀਂ ਹੋਏ ਜੀ। ਹਾਂਜੀ ਮਰਦਾਨੇ ਕਿਉ ਗਿਣਤੀ ਕੀਨੀ ਅਚਵੋ ਜਾਨੋ ਤਬਹੀ। ਧੰਨ ਗੁਰੂ ਨਾਨਕ ਦੇਵ ਸਾਹਿਬ ਕਹਿੰਦੇ ਭਾਈ ਮਰਦਾਨਾ ਤੂੰ ਵੇਖ ਕੇ ਪ੍ਰਸ਼ਾਦੇ ਵੱਲ ਤੇ ਮਨ ਵਿੱਚ ਕੀ ਸੋਚਿਆ ਈ ਹੈ? ਜੋ ਤੂੰ ਸੋਚਿਆ ਉਹ ਗੱਲ ਨਹੀਂ ਹੈਗੀ, ਜਦੋਂ ਖਾਏਗਾ ਫਿਰ ਤੈਨੂੰ ਪਤਾ ਲੱਗੇਗਾ। ਮਾਰੇ ਕਹਿੰਦੇ ਆ ਜਿਹੜੇ ਤੂੰ ਮਨ ਵਿੱਚ ਗਿਣਤੀ ਗਿਣੀ ਆ, ਭਾਵ ਹਿਸਾਬ ਲਾਇਆ, ਸੋਚਿਆ ਏ, ਉਹ ਗੱਲ ਕੁਝ ਹੋਰ ਹੈ। ਜਦੋਂ ਤੂੰ ਖਾਏਗਾ ਫਿਰ ਤੈਨੂੰ ਪਤਾ ਲੱਗਣਾ। ਸੱਚੇ ਪਾਤਸ਼ਾਹ ਮਾਰੇ ਕਹਿੰਦੇ ਖਾ ਮਰਦਾਨੇ, ਸੋਚ ਨਾ ਕੁਝ, ਤੂੰ ਖਾਣਾ ਸ਼ੁਰੂ ਕਰ, ਵੇਖੀ ਜਦੋਂ ਖਾਏਗਾ ਫਿਰ ਪਤਾ ਲੱਗੇਗਾ ਤੈਨੂੰ। ਕਹਿ ਕਰ ਦੀਨੋ ਨਿਜ ਕਰ ਅਸਨਾ ਜੋ ਦਾਨੀ ਸੁਖ ਸਭ ਹੀ। ਸੱਚੇ ਪਾਤਸ਼ਾਹ ਮਹਾਰਾਜ ਨੇ ਇਹ ਬਚਨ ਕੀਤਾ ਤੇ ਇੱਕ ਬੁਰਕੀ ਤੋੜ ਕੇ ਨਾ ਮਹਾਰਾਜ ਨੇ ਆਪਣੇ ਹੱਥਾਂ ਦੇ ਨਾਲ ਤੇ ਸਾਗ ਲਾ ਕੇ ਤੇ ਕਹਿੰਦੇ ਫੜ ਮਰਦਾਨੇ ਖਾ। ਸ਼ੱਕ ਮਰਦਾਨੇ, ਫਿਰ ਬੋਲੋ। ਕਹਿ ਕਰ ਦੀਨੋ ਨਿਜ ਕਰ ਅਸਨਾ। ਕਰ ਦਾ ਅਰਥ ਹੁੰਦਾ ਹੱਥ, ਨਿਜ ਦਾ ਅਰਥ ਹੁੰਦਾ ਆਪਣੇ। ਗੁਰੂ ਨਾਨਕ ਸਾਹਿਬ ਜੀ ਨੇ ਆਪਣੇ ਹੱਥਾਂ ਦੇ ਨਾਲ ਇੱਕ ਗਰਾਈ, ਇੱਕ ਬੁਰਕੀ ਤੋੜ ਕੇ ਨਾ ਜੀ ਭਾਈ ਮਰਦਾਨਾ ਜੀ ਨੂੰ ਫੜਾਈ। ਜੋ ਦਾਨੀ ਸੁਖ ਸਭ ਹੀ। ਧੰਨ ਗੁਰੂ ਨਾਨਕ ਦੇਵ ਸਾਹਿਬ ਕੈਸੇ ਨੇ ਜਿਹੜੇ ਸਾਰੇ ਸੁਖ ਦੇਣ ਵਾਲੇ ਦਾਤੇ ਨੇ ਜੀ। ਆਖੋ ਗੱਜ ਕੇ ਧੰਨ ਗੁਰੂ ਨਾਨਕ ਦੇਵ ਸਾਹਿਬ। ਧੰਨ ਗੁਰੂ ਨਾਨਕ ਦੇਵ ਸਾਹਿਬ ਸੁਖ ਦੇਣ ਵਾਲੇ ਦਾਤੇ ਗੁਰੂ ਨਾਨਕ ਸਾਹਿਬ ਜੀ ਨੇ ਆਪਣੇ ਹੱਥਾਂ ਦੇ ਨਾਲ ਭਾਈ ਮਰਦਾਨਾ ਜੀ ਨੂੰ ਬੁਰਕੀ ਦਿੱਤੀ। ਮਰਦਾਨੇ ਤਬ ਪਾਇਓ ਕੌਰਾ। ਜਦੋਂ ਫਿਰ ਗੁਰੂ ਨਾਨਕ ਸਾਹਿਬ ਜੀ ਨੇ ਉਹਦੇ ਹੱਥ ਵਿੱਚ ਫੜਾਈ ਨਾ ਬੁਰਕੀ ਤੇ ਮਰਦਾਨੇ ਨੇ ਪਾਈ ਆਪਣੇ ਮੂੰਹ ਵਿੱਚ, ਸੁਦਾ ਸਵਾਦ ਜਨ ਆਇਆ। ਜਦੋਂ ਚਿੱਥਿਆ ਤੇ ਉਹਦੇ ਵਿੱਚੋਂ ਤੇ ਅੰਮ੍ਰਿਤ ਵਾਲਾ ਸਵਾਦ ਆਇਆ ਜੀ। ਅੰਮ੍ਰਿਤ ਵਾਲਾ ਜੀ, ਅੰਮ੍ਰਿਤ ਰਸ ਨਾਲ ਮੂੰਹ ਭਰ ਗਿਆ ਜੀ। ਪਰਮ ਪੁਰਖ ਪੂਰਨ ਪਰਮਾਤਮ ਹਾਂਜੀ ਸ੍ਰੀ ਮੁਖ ਵਾਕ ਅਲਾਇਆ। ਉਸ ਵੇਲੇ ਜਦੋਂ ਭਾਈ ਮਰਦਾਨਾ ਜੀ ਨੇ ਗਰਾਹੀ ਚਿੱਥੀ ਤੇ ਬੜਾ ਅੰਮ੍ਰਿਤ ਰਸ ਸਵਾਦ ਆਇਆ ਤੇ ਮਰਦਾਨਾ ਜੀ ਤੇ ਆਨੰਦਿਤ ਹੋ ਗਏ ਜੀ, ਖੁਸ਼ੀਆਂ ਨਾਲ ਭਰ ਗਏ। ਤੇ ਪ੍ਰਮਾਤਮਾ ਦਾ ਰੂਪ ਧੰਨ ਗੁਰੂ ਨਾਨਕ ਦੇਵ ਸਾਹਿਬ ਵੱਡੇ ਸਤਿਗੁਰੂ ਮਹਾਰਾਜ ਹੁਣ ਮਰਦਾਨਾ ਜੀ ਨੂੰ ਪੁੱਛਦੇ ਆ ਜੀ, ਅਸਨ ਬਣਿਓ ਹੈ ਕੈਸੇ ਸਵਾਦਾ। ਮਾਰੇ ਕਹਿੰਦੇ ਦੱਸ ਵੀ ਮਰਦਾਨੇ ਹੁਣ ਕਿੰਨਾ ਕਿ ਜਿਹੜਾ ਭੋਜਨ ਸਵਾਦ, ਦੱਸ ਹੁਣ ਹੈ ਤੂੰ ਕੁਝ ਹੋਰ ਸੋਚਿਆ ਸੀ ਨਾ, ਹੁਣ ਸਾਨੂੰ ਦੱਸ ਵੀ ਤੈਨੂੰ ਕਿੰਨਾ ਕੁ ਸਵਾਦ ਲੱਗਾ। ਦੇਵ ਹੋ ਸੁਧ ਮਰਦਾਨਾ। ਮਰਦਾਨੇ ਦੱਸ ਹੁਣ ਸਾਨੂੰ, ਦੱਸ ਸਾਰੀ ਗੱਲ। ਦਇਆ ਦੇ ਸਾਗਰ ਉਹ ਲਿਖਣ ਵਾਲਾ ਬੜਾ ਹੈਰਾਨ ਹੋਣ ਡਿਆ। ਸਟੇਜ ਸੈਕਟਰੀ ਲਿਖਦਿਆਂ ਸਭਾ ਭਰ ਚੱਲਿਆ ਜੀ ਪੂਰਾ। ਉਹ ਲਿਖਾਈ ਗਿਆ, ਲਿਖਦਿਆਂ ਖੁਸ਼ ਹੋਏ, ਪ੍ਰਸੰਨ ਹੋਏ, ਹੱਸਦਿਆਂ ਹੋਇਆ ਮਰਦਾਨਾ ਜੀ ਬੋਲੇ ਕੈਸੇ ਕਰੂੰ ਬਖਾਨਾ। ਸੱਚੇ ਪਾਤਸ਼ਾਹ ਮਹਾਰਾਜ ਜੀ ਤੇ ਦੱਸਿਆ ਨਹੀਂ ਜਾਂਦਾ। ਇਹ ਨਾ ਸਵਾਦ ਹੀ ਕਾ, ਇਹਦੇ ਵਾਸਤੇ ਤੇ ਲਫ਼ਜ਼ ਹੀ ਕੋਈ ਨਹੀਂ ਮੇਰੇ ਕੋਲ ਵੀ ਮੈਂ ਕਿਸ ਤਰ੍ਹਾਂ ਇਹਨੂੰ ਸਲਾਹਾਂ ਤੇ ਕਿਤਨਾ ਚੰਗਾ ਆਖਾਂ, ਕਿੰਨਾ ਕੁ ਸਵਾਦ ਆਖਾਂ। ਮਹਾਰਾਜ ਲਫ਼ਜ਼ ਹੀ ਨਹੀਂ ਹੈਗਾ ਕੋਈ ਇਹਦੇ ਬਾਰੇ, ਅੱਖਰ ਹੀ ਨਹੀਂ ਮੇਰੇ ਕੋਲ। ਸੁਨਿਓ ਸੁਦਾ ਪਸ ਅੰਤ ਨ ਕਬਹੂ। ਮਹਾਰਾਜ ਮੈਂ ਅੰਮ੍ਰਿਤ ਬਾਰੇ ਸੁਣਿਆ, ਅੰਮ੍ਰਿਤ ਵੀ ਅੰਮ੍ਰਿਤ ਬੜਾ ਸਵਾਦ, ਇੱਕ ਬੜਾ ਲਿਖਾਇਆ ਸ੍ਰੀ ਮਾਨ ਸੰਤ ਬਾਬਾ ਹਰ ਚਰਨ ਕਮਲ ਦਾਸ ਜੀ। ਸਟੇਜ ਸੈਕਟਰੀ ਹੈਰਾਨ ਹੋਇਆ, ਉਹਨੇ ਸੋਚਿਆ ਅੰਮ੍ਰਿਤ ਖਾਦਾ ਨਹੀਂ ਕਦੇ, ਪੀਤਾ ਨਹੀਂ ਅੱਗੇ ਕਦੇ ਅੰਮ੍ਰਿਤ ਮੈਂ ਛਕਿਆ ਨਹੀਂ ਗਾ। ਸੱਚੇ ਪਾਤਸ਼ਾਹ ਮਹਾਰਾਜ ਗਰੀਬ ਨਵਾਜ ਇਹ ਜਿਹੜਾ ਭੋਜਨ ਹੈ ਨਾ, ਜਿਸ ਤਰ੍ਹਾਂ ਮੈਂ ਸੁਣਿਆ ਵੀ ਅੰਮ੍ਰਿਤ ਦੇ ਵਿੱਚ ਬਹੁਤ ਮਹਾਰਸ ਹੁੰਦਾ, ਉਸ ਸੁਣੇ ਹੋਏ ਅਨੁਸਾਰ ਮੈਂ ਅੰਦਾਜ਼ਾ ਲਾ ਕੇ ਤੁਹਾਨੂੰ ਕਹਿ ਸਕਦਾ ਵੀ ਇਸ ਭੋਜਨ ਵਿੱਚੋਂ ਅੰਮ੍ਰਿਤ ਦਾ ਰਸ ਆਇਆ ਹੈ। ਸੁਨਿਓ ਸੁਦਾ ਪਸ ਅੰਤ ਨ ਕਬਹੂ। ਸੁਣਿਆ ਹੈ ਅੰਮ੍ਰਿਤ ਬਾਰੇ ਪਰ ਮੈਂ ਕਦੇ ਖਾਧਾ ਨਹੀਂ।
ਸਾਧ ਬਣਿਓ ਹੈ ਸੋ। ਇੰਨਾ ਸਵਾਦ ਬਣਿਆ ਜਿੰਨਾ ਅੰਮ੍ਰਿਤ ਦੀ ਮਹਿਮਾ ਸੁਣੀ ਆ ਵੀ ਅੰਮ੍ਰਿਤ ਦੇ ਵਿੱਚ ਰਸ ਬੜਾ ਸਵਾਦ ਹੈ, ਇਹ ਭੋਜਨ ਵਿੱਚ ਮੈਨੂੰ ਅੰਮ੍ਰਿਤ ਦਾ ਸਵਾਦ ਆਇਆ ਹੈ। ਅੰਤਰ ਜਾਮੀ ਜਾਨੋ ਤੁਮ ਸਭ। ਅੱਗੇ ਮਹਾਰਾਜ ਤੁਸੀਂ ਅੰਤਰਜਾਮੀ ਜੇ ਸਭ ਕੁਝ ਜਾਣਦੇ ਹੋ ਸੱਚੇ ਪਾਤਸ਼ਾਹ ਮਹਾਰਾਜ, ਵਰਤੈ ਔਰ ਮਹਿ ਜੋ ਮਹਾਰਾਜ ਮੇਰੇ ਹਿਰਦੇ ਵਿੱਚ ਵਰਤਦਾ, ਜੋ ਕਿਸੇ ਦੇ ਅੰਦਰ ਵਰਤਦਾ, ਸਭ ਕੁਝ ਤੁਸੀਂ ਜਾਣਦੇ ਹੋ, ਸਾਰਿਆਂ ਦੇ ਦਿਲਾਂ ਦੀ ਜਾਣਦੇ ਹੋ। ਲਾਲੋ ਬਿਨੇ ਸੁਨਾਈ ਸੁਨ ਕੇ, ਹਾਂਜੀ, ਵੱਡਿਆਂ ਕੀ ਵਡਿਆਈ। ਤੇ ਭਾਈ ਲਾਲੋ ਜੀ ਲਾਗੇ ਖੜੇ ਸੀ ਉਸ ਟਾਈਮ ਤੇ, ਛਕਾ ਜੂ ਰਹੇ ਸਨ ਜੀ। ਤੇ ਜਦੋਂ ਮਹਾਰਾਜ ਗੁਰੂ ਨਾਨਕ ਸਾਹਿਬ ਜੀ ਨੇ ਭਾਈ ਮਰਦਾਨਾ ਜੀ ਨੂੰ ਆਖਿਆ, ਬੁਰਕੀ ਦਿੱਤੀ, ਉਹਨਾਂ ਨੇ ਛਕ ਕੇ ਅੱਗੋਂ ਜਦੋਂ ਬਹੁਤ ਸਿਫਤ ਕੀਤੀ ਨਾ, ਤੇ ਭਾਈ ਲਾਲੋ ਹੱਥ ਜੋੜ ਕੇ ਕਹਿੰਦਾ, ਸੱਚੇ ਪਾਤਸ਼ਾਹ ਮਹਾਰਾਜ ਮੈਂ ਤੇ ਗਰੀਬ ਆਦਮੀ ਹੈਗਾ, ਰੁੱਖਾ ਮਿੱਸਾ ਜਿਹਾ ਭੋਜਨ ਹੈ, ਜਿਹੜਾ ਤੁਸੀਂ ਇੰਨਾ ਚੰਗਾ ਕਹਿ ਰਹੇ ਹੋ ਨਾ, ਇਹ ਤੁਹਾਡੀ ਵੱਡਿਆਂ ਦੀ ਵਡਿਆਈ ਹੈ। ਵੱਡਿਆਂ ਦੀ ਵਡਿਆਈ ਹੁੰਦੀ ਹੈ ਗਰੀਬਾਂ ਨੂੰ ਮਾਣ ਦੇਣਾ, ਨਿਮਾਣਿਆਂ ਨੂੰ ਮਾਣ ਦੇਣਾ, ਇਹ ਵੱਡਿਆਂ ਦੀ ਵਡਿਆਈ ਹੈ। ਸੱਚੇ ਪਾਤਸ਼ਾਹ ਤੁਹਾਡੀ ਵਡਿਆਈ ਹੈ ਜਿਹੜਾ ਤੁਸੀਂ ਮੈਨੂੰ ਗਰੀਬ ਨੂੰ, ਨਿਮਾਣੇ ਨੂੰ ਇੰਨਾ ਮਾਣ ਦੇ ਰਹੇ ਹੋ। ਆਖੋ ਗੱਜ ਕੇ ਧੰਨ ਗੁਰੂ ਨਾਨਕ ਦੇਵ ਸਾਹਿਬ ਜੀ, ਧੰਨ ਗੁਰੂ ਨਾਨਕ ਦੇਵ ਸਾਹਿਬ ਜੀ। ਭਾਈ ਸਾਹਿਬ ਭਾਈ ਵੀਰ ਸਿੰਘ ਜੀ ਹੋਏ ਨੇ, ਬਹੁਤ ਵੱਡੇ ਵਿਦਵਾਨ ਸਿੱਖ ਕੌਮ ਦੇ ਵਿੱਚ ਹੋਏ ਨੇ, ਬੜੇ ਮਹਾਨ ਮਹਾਂਪੁਰਖ ਹੋਏ ਨੇ ਭਾਈ ਵੀਰ ਸਿੰਘ ਜੀ। ਉਹ ਸਫ਼ਰ ਦੇ ਵਿੱਚ ਜਾ ਰਹੇ ਸਨ ਜੀ, ਰੇਲ ਗੱਡੀ ਵਿੱਚ। ਘਰੋਂ ਮਾਤਾ ਜੀ ਨੇ ਭੋਜਨ ਪ੍ਰਸ਼ਾਦਾ ਤਿਆਰ ਕਰਕੇ ਦਿੱਤਾ ਸੀ। ਮਾਤਾ ਜੀ ਉਹਨਾਂ ਦੇ ਬਹੁਤ ਬੰਦਗੀ ਵਾਲੇ ਸੀ, ਬਹੁਤ ਸਿਮਰਨ ਵਾਲੇ ਸਨ ਜੀ। ਪ੍ਰਸ਼ਾਦਾ ਤਿਆਰ ਕਰਕੇ ਉਹਨਾਂ ਨੇ ਭਾਈ ਸਾਹਿਬ ਨੂੰ ਪੈਕ ਕਰਕੇ ਦੇ ਦਿੱਤਾ ਜੀ। ਰੇਲ ਗੱਡੀ ਵਿੱਚ ਸਫ਼ਰ ਵਿੱਚ ਜਾ ਰਹੇ ਨੇ, ਉਹਨਾਂ ਦੇ ਸਾਹਮਣੇ ਵਾਲੀ ਸੀਟ ਦੇ ਉੱਤੇ ਇੱਕ ਪਾਦਰੀ ਈਸਾਈ, ਪੜ੍ਹਿਆ ਲਿਖਿਆ ਬਹੁਤ, ਉਹ ਵੀ ਸਫ਼ਰ ਵਿੱਚ ਜਾ ਰਿਹਾ ਹੈ। ਬੈਠੇ ਬੈਠੇ ਗੱਲਾਂ ਬਾਤਾਂ ਕਰਨ ਲੱਗ ਪਏ। ਇੱਕ ਦੂਜੇ ਦੇ ਵਿਚਾਰ ਦੋਵਾਂ ਨੂੰ ਬੜੇ ਚੰਗੇ ਲੱਗੇ ਜੀ। ਉਹਨੇ ਆਪਣੇ ਢੰਗ ਨਾਲ ਰੱਬ ਦੀ ਸਿਫਤ ਕੀਤੀ ਜੀ, ਭਾਈ ਸਾਹਿਬ ਨੇ ਗੁਰਮਤਿ ਅਨੁਸਾਰ ਉਹਦੇ ਨਾਲ ਪਰਮੇਸ਼ਰ ਦੇ ਘਰ ਦੀਆਂ ਗੱਲਾਂ ਕੀਤੀਆਂ। ਉਹ ਵੀ ਗਿਆਨਵਾਨ ਸੀਗਾ, ਉਹਨੂੰ ਬੜਾ ਚੰਗਾ ਲੱਗਾ, ਤੇ ਭਾਈ ਸਾਹਿਬ ਨੂੰ ਵੀ ਉਹ ਬੜਾ ਚੰਗਾ ਲੱਗਾ ਵੀ ਇਹ ਬੰਦਾ ਚੰਗਾ ਹੈ, ਰੱਬ ਦੇ ਰਾਹ ਤੇ ਚੱਲਣ ਵਾਲਾ। ਜਦੋਂ ਪ੍ਰਸ਼ਾਦੇ ਦਾ ਟਾਈਮ ਹੋਇਆ ਨਾ ਜੀ, ਭਾਈ ਵੀਰ ਸਿੰਘ ਜੀ ਨੇ ਪ੍ਰਸ਼ਾਦਾ ਛਕਣਾ ਸੀ, ਤੇ ਭਾਈ ਸਾਹਿਬ ਨੇ ਉਹਨੂੰ ਸੁਲਾ ਮਾਰੀ। ਕਹਿਣ ਲੱਗੇ ਵੀ ਮੈਂ ਪ੍ਰਸ਼ਾਦਾ ਛਕਣ ਲੱਗਾ, ਤੁਸੀਂ ਛਕੋਗੇ? ਉਹ ਕਹਿੰਦਾ ਜ਼ਰੂਰ ਛਕਾਂਗੇ, ਤੁਹਾਡਾ ਤੇ ਜ਼ਰੂਰ ਛਕਾਂਗੇ ਕਹਿੰਦਾ। ਜਦੋਂ ਉਹਨੂੰ ਭਾਈ ਸਾਹਿਬ ਜੀ ਨੇ 2 ਪਰੌਂਠੇ ਤੇ ਨਾਲ ਸਬਜ਼ੀ ਪਾ ਕੇ ਦਿੱਤੀ ਨਾ ਜੀ, ਉਹਨੇ ਪ੍ਰਸ਼ਾਦਾ ਛਕ ਲਿਆ। ਤੇ ਪ੍ਰਸ਼ਾਦਾ ਛਕ ਕੇ ਉਹ ਕਹਿਣ ਲੱਗਾ, ਭਾਈ ਸਾਹਿਬ ਦੱਸੋ ਇਹ ਪ੍ਰਸ਼ਾਦਾ ਬਣਾਇਆ ਕਿੰਨੇ ਆ? ਤੇ ਭਾਈ ਵੀਰ ਸਿੰਘ ਜੀ ਕਹਿਣ ਲੱਗੇ ਵੀ ਇਹ ਗੱਲ ਪੁੱਛਣ ਦਾ ਮਤਲਬ ਕੀ ਹੈ? ਮਨ ਵਿੱਚ ਸ਼ੰਕਾ ਆਇਆ ਕੋਈ? ਉਹ ਕਹਿੰਦਾ ਇਹ ਪ੍ਰਸ਼ਾਦਾ ਛਕ ਕੇ ਮੈਨੂੰ ਮੇਰੀ ਮਾਂ ਯਾਦ ਆ ਗਈ। ਕਹਿਣ ਲੱਗਾ ਮੈਨੂੰ ਮੇਰੀ ਮਾਂ ਯਾਦ ਆ ਗਈ। ਈਸਾਈ ਕਹਿੰਦਾ ਮੇਰਾ ਦਿਲ ਆਵਾਜ਼ ਦਿੰਦਾ ਏ ਵੀ ਇਹ ਪ੍ਰਸ਼ਾਦਾ ਤੁਹਾਡੇ ਮਾਤਾ ਜੀ ਨੇ ਬਣਾਇਆ ਹੈ। ਈਸਾਈ ਪਾਦਰੀ ਕਹਿੰਦਾ ਇਸ ਪ੍ਰਸਾਦੇ ਦੇ ਵਿੱਚ ਮਾਂ ਦਾ ਪਿਆਰ ਸੀਗਾ। ਕਹਿਣ ਲੱਗਾ ਇਸ ਪ੍ਰਸ਼ਾਦੇ ਵਿੱਚ ਮਾਂ ਦੀਆਂ ਅਸੀਸਾਂ, ਇਸ ਪ੍ਰਸ਼ਾਦੇ ਵਿੱਚ ਮਾਂ ਦੀ ਮਮਤਾ, ਇਸ ਪ੍ਰਸ਼ਾਦੇ ਦੇ ਵਿੱਚ ਮਾਂ ਦਾ ਜਪ ਤਪ। ਮੈਨੂੰ ਕਹਿੰਦਾ ਬੜਾ ਕੁਝ ਇਸ ਪ੍ਰਸ਼ਾਦੇ ਵਿੱਚੋਂ ਮਿਲਿਆ, ਤੇ ਮੈਂ ਤੁਹਾਨੂੰ ਮਾਫੀ ਮੰਗ ਕੇ ਪੁੱਛਦਾ ਹੈ, ਮੇਰਾ ਦਿਲ ਆਵਾਜ਼ ਦਿੰਦਾ ਏ ਇਹ ਪ੍ਰਸ਼ਾਦਾ ਤੁਹਾਡੇ ਮਾਤਾ ਜੀ ਨੇ ਬਣਾਇਆ ਹੈ। ਕਮਾਈਆਂ ਵਾਲੇ ਪੁਰਸ਼ ਇਹ ਗੱਲਾਂ ਲੱਭ ਲੈਂਦੇ ਨੇ, ਜਿਤਨਾ ਸਾਇੰਸਦਾਨ ਬੜੀ ਬਰੀਕੀ ਨਾਲ ਗੱਲ ਨੂੰ ਲੱਭ ਲੈਂਦੇ ਆ ਨਾ ਜੀ, ਗੱਲ ਦੀ ਤਹਿ ਤੱਕ ਚਲੇ ਜਾਂਦੇ ਆ, ਇਸੇ ਤਰ੍ਹਾਂ ਕਮਾਈ ਵਾਲੇ ਜਿਹੜੇ ਹੁੰਦੇ ਨੇ। ਜਦੋਂ ਭਾਈ ਸਾਹਿਬ ਨੇ ਹਾਂ ਕੀਤੀ ਨਾ, ਕਹਿਣ ਲੱਗੇ ਹਾਂ ਮੇਰੀ ਮਾਂ ਨੇ ਤਿਆਰ ਕਰਕੇ ਦਿੱਤਾ, ਉਹ ਪਾਦਰੀ ਬੜਾ ਰੋਇਆ ਜੀ, ਬੜਾ ਰੋਇਆ। ਬੜੇ ਲੰਮੇ ਸਮੇਂ ਬਾਅਦ ਕਹਿੰਦਾ ਮੈਨੂੰ ਆਪਣੀ ਮਾਂ ਦੇ ਪ੍ਰਸ਼ਾਦੇ ਦਾ ਰਾਸ ਅੱਜ ਇਸ ਪ੍ਰਸ਼ਾਦੇ ਵਿੱਚੋਂ ਮਿਲਿਆ। ਸੰਗਤ ਜੀ ਯਾਦ ਕਰਿਓ,
ਜੋ ਪੁੱਤ ਨੂੰ ਮਾਂ ਖਵਾ ਸਕਦੀ ਹੋਰ ਕੋਈ ਨਹੀਂ ਜੇ ਖਵਾ ਸਕਦਾ ਜੀ। ਮਾਤਾ ਦੀ ਰੁੱਖੀ ਮਿੱਸੀ ਦੇ ਵਿੱਚ ਵੀ ਬੜੀਆਂ ਅਸੀਸਾਂ ਤੇ ਬੜੀਆਂ ਬਰਕਤਾਂ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੇ ਕਹਿ ਦਿੱਤਾ, ਮਾਤਾ ਪ੍ਰੀਤ ਕਰੇ ਪੁੱਤ ਖਾਏ। ਮਾਤਾ ਪ੍ਰੀਤ ਕਰੇ ਪੁੱਤ ਖਾਏ, ਮੀਨੇ ਪ੍ਰੀਤ ਭਈ ਜਲ ਨਹਾਏ। ਮਾਂ ਨੂੰ ਬੜੀ ਖੁਸ਼ੀ ਹੁੰਦੀ ਹੈ ਜਦੋਂ ਪੁੱਤ ਰੱਜ ਰੱਜ ਕੇ ਖਾਂਦਾ, ਨੂੰ ਖੁਸ਼ੀ ਹੁੰਦੀ ਹੈ। ਹਾਂਜੀ, ਤੇ ਦੂਜੇ ਬੰਨੇ ਤੁਸੀਂ ਵੇਖ ਲਓ, ਇੱਥੇ ਮੇਰੇ ਕੋਲ ਇੱਕ ਬੰਦਾ ਆ ਗਿਆ, ਕਹਿੰਦਾ ਬਾਬਾ ਜੀ ਮੈਂ ਬੜਾ ਦੁਖੀ ਹਾਂ। ਮੈਂ ਕਿਹਾ ਕੀ ਗੱਲ? ਕਹਿੰਦਾ ਜਿੱਦਣ ਮੈਂ ਤੀਜਾ ਪ੍ਰਸ਼ਾਦਾ ਮੰਗ ਲੈਣਾ ਘਰ ਵਾਲੀ ਮੈਨੂੰ ਬੜੇ ਫਿੱਕੇ ਬੋਲ ਬੋਲਦੀ। ਕਹਿੰਦਾ ਹੈ ਤੇ ਜੇ ਮੈਂ ਚੌਥਾ ਮੰਗ ਲਾਂ ਤੇ ਫਿਰ ਤੇ ਮੈਨੂੰ ਸਿੱਧਾ ਹੀ ਕਹਿੰਦੀ ਝੋਟਿਆ ਰੱਜਦਾ ਨਹੀਂ ਤੂੰ। ਮੈਂ ਤੁਹਾਨੂੰ ਫਰਕ ਸੁਣਾਉਣ ਡਿਆ, ਫਰਕ ਕਿੰਨਾ ਹੈ। ਜਿਹੜੀ ਵਿਆਹ ਕੇ ਲਿਆਂਦੀ ਉਹ ਰੋਟੀਆਂ ਪਕਾਉਣ ਵਾਸਤੇ ਲਿਆਂਦੀ ਆ, ਉਹ ਸੌਣ ਵਾਸਤੇ ਨਹੀਂ ਲਿਆਂਦੀ ਤੇ ਗੱਪਾਂ ਵਾਸਤੇ ਨਹੀਂ ਲਿਆਂਦੀ, ਘਰ ਦੇ ਕੰਮਾਂ ਵਾਸਤੇ ਵਿਆਹ ਕੇ ਲਿਆਂਦੀ ਆ। ਹਾਂਜੀ, ਪਰ ਜੋ ਤੁਹਾਨੂੰ ਮਾਂ ਚਾਹ ਨਾਲ ਗ੍ਰੰਥ ਸਾਹਿਬ ਮਹਾਰਾਜ ਕਹਿੰਦੇ ਨੇ, ਬਾਣੀ ਕਹਿੰਦੀ ਹੈ ਕਿ ਇਸ ਦੁਨੀਆ ਵਿੱਚ ਬੇਸਮਝ ਬੰਦਾ ਕੋਈ ਵੇਖਣਾ ਹੋਵੇ, ਅਗਿਆਨੀ ਵੇਖਣਾ ਹੋਵੇ, ਮੂਰਖ ਵੇਖਣਾ ਹੋਵੇ, ਘਟੀਆ ਮੱਤ ਵਾਲਾ ਬੰਦਾ ਵੇਖਣਾ। ਪਰ ਇੱਧਰ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਮਾਤਾ ਪ੍ਰੀਤ ਕਰੇ ਪੁੱਤ ਖਾਏ। ਇੱਥੇ ਪ੍ਰੀਤ ਦਾ ਅਰਥ ਖੁਸ਼ ਹੈ ਜੀ, ਖੁਸ਼ ਹੋਣਾ। ਮਾਂ ਬੜੀ ਖੁਸ਼ ਹੁੰਦੀ ਹੈ, ਬੜੀ ਖੁਸ਼ ਹੁੰਦੀ ਹੈ ਜਦੋਂ ਪੁੱਤ ਖੂਬ ਰੱਜ ਰੱਜ ਕੇ ਛਕਦਾ ਤੇ ਕਹਿੰਦਾ ਹੋਰ ਦੇ। ਮਾਂ ਨੂੰ ਚਾਹ ਚੜ੍ਹਦਾ ਜੀ, ਖੁਸ਼ੀ ਹੁੰਦੀ ਹੈ ਜੀ। ਭਾਈ ਵੀਰ ਸਿੰਘ ਜੀ ਦੇ ਮਾਤਾ ਜੀ ਬਹੁਤ ਜਪੀ ਤਪੀ ਸਨ। ਉਹਨਾਂ ਦੇ ਪਿਤਾ ਜੀ ਬੜੇ ਜਪੀ ਤਪੀ ਸਨ, ਡਾਕਟਰ ਚਰਨ ਸਿੰਘ ਜੀ ਡਾਕਟਰ ਸਨ। ਭਾਈ ਸਾਹਿਬ ਦੇ ਪਿਤਾ ਜੀ ਬੜੇ ਦਾਨੀ ਪੁੰਨੀ ਡਾਕਟਰ ਸਨ, ਬੜੇ ਉੱਚ ਕੋਟੀ ਦੇ ਵਿਦਵਾਨ ਸਨ। ਰੋਜ਼ਾਨਾ ਹੀ ਭਾਈ ਸਾਹਿਬ ਦੇ ਪਿਤਾ ਜੀ ਸੂਰਜ ਪ੍ਰਕਾਸ਼ ਗ੍ਰੰਥ ਦੀ ਆਪਣੇ ਘਰ ਕਥਾ ਕਰਦੇ ਸੀ। ਬੜੇ ਬੜੇ ਸਾਧੂ ਉਹਨਾਂ ਕੋਲ ਕਥਾ ਸੁਣਨ ਆਉਂਦੇ ਸਨ ਤੇ ਉਹ ਸਿੱਖਦੇ ਸਨ ਜੀ ਉੱਥੇ ਆ ਕੇ ਜੀ। ਰੋਜ਼ ਘਰ ਵਿੱਚ ਲੰਗਰ ਚੱਲਣਾ, ਅੰਦਰ ਘਰ ਵਿੱਚ ਭੋਜਨ ਪ੍ਰਸ਼ਾਦਾ ਵਰਤ ਰਿਹਾ ਤੇ ਦੋ ਮਹਾਤਮਾ ਚੰਗੇ ਜੀਵਨ ਵਾਲੇ ਜਿਨ੍ਹਾਂ ਦਾ ਨਿਯਮ ਸੀ ਵੀ ਜਦੋਂ ਭੁੱਖ ਲੱਗਣੀ ਪ੍ਰਸ਼ਾਦਾ ਮੰਗ ਕੇ ਛਕ ਲੈਣਾ ਤੇ ਭਜਨ ਕਰਦੇ ਰਹਿਣਾ। ਕਹੇ ਮੈਂ ਜਾਣਾ ਜਾਣਨ ਹਾਰਨਾ ਸ਼ਾਨੂੰ ਤੇ ਸਮੱਤ ਮਿਲਦੀ ਹੈ ਵੀ ਹਉਮੈ ਦੀ ਬਾਤ ਨਹੀਂ ਕਰਨੀ। ਦੇ ਨਾਲ ਬਿਠਾਇਆ, ਬੜੇ ਸਨਮਾਨ ਨਾਲ ਪ੍ਰਸ਼ਾਦਾ ਛਕਾਇਆ ਤੇ ਅਗਲੇ ਦਿਨ ਇੱਕ ਜਣਾ ਫੇਰ ਉਹਨਾਂ ਦੇ ਬੂਹੇ ਅੱਗੇ ਆ ਗਿਆ ਜੀ, ਉਹਨਾਂ ਦੋਹਾਂ ਚੋਂ ਜੀ। ਉਸ ਵੇਲੇ ਮਾਤਾ ਜੀ ਘਰ ਸਨ। ਮਾਤਾ ਜੀ ਕਹਿੰਦੇ ਦੱਸੋ? ਕਹਿਣ ਲੱਗੇ ਮੈਂ ਪ੍ਰਸ਼ਾਦਾ ਛਕਣਾ। ਕਹਿਣ ਲੱਗੇ ਮਹਾਰਾਜ ਜੀ ਅੰਦਰ ਆ ਜਾਓ। ਬੜੇ ਅਦਬ ਨਾਲ ਬਿਠਾਇਆ, ਪ੍ਰਸ਼ਾਦਾ ਛਕਾਇਆ। ਉਹ ਕਹਿਣ ਲੱਗਾ ਮਾਤਾ ਜੀ ਤੁਸੀਂ ਸੋਚਦੇ ਹੋਵੋਗੇ ਵੀ ਇਹ ਭਾਈ ਕੱਲ ਵੀ ਆਇਆ ਤੇ ਅੱਜ ਵੀ ਆ ਵੜਿਆ, ਪਰ ਮੈਂ ਮਜਬੂਰ ਹੋ ਕੇ ਆਇਆ। ਤੁਹਾਡੇ ਘਰੋਂ ਜਿਹੜਾ ਮੈਂ ਕੱਲ ਪ੍ਰਸ਼ਾਦਾ ਛਕ ਕੇ ਗਿਆ 8 ਪਹਿਰ ਮੇਰੀ ਲਿਵ ਲੱਗੀ ਰਹੀ। ਕਹਿਣ ਲੱਗਾ ਇੰਨਾ ਮਨ ਮੇਰਾ ਕਦੇ ਨਹੀਂ ਟਿਕਿਆ ਜਿੰਨਾ ਕੱਲ ਤੁਹਾਡੇ ਹੱਥ ਦਾ ਪ੍ਰਸ਼ਾਦਾ ਛਕ ਕੇ ਮੇਰਾ ਮਨ ਸਿਮਰਨ ਵਿੱਚ ਜੁੜਿਆ। ਤੇ ਮੈਂ ਮਜਬੂਰ ਹੋ ਕੇ ਅੱਜ ਆਇਆ ਕਿ ਉਸ ਮਾਤਾ ਦੇ ਹੱਥ ਦਾ ਪ੍ਰਸ਼ਾਦਾ ਛਕਾਂ, ਫੇਰ ਨਾਮ ਜਪਣ 'ਚ ਮਨ ਜੁੜੇ ਤੇ ਆਨੰਦ ਬਣਿਆ ਰਹੇ। ਮਾਤਾ ਜੀ ਨੇ ਬੜੇ ਅਦਬ ਦੇ ਨਾਲ ਛਕਾਇਆ। ਬੰਦਗੀ ਵਾਲੇ ਸਨ, ਸਿਮਰਨ ਵਾਲੇ ਸਨ। ਆਪ ਜਣਾਉਣਾ ਨਹੀਂ। ਭਾਈ ਲਾਲੋ ਕਹਿੰਦਾ ਤੁਹਾਡਾ ਨਾਮ ਕੀ ਹੈ, ਕਿੱਥੋਂ ਆਏ ਜੇ, ਕਿੱਥੋਂ ਦੇ ਰਹਿਣ ਵਾਲੇ ਜੇ? ਮਾਰੇ ਕਹਿੰਦੇ ਤੂੰ ਆਪਣਾ ਕੰਮ ਕਰੀ ਜਾ, ਕੁਝ ਨਹੀਂ ਲੱਗ ਜਾਏਗਾ ਪਤਾ। ਫਿਰ ਉਹ ਕਹਿੰਦਾ ਤੁਸੀਂ ਧੰਨ ਗੁਰੂ ਨਾਨਕ ਸਾਹਿਬ ਜੀ ਵਰ ਦੇਣਾ ਚਾਹੁੰਦਾ ਵੀ ਇਹਨੂੰ ਮਾਇਆ ਦੀ ਕੋਈ ਕਮੀ ਨਾ ਰਵੇ। ਹੱਥ ਜੋੜ ਕੇ ਮਾਤਾ ਕਹਿਣ ਲੱਗੀ ਨਾ ਬਾਬਾ ਜੀ ਇਹ ਵਰ ਨਹੀਂ ਲੈਣਾ ਅਸਾਂ। ਇਹ ਮਾਇਆ ਰੱਬ ਦੇ ਨਾਲ ਪਰਮੇਸ਼ਰ ਨਾਲ ਵਿਥ ਪਾ ਦਿੰਦੀ। ਕਹਿਣ ਲੱਗੇ ਦੂਰੀ ਬਣਾ ਦਿੰਦੀ ਆ। ਮੇਰੇ ਪੁੱਤ ਨੂੰ ਜੇ ਤੁਸੀਂ ਵਰ ਦੇਣਾ ਤੇ ਇਹ ਵਰ ਦਿਓ ਵੀ ਕਦੇ ਇਹਨੂੰ ਰੱਬ ਦਾ ਨਾਮ ਨਾ ਭੁੱਲੇ, ਪਰਮੇਸ਼ਰ ਦਾ ਨਾਮ ਨਾ ਕਦੇ ਭੁੱਲੇ। ਆਹ ਜਿਹੜਾ ਤੁਸੀਂ ਦੂਜਾ ਵਾਰੇ ਕੋਲ ਰੱਖ ਲਓ, ਇਹਨੂੰ ਇਹ ਨਹੀਂ ਸਾਨੂੰ ਚਾਹੀਦਾ। ਕਹਿਣ ਲੱਗੇ ਇਹ ਵਿਥ ਪਾ ਦਿੰਦੀ। ਕਹਿਣ ਲੱਗੇ ਪਰਮੇਸ਼ਰ ਦੇ ਨਾਮ ਨਾਲ।
ਤੇ ਉਹ ਮਹਾਤਮਾ ਬਾਰ-ਬਾਰ ਆਖੇ ਤੁਹਾਡੇ ਹੱਥੋਂ ਪ੍ਰਸ਼ਾਦਾ, ਤੁਹਾਡੇ ਘਰੋਂ ਪ੍ਰਸ਼ਾਦਾ ਛਕਿਆ, 8 ਪਹਿਰ ਮੇਰੀ ਸੁਰਤ ਜੁੜੀ ਰਹੀ, ਭਜਨ 'ਚ ਮਨ ਜੁੜਿਆ ਰਿਹਾ ਹੈ। ਕਮਾਈ, ਭਗਤੀ, ਬੰਦਗੀ, ਹਾਂਜੀ, ਸੱਚੀ ਸੁੱਚੀ ਕਿਰਤ, ਸ਼ੁਭ ਵਿਚਾਰ, ਹਾਂਜੀ, ਪਰਉਪਕਾਰੀ ਸੁਭਾਅ, ਨੇਕ ਨੀਤੀ ਨਾਲ ਕੰਮ ਕਰਨਾ ਜੀ, ਨੇਕ ਨੀਤੀ ਦੇ ਨਾਲ। ਇਹ ਤਾਂ ਵਾਹਿਗੁਰੂ ਮਿਹਰ ਕਰੇ, ਜਿਹੜੀਆਂ ਐਸੀਆਂ ਰੂਹਾਂ ਨੇ ਪਰਮੇਸ਼ਰ ਦੇ ਪਿਆਰੇ ਨੇ, ਉਹਨਾਂ ਦੇ ਜੀਵਨ ਦੇ ਹਿੱਸੇ ਹੀ ਆਇਆ। ਨਹੀਂ ਤੇ ਮੈਂ ਵੇਖਿਆ ਲੋਕ ਧਰਮ ਦਾ ਕੰਮ ਕਰਦੇ ਹੋਏ ਵੀ ਧੋਖਾ ਕਰਦੇ ਨੇ ਜੀ। ਮੈਂ ਕਿਸੇ ਰਾਗੀ ਸਿੰਘ ਦੇ ਘਰ ਬੈਠਾ ਸੀਗਾ ਤੇ ਟੈਲੀਫੋਨ ਆਇਆ ਵੀ ਭਾਈ ਸਾਹਿਬ ਜੀ ਸਾਡੀ ਲੜਕੀ ਦੀ ਸ਼ਾਦੀ ਹੈ, ਤੇ ਜਿਸ ਰਾਗੀ ਸਿੰਘ ਨੂੰ ਅਸੀਂ ਆਖਿਆ ਸੀ ਉਹਨੇ ਜਵਾਬ ਦੇ ਦਿੱਤਾ, ਤੇ 1-2 ਦਿਨ ਵਿੱਚ ਬਚੇ ਨੇ, ਤੇ ਅਸੀਂ ਤੁਹਾਨੂੰ 3100 ਰੁਪਈਆ ਦੇਵਾਂਗੇ ਤੇ ਸਾਡੇ ਲੜਕੀ ਦੀ ਸ਼ਾਦੀ ਦੇ ਵਿੱਚ ਆਓ ਤੇ ਆਨੰਦ ਕਾਰਜ ਕਰਵਾਓ। ਤੇ ਉਹ ਰਾਗੀ ਸਿੰਘ ਕਹਿੰਦਾ ਵੀ ਮੈਂ ਨਾਲ ਦਿਆਂ ਨਾਲ ਸਲਾਹ ਕਰਕੇ ਤੁਹਾਨੂੰ ਦੱਸਦਾ। ਮੈਂ ਬਿਲਕੁਲ ਉੱਥੇ ਬੈਠਾ ਸੀਗਾ ਜੀ। ਉਹਨੇ ਫਿਰ ਆਪਣੇ ਨਾਲਦਿਆਂ ਨੂੰ ਟੈਲੀਫੋਨ ਕੀਤਾ, ਸਾਥੀਆਂ ਨੂੰ, ਵੀ ਉਹ ਜਿਹੜਾ ਆਪਾਂ ਪ੍ਰੋਗਰਾਮ ਲਿਖਿਆ ਵਾ ਉਹ ਜੇ 1100 ਰੁਪਈਏ ਦਾ, ਜਿਹੜਾ ਆਪਾਂ ਲਿਖਿਆ ਵਾ ਜਿੱਥੇ ਜਾਣਾ, ਤੇ ਉਸੇ ਦਿਨ ਹੀ ਆਪਾਂ ਨੂੰ 3100 ਰੁਪਈਆ ਮਿਲਦਾ। ਹੁਣ ਦੱਸੋ ਕਿਹੜਾ ਕਰਨਾ ਵਾ? ਉਹ ਕਹਿੰਦੇ ਵੀ 3100 ਵਾਲਾ ਕਰਨਾ, 1100 ਵਾਲਾ ਆਪਾਂ ਕਰਕੇ ਕੀ ਕਰਨਾ ਜੀ। ਉਹਦਾ ਮਨ ਅੱਗੇ ਬੇਈਮਾਨ ਹੋਇਆ ਸੀ। ਜਦੋਂ ਨਾਲਦਿਆਂ ਨੇ ਹਾਂ ਭਰਦੀ, ਹੁਣ ਪਤਾ ਉਹ ਟੈਲੀਫੋਨ ਕਰ ਰਿਹਾ ਜੀ ਉਹਨਾਂ ਨੂੰ, ਜਿਨ੍ਹਾਂ ਦਾ ਲਿਖਿਆ ਨਾ ਪਹਿਲਾਂ ਜੀ, ਉਹਨਾਂ ਨੂੰ ਫੋਨ ਕਰਦਾ, ਭਾਈ ਸਾਹਿਬ ਜੀ ਮੇਰੇ ਪਿਤਾ ਜੀ ਬਹੁਤ ਸਖਤ ਬਿਮਾਰ ਨੇ, ਹਾਂਜੀ, ਤੇ ਅਸੀਂ ਤੁਹਾਡੇ ਉਦਣ ਆ ਨਹੀਂ ਸਕਦੇ, ਤੁਸੀਂ ਆਪਣਾ ਪ੍ਰਬੰਧ ਕਰ ਲਓ। ਇਹ ਮੇਰੇ ਬਿਲਕੁਲ ਉੱਥੇ ਬੈਠੇ ਦੇ ਮੈਂ ਸੁਣਦਾ ਰਿਹਾ ਜੀ ਸਾਰੀ ਗੱਲ ਜੀ। ਹੁਣ ਵੇਖੋ ਕੀਰਤਨ ਕਰਨਾ ਕਿੱਡਾ ਧਰਮ ਦਾ ਕੰਮ ਆ ਜੀ, ਕਿੱਡਾ ਮਹਾਨ ਹੈ ਜੀ। ਪਰ ਮਾਇਆ ਦੇ ਲਾਲਚ ਵਿੱਚ ਆ ਕੇ ਕੀਰਤਨੀਆਂ ਕਿੱਡਾ ਵੱਡਾ ਵੇਖੋ ਝੂਠ ਬੋਲ ਰਿਹਾ, ਤੇ ਪਿਓ ਦੀ ਜਾਨ ਫਸਾਉਣ ਡਿਆ ਆਪਣੇ ਦੀ ਜੀ। ਜੇ ਤੇਰੀ ਗੱਲ ਸੱਚੀ ਹੋ ਜੇ ਤੇ ਬੁੱਢੜਾ ਤੇ ਮਾਰਿਆ ਗਿਆ ਨਾ ਜੀ, ਹਾਂਜੀ, ਬੁੱਢੜਾ ਤੇ ਉਹਨੂੰ ਕਿਉਂ ਗਰੀਬ ਨੂੰ ਫਸਾਉਣਾ? ਜੇ ਤੂੰ ਝੂਠ ਬੋਲਣਾ ਆਪਣੇ ਬਲਬੂਤੇ ਤੇ ਬੋਲ। ਬੁੱਢੇ ਨੇ ਤੇਰਾ ਕੀ ਵਿਗਾੜਿਆ? ਨਾਲੇ ਤੈਨੂੰ ਜੰਮਿਆ ਪਾਲਿਆ ਪੜਾਇਆ, ਨਾਲੇ ਉਹਦਾ ਸਿਰ ਦੇਣ ਡਿਆ ਵੇਲਣੇ 'ਚ ਵਿਚਾਰੇ ਦਾ, ਹਾਂਜੀ। ਲਓ ਜੀ ਉਧਰ ਜਵਾਬ ਦੇ ਕੇ ਤੇ 3100 ਵਾਲੇ ਨਾਲ ਹਾਂ ਹੋ ਗਈ ਜੀ। ਇਹ ਕੋਈ ਧਰਮ ਦਾ ਕੰਮ ਨਹੀਂ ਹੈਗਾ ਜੀ, ਧਰਮ ਦਾ ਕੰਮ ਨਹੀਂ। ਭਾਈ ਲਾਲੋ ਜੀ ਭਾਵੇਂ ਲੱਕੜਾਂ ਦਾ ਕੰਮ ਕਰਦੇ ਨੇ ਜੀ, ਬੂਹੇ ਬਾਰੀਆਂ ਬਣਾਉਂਦੇ ਨੇ, ਕਿੱਲੇ ਕੱਢਦੇ ਨੇ ਜੀ, ਹੋਰ ਜੋ ਵੀ ਕੋਈ ਲੱਕੜੀ ਦਾ ਕੰਮ ਕਰਨ ਵਾਲਾ ਉਹ ਕਰਦੇ ਨੇ, ਪਰ ਨੇਕ ਨੀਤੀ ਨਾਲ ਕਰਦੇ ਨੇ, ਸ਼ੁੱਧ ਨੀਤੀ ਨਾਲ ਕਰਦੇ ਨੇ ਜੀ। 10-9 ਦੀ ਕਿਰਤ ਕਰਦੇ ਨੇ, ਧੋਖਾ ਨਹੀਂ ਕਰਦੇ ਕਿਸੇ ਨਾਲ ਜੀ। ਤੇ ਹਿਰਦੇ ਦੀ ਅੰਦਰ ਦੀ ਪਵਿੱਤਰਤਾ ਹੈ। ਸਿਮਰਨ ਵਾਲੇ ਨੇ, ਬੰਦਗੀ ਵਾਲੇ ਨੇ, ਫਿਰ ਉਹਨਾਂ ਦੀ ਕਮਾਈ ਦੇ ਵਿੱਚ ਪਰਮੇਸ਼ਰ ਦੀ ਮਿਹਰ ਤੇ ਹੋਣੀ, ਰੱਬ ਦੀ ਮਿਹਰ ਤੇ ਹੋਣੀ ਹੈ ਜੀ। ਤੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਮਰਦਾਨੇ ਖਾ ਕੇ ਤੇ ਵੇਖ ਕੀ ਸੋਚਣ ਲੱਗ ਪਿਆ, ਖਾ। ਜਦੋਂ ਬੁਰਕੀ ਦਿੱਤੀ ਤੇ ਭਾਈ ਮਰਦਾਨੇ ਨੇ ਖਾਧੀ। ਸੱਚੇ ਪਾਤਸ਼ਾਹ ਸੁਣਿਆ ਅੰਮ੍ਰਿਤ ਬਾਰੇ, ਪਰ ਮੈਂ ਕਦੇ ਖਾਧਾ ਨਹੀਂ। ਇਸ ਰੋਟੀ ਵਿੱਚੋਂ ਮੈਨੂੰ ਅੰਮ੍ਰਿਤ ਦਾ ਸਵਾਦ ਆਇਆ, ਭਾਈ ਮਰਦਾਨਾ ਜੀ ਕਹਿੰਦੇ। ਤੇ ਭਾਈ ਲਾਲੋ ਜੀ ਲਾਗੇ ਖੜੇ ਹੱਥ ਜੋੜ ਕੇ ਕਹਿੰਦੇ ਸੱਚੇ ਪਾਤਸ਼ਾਹ ਇਹ ਤੇ ਤੁਹਾਡੀ ਵੱਡਿਆਂ ਦੀ ਵਡਿਆਈ ਹੈ। ਮੈਂ ਤੇ ਰੁੱਖਾ ਮਿੱਸਾ ਹੀ ਤੁਹਾਡੇ ਅੱਗੇ ਲਿਆ ਕੇ ਰੱਖਿਆ, ਮੈਂ ਤੇ ਗਰੀਬ ਆਦਮੀ ਹੈਗਾ ਹਾਂ, ਰੁੱਖਾ ਮਿੱਸਾ ਤੁਹਾਡੇ ਅੱਗੇ ਰੱਖ ਦਿੱਤਾ। ਇਹ ਤੁਹਾਡੀ ਵੱਡਿਆਂ ਦੀ ਵਡਿਆਈ ਆ, ਜਿਹੜਾ ਤੁਸੀਂ ਇੰਨਾ ਚੰਗਾ ਕਹਿ ਰਹੇ ਹੋ, ਇੰਨਾ ਵਧੀਆ ਕਹਿ ਰਹੇ ਹੋ, ਇਹ ਤੁਹਾਡੀ ਵਡਿਆਈ ਹੈ, ਇਹ ਤੁਹਾਡਾ ਵੱਡਾਪਨ ਹੈ ਸੱਚੇ ਪਾਤਸ਼ਾਹ। ਭਾਉ ਪੁਰਖ ਮੈਂ ਦੇਖਤ ਹਿਤ ਕਰ। ਮਹਾਰਾਜ ਤੁਹਾਡਾ ਸੁਭਾਅ ਹੈ, ਤੁਸੀਂ ਬੰਦੇ ਦਾ ਪ੍ਰੇਮ ਵੇਂਦੇ ਜੇ, ਪ੍ਰੇਮ ਉਹਦੀ ਭਾਵਨਾ ਵੇਂਦੇ ਜੇ, ਇਹ ਤੁਹਾਡੀ ਵਡਿਆਈ ਹੈ ਸੱਚੇ ਪਾਤਸ਼ਾਹ। ਅਸਨ ਵਿਚਾਰ ਨ ਕਾਈ। ਖਾਣ ਪੀਣ ਦੀ ਤੇ ਤੁਹਾਨੂੰ ਸੱਚੇ ਪਾਤਸ਼ਾਹ ਭੁੱਖ ਹੀ ਕੋਈ ਨਹੀਂ ਹੈਗੀ ਮਹਾਰਾਜ। ਇਹ ਭੋਜਨ ਬਾਰੇ ਤੇ ਤੁਹਾਡੀ ਵਿਚਾਰ ਹੀ ਕੋਈ ਨਹੀਂ ਹੈਗੀ, ਇਹ ਤੇ ਤੁਹਾਡੀ ਵਡਿਆਈ ਆ। ਗਰੀਬਾਂ ਨੂੰ ਮਾਣ ਦਿੰਦੇ ਜੇ। ਦੋਹਰਾ
ਭਾਜੀ ਲੀਨੀ ਬਿਦਰ ਕੀ ਦੁਰਜੋਧਨ ਤਜ ਰਾਜ। ਦੁਰਜੋਧਨ ਨੇ ਕ੍ਰਿਸ਼ਨ ਭਗਵਾਨ ਨੂੰ ਸੱਦਿਆ। ਦੁਰਜੋਧਨ ਹਿੰਦੁਸਤਾਨ ਦਾ ਰਾਜਾ ਸੀ, ਬੜਾ ਵੱਡਾ, ਬੜੇ ਵੱਡੇ ਰਾਜ ਭਾਗ ਦਾ ਮਾਲਕ ਸੀ, ਪਰ ਹੈ ਹੰਕਾਰੀ ਸੀਗਾ ਜੀ ਉਹ। ਕ੍ਰਿਸ਼ਨ ਮਹਾਰਾਜ ਮੌਕੇ ਦੇ ਅਵਤਾਰ। ਇਹ ਭਾਈ ਲਾਲੋ ਜੀ ਮਹਾਰਾਜ ਨਾਲ ਸਾਂਝ ਕਰਦੇ ਬਚਨ ਦੀ। ਤੇ ਮਹਾਰਾਜ ਦੁਰਜੋਧਨ ਨੇ ਕ੍ਰਿਸ਼ਨ ਮਹਾਰਾਜ ਨੂੰ ਸੱਦਿਆ ਵੀ ਸਾਡੇ ਮਹਿਲਾਂ ਵਿੱਚ ਆਓ, ਅਸੀਂ ਰਾਜਸੀ ਤੌਰ ਤੇ ਤੁਹਾਡਾ ਸਨਮਾਨ ਕਰਨਾ ਚਾਹੁੰਦੇ ਹਾਂ ਤੇ ਤੁਹਾਡਾ ਭੋਜਨ ਪ੍ਰਸ਼ਾਦਾ ਕਰਨਾ ਚਾਹੁੰਦੇ ਹਾਂ ਜੀ। ਬੜਾ ਵੱਡਾ ਪ੍ਰਬੰਧ ਕੀਤਾ ਮਹਾਰਾਜ ਕ੍ਰਿਸ਼ਨ ਮਹਾਰਾਜ ਦੇ ਸਨਮਾਨ ਦਨ ਜੀ। ਬੜੇ ਵੱਡੇ ਅਹਿਲ ਕਰ ਖਲਿਆਰੇ, ਗਲ 'ਚ ਹਾਰ ਪਾਉਣ ਵਾਸਤੇ, ਸਵਾਗਤ ਕਰਨ ਲਈ ਬਹੁਤ ਅਨੇਕ ਪ੍ਰਕਾਰ ਦੇ ਭੋਜਨ, ਹਾਂਜੀ, ਰਾਜਸੀ ਠਾਠ ਵਾਠ ਅਨੁਸਾਰ ਤਿਆਰ ਕੀਤੇ ਵੀ ਕ੍ਰਿਸ਼ਨ ਮਹਾਰਾਜ ਦੀ ਬਹੁਤ ਸੇਵਾ ਕਰਨੀ ਆ। ਤੇ ਜਦੋਂ ਫਿਰ ਕ੍ਰਿਸ਼ਨ ਮਹਾਰਾਜ ਆਏ ਨਾ ਜੀ, ਤੇ ਉਸ ਵੇਲੇ ਪਰ ਅਸੀਂ ਜਦੋਂ ਆਪਣੇ ਗੁਰੂ ਜੀ ਦਾ ਨਾਮ ਲੈਣਾ, ਸਿਫਤਾਂ ਭਰਪੂਰ ਨਾਮ ਲੈਣਾ, ਸਤਿਕਾਰ ਨਾਲ ਨਾਮ ਲੈਣਾ, ਤਾਂ ਸਾਡੇ ਪੱਲੇ ਕੁਝ ਪਵੇਗਾ ਜੀ। ਪੁਰਾਤਨ ਸੌਣ ਵਾਸਤੇ ਕੋਈ ਉਹਦੇ ਕੋਲ ਬਹੁਤ ਵਧੀਆ ਪਲੰਘੇ ਨਹੀਂ ਸਨ, ਮਹਿੰਗੇ ਲੀੜੇ ਨਹੀਂ ਸਨ ਵਿਛਾਉਣ ਨੂੰ, ਹਾਂਜੀ, ਤੇ ਖਾਣ ਵਾਸਤੇ ਤੇ ਘਰ ਵਿੱਚ ਕੁਝ ਵੀ ਨਹੀਂ ਸੀ ਹੈਗਾ ਜੀ। ਤੇ ਕ੍ਰਿਸ਼ਨ ਮਹਾਰਾਜ ਦੁਰਜੋਧਨ ਦੇ ਘਰ ਨਾ ਗਏ ਤੇ ਬਿਦਰ ਦੀ ਝੁੱਗੀ ਵਿੱਚ ਚਲੇ ਗਏ ਜੀ, ਹਾਂਜੀ। ਉਹ ਉਡੀਕਦੇ ਉਧਰ ਗਏ ਹੀ ਨਾ ਜੀ। ਉਸ ਗਰੀਬ ਦੀ ਝੁੱਗੀ ਵਿੱਚ ਜਾ ਕੇ ਬੈਠ ਗਏ। ਤੇ ਉਹਦੇ ਘਰ ਵਾਲੀ ਨੇ ਸੋਚਿਆ ਵੀ ਹੁਣ ਕੀ ਖਵਾਈਏ ਪਈਏ, ਘਰ ਦੇ ਕੁਝ ਨਹੀਂ। ਘਾਹ ਬੂਟ ਜਿਹਾ ਤੋੜ ਕੇ ਲਿਆ ਕੇ ਜੀ ਉਹਨੇ ਰਿੰਨਿਆ ਸਾਗ ਬਣਾਇਆ ਜੀ। ਉਹਦੇ 'ਚ ਘਰ 'ਚ ਲੂਣ ਵੀ ਨਹੀਂ ਹੈਗਾ, ਘਰ ਲੂਣ ਨਹੀਂ ਸੀ ਹੈਗਾ ਸਾਗ 'ਚ ਪਾਉਣ ਨੂੰ ਜੀ, ਅਲੂਣਾ ਹੀ ਸਾਗ ਬਣਾਇਆ ਜੀ। ਕ੍ਰਿਸ਼ਨ ਮਹਾਰਾਜ ਨੂੰ ਛਕਾਇਆ ਤੇ ਮਹਾਰਾਜ ਕਹਿੰਦੇ ਨੇ, ਬਿਦਰ, ਇਹ ਜਿਹੜਾ ਸਾਗ ਹੈ ਤੇ ਐਂ ਲੱਗਦਾ ਜਿੱਦਾਂ ਖੀਰ ਹੁੰਦੀ ਹੈ ਜੀ, ਖੀਰ। ਹੁਣ ਵੇਖੋ, ਸਾਗ ਸਾਗ ਹੁੰਦਾ, ਖੀਰ ਖੀਰ ਹੁੰਦੀ, ਬੜਾ ਫਰਕ ਹੈ ਜੀ। ਕਹਿਣ ਲੱਗੇ ਖੀਰ ਵਾਂਗੂ ਸਵਾਦ ਆਉਂਦਾ। ਆ ਜਿਹੜਾ ਤੇਰਾ ਪਾਣੀ ਆ ਨਾ, ਐਂ ਲੱਗਦਾ ਜਿਸ ਤਰ੍ਹਾਂ ਦੁੱਧ ਪੀਣ ਡਏ ਨੇ। ਵੇਖੋ ਪ੍ਰੇਮ ਦੀਆਂ ਗੱਲਾਂ ਜੀ, ਚੰਗੀ ਕਿਰਤ ਦੀਆਂ ਗੱਲਾਂ, ਸ਼ਰਧਾ ਦੀਆਂ ਗੱਲਾਂ ਜੀ। ਤੇ ਜਦੋਂ ਫਿਰ ਮਹਾਰਾਜ ਉੱਥੇ ਨਾ ਗਏ, ਥੱਲੇ ਹੀ ਧਰਤੀ ਤੇ ਉਹਨਾਂ ਦੇ ਘਰ ਆਰਾਮ ਕੀਤਾ ਜੀ। ਦੁਰਜੋਧਨ ਨੂੰ ਪਤਾ ਲੱਗਾ, ਉਹਨੇ ਬੜਾ ਗੁੱਸਾ ਕੀਤਾ ਜੀ। ਭਾਈ ਗੁਰਦਾਸ ਜੀ ਲਿਖਦੇ ਨੇ, ਆਇਆ ਸੁਣਿਆ ਬਿਦਰ ਦੇ, ਦੁਰਜੋਧਨ ਬੋਲੇ ਹੋਏ ਰੁੱਖਾ, ਘਰ ਅਸਾਡੇ ਛੱਡ ਕੇ ਗੋਲੇ ਦੇ ਘਰ ਜਾਏ ਕੇ ਸੁੱਖਾ, ਝੁੰਗੀ ਜਾਏ ਵਿਲੋਇਨ ਸਭਨਾ ਦੇ ਜੀ ਅੰਦਰ ਧੁੱਖਾ। ਤੇ ਭਗਵਾਨ ਕ੍ਰਿਸ਼ਨ ਜੀ ਨੂੰ ਉਹ ਕਹਿੰਦਾ, ਤੁਹਾਂ ਤੇ ਸਾਡੇ ਦਿਲ ਸਾੜ ਕੱਤੇ, ਕਹਿੰਦਾ ਅਸੀਂ ਤੁਹਾਨੂੰ ਸੱਦਿਆ ਇੰਨੇ ਚਾਅ ਦੇ ਨਾਲ, ਉਹਦੇ ਗਰੀਬੜੇ ਜਿਹਦੇ ਗੋਲੇ ਦੇ ਨੌਕਰ ਦੇ ਘਰ ਜਾ ਕੇ ਤੁਸੀਂ ਉੱਥੇ ਬਹਿ ਗਏ ਹੈ। ਤੇ ਉੱਥੇ ਫਿਰ ਭਾਈ ਗੁਰਦਾਸ ਜੀ ਲਿਖਦੇ ਨੇ, ਜਦੋਂ ਵੇਖੋ ਵੱਡਿਆਂ ਦੀ ਕਿੱਡੀ ਵੱਡੀ ਗੱਲ ਹੈਗੀ ਜੀ। ਜਿੰਨਾ ਚਿਰ ਦੁਰਜੋਧਨ ਬੋਲਦਾ ਰਿਹਾ, ਬਕਵਾਸ ਕਰਦਾ ਰਿਹਾ, ਕ੍ਰਿਸ਼ਨ ਮਹਾਰਾਜ ਬੋਲੇ ਹੀ ਨਹੀਂ ਜੀ। ਉਹਨਾਂ ਚਿਰ ਬੋਲੇ ਹੀ ਨਹੀਂ, ਉਹਨੂੰ ਬੋਲਣ ਦਿੱਤਾ ਜੀ। ਇਹ ਵੀ ਵੱਡਿਆਂ ਦੀ ਨਿਸ਼ਾਨੀ ਜੇ, ਵੀ ਕੋਈ ਗਲਤ ਬੋਲਦਾ ਬੋਲੀ ਜਾਵੇ, ਕਿੰਨਾ ਕੁ ਚਿਰ ਬੋਲੇਗਾ ਜੀ ਉਹ। ਜਦੋਂ ਬੋਲ ਕੇ ਥੱਕ ਗਿਆ ਨਾ ਜੀ, ਤੇ ਕ੍ਰਿਸ਼ਨ ਮਹਾਰਾਜ ਨੇ ਗੁੱਸਾ ਨਹੀਂ ਕੀਤਾ ਜੀ। ਭਾਈ ਗੁਰਦਾਸ ਜੀ ਕਹਿੰਦੇ, ਹੱਸ ਬੋਲੇ ਭਗਵਾਨ ਜੀ। ਉਹ ਤੇ ਮੱਥੇ ਤੇ ਤਿਉੜੀਆਂ ਪਾ ਕੇ ਤੇ ਗੁੱਸੇ ਦਾ ਭਰਿਆ ਬੋਲਦਾ ਜੀ, ਤੇ ਭਗਵਾਨ ਜੀ ਹੱਸ ਕੇ ਬੋਲੇ ਜੀ। ਹੱਸ ਬੋਲੇ ਭਗਵਾਨ ਜੀ, ਸੁਣ ਹੋ ਰਾਜਾ ਹੋਏ ਸਨਮੁਖਾ, ਤੇਰੇ ਭਾਉ ਨਾ ਦਿਸਈ, ਮੇਰੇ ਅਪਦਾ ਨਾਹੀ ਦੁੱਖਾ। ਕਹਿਣ ਲੱਗਾ, ਦੁਰਜੋਧਨਾ, ਮੇਰਾ ਕੋਈ ਤੇਰੇ ਨਾਲ ਦੁੱਖ ਨਹੀਂ ਹੈਗਾ, ਮੈਂ ਤੈਨੂੰ ਸਾੜਨ ਵਾਸਤੇ ਨਹੀਂ ਸੀ ਆਇਆ, ਦੁੱਖ ਦੇਣ ਨਹੀਂ ਸੀ ਆਇਆ, ਮੈਂ ਕਰਾਂ ਕੀ, ਤੇਰੇ ਅੰਦਰ ਪ੍ਰੇਮ ਹੀ ਨਹੀਂ ਹੈਗਾ। ਕਹਿਣ ਲੱਗੇ, ਉਹ ਭਾਵੇਂ ਗਰੀਬ ਹੈ ਪਰ ਉਹਦੇ ਅੰਦਰ ਪ੍ਰੇਮ ਹੈ, ਉਹਦੇ ਅੰਦਰ ਭਾਵਨਾ ਹੈ, ਸ਼ਰਧਾ ਹੈ, ਉਹਦੇ ਅੰਦਰ ਨਿਮਰਤਾ ਹੈ। ਉਹਦਾ ਪ੍ਰੇਮ ਤੇ ਉਹਦੀ ਨਿਮਰਤਾ ਮੈਨੂੰ ਖਿੱਚ ਕੇ ਲੈ ਗਏ, ਤੇਰੇ ਹੰਕਾਰ ਵਾਲੇ ਪਾਸੇ ਆਉਣ ਨੂੰ ਜੀ ਨਹੀਂ ਕੀਤਾ। ਕਹਿਣ ਲੱਗੇ, ਹੋ ਸਾਡਾ ਕੋਈ ਦੁੱਖ ਤੇ ਨਹੀਂ ਤੇਰੇ ਨਾਲ। ਭਾਈ ਲਾਲੋ ਜੀ ਹੱਥ ਜੋੜ ਕੇ ਕਹਿੰਦੇ, ਸੱਚੇ ਪਾਤਸ਼ਾਹ,
ਇਹ ਤੇ ਵੱਡਿਆਂ ਦੀ ਵਡਿਆਈ ਆ। ਉੱਥੇ ਗਰੀਬ ਬਿਦਰ ਦੇ ਘਰ ਜਾ ਕੇ ਮੌਕੇ ਦੇ ਅਵਤਾਰ ਕ੍ਰਿਸ਼ਨ ਭਗਵਾਨ ਥੱਲੇ ਬਹਿ ਗਏ, ਅਲੂਣਾ ਸਾਗ ਖਾਧਾ ਉਹਨਾਂ ਦਾ। ਹਾਂਜੀ, ਉੱਥੇ ਕੋਈ ਸੁਖ ਰਾਮ ਨਹੀਂ ਤੇ ਖੁਸ਼ ਰਹਿ। ਜਿੱਧਰ ਰਾਜੇ ਮਹਾਰਾਜੇ ਸੱਦਦੇ ਰਹੇ ਉੱਧਰ ਗਏ ਹੀ ਨਾ। ਤੇ ਮਹਾਰਾਜ ਤੁਹਾਡੀ ਵਡਿਆਈ ਆ ਜਿਹਨੂੰ ਤੁਸੀਂ ਦਿੰਦੇ ਆ। ਦਿਜਬਰ ਕੇ ਤੰਦੁਲ ਲਏ ਬਿਰਧ ਗਰੀਬ ਨਿਵਾਜ। ਇਸੇ ਭਾਈ ਲਾਲੋ ਛੇਤੀ ਨਾਲ ਘਰੋਂ ਮੰਜਾ ਲੈਣ ਗਿਆ, ਬਿਸਤਰਾ ਲੈਣ ਗਿਆ, ਮਾਰੇ ਨੂੰ ਪਲੰਘਾ ਢਾ ਕੇ ਬਿਠਾਉਣਾ। ਤੇ ਭਾਈ ਮਰਦਾਨਾ ਜੀ ਕਹਿੰਦੇ ਸੱਚੇ ਪਾਤਸ਼ਾਹ, ਇਹਦਾ ਅਰਥ ਇਹ ਹੈ ਭਈ ਸੁਦਾਮੇ ਨੇ, ਹਾਂਜੀ ਇੱਥੇ ਹੁਣ ਸਾਰੀ ਗੱਲ ਕਰਨੀ ਪੈਗੀ ਵੀ ਇਹ ਗੱਲ ਕੀ ਹੈਗੀ ਆ। ਇਹ ਬਚਪਨ ਦਾ ਮਿੱਤਰ ਸੀ ਕ੍ਰਿਸ਼ਨ ਭਗਵਾਨ ਦਾ, ਸੁਦਾਮਾ ਜੀ। ਹਾਂਜੀ, ਇਹ ਦੋਵੇਂ ਜਣੇ, ਇਹਨਾਂ ਦੇ ਗੁਰੂ ਨੇ ਇਹਨਾਂ ਨੂੰ ਲੱਕੜਾਂ ਲੈਣ ਭੇਜਿਆ। ਠੰਡ ਦੇ ਮੌਸਮ ਸੀ ਤੇ ਉਹਨੇ ਛੋਲੇ ਸੁਦਾਮੇ ਨੂੰ ਦੇ ਦਿੱਤੇ, ਛੋਲੇ ਪੱਲੇ ਬੰਨ੍ਹਤੇ ਵੀ ਜਿੱਥੇ ਭੁੱਖ ਲੱਗੀ ਤਾਂ ਉੱਥੇ ਚੱਬ ਲਿਓ। ਤੁਹਾਂ ਬਹੁਤਿਆਂ ਪੜ੍ਹੀ ਹੋਣੀ ਕਹਾਣੀ, ਹੈ ਕਿਤਾਬਾਂ 'ਚ ਲਿਖੀ ਸੀ। ਤੇ ਉਹ ਉੱਤੋਂ ਟਾਹਣੀਆਂ ਤੋੜ ਤੋੜ ਕੇ ਸੁੱਟਦਾ ਸੀ ਸੁਦਾਮਾ ਜੀ, ਤੇ ਕ੍ਰਿਸ਼ਨ ਮਹਾਰਾਜ ਥੱਲੇ ਇਕੱਠੀਆਂ ਕਰਦੇ ਸੀ। ਤੇ ਉਹ ਉਧਰੋਂ ਠੱਠਾ ਹਨੇਰੀ ਵਗੀ ਜੀ, ਹਾਂਜੀ ਥੋੜਾ ਕੰਮ ਰੁਕਿਆ ਤਾਂ ਉੱਤੇ ਬੈਠਾ ਛੋਲੇ ਚੱਬਣ ਲੱਗ ਪਿਆ ਜੀ। ਜਦੋਂ ਛੋਲੇ ਚੱਬਣ ਦੀ ਆਵਾਜ਼ ਆਈ ਤੇ ਕ੍ਰਿਸ਼ਨ ਮਹਾਰਾਜ ਕਹਿੰਦੇ ਸੁਦਾਮਿਆ ਕੀ ਖਾਣਾ। ਤੇ ਸੁਦਾਮੇ ਦੇ ਮਨ 'ਚ ਆ ਗਈ ਖੋਟ ਕਿ ਜੇ ਮੈਂ ਦੱਸ ਦਿੱਤਾ ਤੇ ਅੱਧੇ ਛੋਲੇ ਇਹਨਾਂ ਦੇ ਤੇ ਅੱਧੇ ਮੇਰੇ ਰਹਿ ਜਾਣੇ ਤੇ ਮੇਰੇ ਪੱਲੇ ਕੁਝ ਨਹੀਂ ਪੈਣਾ ਜੀ। ਜਦੋਂ ਕਿਸੇ ਦੇ ਅੰਦਰ ਭੁੱਖ ਵੜ ਜੇ ਨਾ ਜੀ, ਭਾਵੇਂ ਜਿੰਨਾ ਕੁਝ ਮਰਜ਼ੀ ਹੋਵੇ ਫਿਰ ਵੀ ਥੋੜਾ ਹੀ ਹੁੰਦਾ ਜੀ। ਭੁੱਖਿਆ ਭੁੱਖ ਨਾ ਉਤਰੀ ਜੇ ਬੰਨਾ ਪੁਰੀਆਂ ਪਾਰ। ਭੁੱਖਿਆ ਭੁੱਖ ਨਾ ਉਤਰਿਆ, ਬੋਲੋ ਪੰਗਤੀ। ਹਾਂਜੀ, ਹਾਂ, ਭੁੱਖਿਆ ਭੁੱਖ ਨਾ ਉਤਰੈ ਜੇ ਬੰਨਾ ਪੁਰੀਆਂ ਭਾਰ। ਪੁੱਛਿਆ, ਉਹ ਕਹਿੰਦਾ ਜੀ ਖਾਣਾ ਖੋਣਾ ਕੀ ਆ, ਠੰਡ ਬੜੀ ਆ ਤੇ ਦੰਦਾਂ ਨਾਲ ਦੰਦ ਵੱਜਣ ਡੇ। ਕਹਿੰਦਾ ਖਾਣਾ ਕੀ ਹੈ? ਕਹਿੰਦਾ ਦੰਦੋਂ ਡਿੱਕਾ ਵੱਜਣ ਡਿਆ। ਕਹਿੰਦਾ ਮੈਂ ਹੋਰ ਕੀ ਖਾਣਾ। ਹਾਂਜੀ, ਉਹ ਮੁੜ ਕੇ ਫੇਰ ਥੋੜੇ ਚਿਰ ਬਾਅਦ ਮੁੱਠ ਕੱਢੀ ਜੇਬ ਚੋਂ ਤੇ ਫੇਰ ਚੱਬਣ ਲੱਗ ਪਿਆ ਜੀ। ਫੇਰ ਖੜਕਾ ਆਵੇ ਥੱਲੇ ਜੀ। ਕਹਿੰਦਾ ਕੀ ਖਾਣਾ ਸੁਦਾਮਿਆ, ਕੀ ਖਾਣਾ? ਕਹਿੰਦਾ ਜੀ ਤੁਹਾਨੂੰ ਅੱਗੇ ਆਖਿਆ ਠੰਡ ਬੜੀ, ਠੰਡੀ ਹਵਾ ਵਗਣੀ, ਦੰਦਾਂ ਨਾਲ ਦੰਦ ਵੱਜਣ ਡੇ, ਖਾਣਾ ਮੈਂ ਕੀ ਕਹਿੰਦਾ। ਹਾਂਜੀ, ਹੁਣ ਰਿਆ ਵੀ ਨਾ ਜਾਵੇ, ਜੇਬ 'ਚ ਛੋਲੇ ਕਿੱਥੇ ਛੱਡਣ ਨੂੰ ਜੀ ਕਰੇ ਜੀ। ਜਦੋਂ ਤੀਜਾ ਫੱਕਾ ਮਾਰਿਆ ਨਾ ਤੇ ਖੜਕਾ ਫੇਰ ਥੱਲੇ ਆਇਆ। ਫੇਰ ਪੁੱਛਿਆ ਭਗਵਾਨ ਹੋਣਾ ਨੇ, ਉਹ ਸੁਦਾਮੇ ਕੁਝ ਤੇ ਤੂੰ ਖਾ ਨਹੀਂ ਡਿਆ। ਕਹਿੰਦਾ ਚੰਗੇ ਤੁਸੀਂ ਜੀ, ਆਪਾਂ ਸੱਜਣ ਮਿੱਤਰ ਇਕੱਠੇ ਰਹਿਣ, ਮੈਂ ਲੁਕੋ ਕੇ ਖਾਣਾ ਤੁਹਾਡੇ ਤੋਂ ਕੁਝ। ਜਿਹੜਾ ਬੰਦਾ ਹੇਰਾ ਫੇਰੀ ਵਾਲਾ ਉਹਨੂੰ ਗੱਲਾਂ ਬੜੀਆਂ ਆਉਂਦੀਆਂ ਜੀ। ਹਾਂਜੀ, ਹੇਰਾ ਫੇਰੀ ਨਾਲ ਹੀ ਗੱਲਾਂ ਜ਼ਿਆਦਾ ਕਰਨਾ, ਮਤਲਬ ਇਹ ਵੀ ਹੇਰਾ ਫੇਰੀ ਕਰਨੀ ਹੈ। ਹਾਂਜੀ, ਕਹਿੰਦਾ ਜੀ ਤੁਹਾਨੂੰ ਅੱਗੇ ਆਖਿਆ, ਹਾਂਜੀ ਮੈਂ ਦੱਸੋ ਤੁਹਾਡੇ ਕੋਲ ਲੁਕੋ ਕੇ ਖਾਣਾ ਕੁਝ। ਠੰਡ ਬੜੀ ਆ ਤੇ ਦੰਦਾਂ ਨਾਲ ਦੰਦ ਵੱਜਣ ਡਿਆ। ਕਿ ਕ੍ਰਿਸ਼ਨ ਭਗਵਾਨ ਨੂੰ ਪਤਾ ਹੈ ਵੀ ਛੋਲੇ ਇਹਨੂੰ ਮਿਲੇ ਆ ਜੀ। ਕਹਿਣ ਲੱਗੇ ਮੁੱਠ ਛੋਲਿਆਂ ਬਦਲੇ ਦਲਿਦਰੀਆ ਝੂਠ ਬੋਲਣ ਡਿਆ ਹੈ, ਸੱਜਣ ਮਾਰ ਕਰਨ ਡਿਆ। ਗੁਰੂ ਨੇ ਦਿੱਤਾ ਵੀ ਰਲ ਕੇ ਦੋਵੇਂ ਜਣੇ ਖਾ ਲਿਓ ਤੇ ਬਾਰ-ਬਾਰ ਝੂਠ ਬੋਲਿਆ ਦਲਿਦਰੀਆ। ਮੌਕੇ ਦੇ ਉਤਾਰ ਸੀ, ਮੂੰਹੋਂ ਗੱਲ ਨਿਕਲੀ, ਸੁਦਾਮਾ ਦਲਿਦਰੀ ਹੋ ਗਿਆ ਜੀ। ਦਲਿਦਰੀ ਦਾ ਭਾਵ ਭੁੱਖਾ ਨੰਗਾ, ਜਿਹਦੇ ਪੱਲੇ ਕੁਝ ਨਹੀਂ ਹੈਗਾ ਤੇ ਕੁਝ ਕਰਨ ਜੋਗਾ ਵੀ ਨਹੀਂ। ਹਾਂਜੀ, ਬੜੀ ਬੁਰੀ ਹਾਲਤ ਘਰ ਦੀ ਹੋਈ। ਤੇ ਘਰ ਵਾਲੀ ਨੂੰ ਸੁਣਾਇਆ ਕਰੇ, ਮੇਰਾ ਭਗਵਾਨ ਕ੍ਰਿਸ਼ਨ ਯਾਰ, ਅਸੀਂ ਇਕੱਠੇ ਰਹਿੰਦੇ ਰਹੇ ਹਾਂ, ਤੇ ਆਪਣੀ ਬਹਾਦਰੀ ਨਾ ਦੱਸੇ ਵੀ ਮੈਂ ਕੀ ਕੀਤਾ ਸੀਗਾ। ਇਹ ਨਾ ਦੱਸੇ, ਇਹ ਜ਼ਰੂਰ ਦੱਸੇ ਵੀ ਅਸੀਂ ਇਕੱਠੇ ਪੜ੍ਹਦੇ ਰਹੇ ਹਾਂ। ਹਾਂਜੀ, ਉਦੋਂ ਦਵਾਰਕਾਪੁਰੀ ਦੇ ਉਹ ਮਹਾਰਾਜੇ ਸਨ ਜੀ। ਬੜਾ ਤੇਜ ਪ੍ਰਤਾਪ ਸੀ ਕ੍ਰਿਸ਼ਨ ਮਹਾਰਾਜ ਦਾ। ਉਹਨੇ ਫਿਰ ਆਖਣਾ ਵੀ ਤੂੰ ਭਲਿਆ ਲੋਕਾ, ਜੇ ਤੇਰਾ ਕ੍ਰਿਸ਼ਨ ਮਹਾਰਾਜ ਯਾਰ ਹੈ, ਮਿੱਤਰ ਹੈ ਤੇਰਾ ਬਚਪਨ ਦਾ, ਤੁਸੀਂ ਇਕੱਠੇ ਪੜ੍ਹੇ ਤੇ ਕਾਬਾ ਭੁੱਖੇ, ਜਿਹੜਾ ਨਾਮ ਨਹੀਂ ਜਾਣਦਾ, ਜਿਹਨੂੰ ਪਤਾ ਹੀ ਨਹੀਂ ਕੌਣ ਆ ਤੇ ਕਿੱਥੋਂ ਦੇ ਰਹਿਣ ਵਾਲੇ ਹੈ। ਇਹ ਸੱਚੇ ਪਾਤਸ਼ਾਹ ਨੂੰ ਪਤਾ ਹੈ ਮੈਂ ਕੀ ਕਰਤੂਤ ਕੀਤੀ ਜੀ। ਉਹ ਗੱਲ ਸੁਣ ਕੇ ਆਲਾ ਟਾਲਾ ਕਰਿਆ ਕਰੇ, ਜਾਵੇ ਨਾ ਜੀ। ਇਹ ਭਾਈ ਗੁਰਦਾਸ ਜੀ ਕਹਿੰਦੇ ਲਾਗੂ ਹੋਈ ਬਾਹਮਣੀ, ਮਿਲ ਜਗਦੀਸ਼ ਦਲਿੱਦਰ ਗਵਾਏ। ਲਾਗੂ ਹੋਈ ਦਾ ਭਾਵ ਮਗਰ ਹੀ ਪੈ ਗਈ ਉਹਦੇ ਵੀ ਜਾ ਕੇ ਮਿਲ। ਆ ਦਲਿੱਦਰ ਸਾਡੇ ਘਰੋਂ ਨਿਕਲੇ। ਉਹ ਫਿਰ ਜਦੋਂ ਬਹੁਤਾ ਜ਼ਿਆਦਾ ਆਖਿਆ ਤੇ ਕੋਈ ਵਿਰਲਾ ਹੀ ਆ ਸੂਰਮਾ ਜਿਹੜਾ ਘਰ ਵਾਲੀ ਦੇ ਆਖੇ ਨਾ ਲੱਗੇ ਜੀ।
ਸਾਰਿਆਂ ਨੂੰ ਹੱਥ ਜੋੜ ਕੇ 7 ਵਚਨ ਕਰਨਾ ਹੀ ਪੈਂਦਾ, ਜਾਨ ਛਡਾਉਣੀ ਪੈਂਦੀ ਹੈ ਜੀ। ਹਾਂਜੀ, ਉਹ ਫਿਰ ਉਹਨੂੰ ਜਾਣਾ ਪਿਆ ਜੀ। ਤੇ ਜਾਣ ਲੱਗਿਆ ਨਾ ਜੀ, ਉਹਨੇ ਉਖਲੀ ਦੇ ਵਿੱਚ ਚੌਲ ਕੁੱਟ ਕੇ ਨਾ ਜੀ, ਹਾਂਜੀ, ਜਦੋਂ ਉਖਲੀ 'ਚ ਚੌਲ ਕੁੱਟੀਏ ਨਾ ਜੀ, ਪੁਰਾਣੇ ਜ਼ਮਾਨੇ ਦੀ ਗੱਲ ਆ, ਜਿਹੜੀ ਛਿੱਲ ਆ ਨਾ ਜੀ, ਉਖਲੀ 'ਚ ਪਾ ਕੇ ਕੁੱਟੀ ਤੇ ਫਿਰ ਛਿੱਲ ਲੈਂਦੀ, ਤੇ ਫਿਰ ਟੁੱਟਦੇ ਬੜੇ ਸੀ ਚੌਲ ਜੀ। ਹਾਂਜੀ, ਬਹੁਤ ਸਾਰੇ ਦੁਫਾੜ ਕਈ ਟੋਟੇ ਹੋ ਜਾਂਦੇ ਸੀਗੇ। ਉਹਨੇ ਉਖਲੀ 'ਚ ਪਾ ਕੇ ਕੁੱਟ ਕੇ ਛਿੱਲ ਉਡਾ ਕੇ ਦਾਣੇ ਵੱਖਰੇ ਕਰਕੇ ਦਿੱਤੇ, ਉਹਨੂੰ ਕਹਿੰਦੇ ਤੰਦੁਲ। ਤੰਦੁਲ ਉਹ ਸਦਾਮੇ ਨੂੰ ਦਿੱਤੇ ਵੀ ਲੈ, ਜਦੋਂ ਜਾਏਗਾ ਤੇ ਇਹ ਭੇਟਾ ਕਰੀ। ਹੁਣ ਅਸੀਂ ਗਰੀਬ ਹੈਗੇ, ਸਾਡੇ ਕੋਲ ਇਹੋ ਕੁਝ ਹੀ ਆ, ਇਹ ਭੇਟਾ ਕਰੇ। ਭਾਈ ਲਾਲੋ ਜੀ ਉਹ ਗੱਲ ਚੇਤੇ ਕਰਾ ਰਹੇ ਨੇ। ਤੇ ਜਦੋਂ ਫਿਰ ਗਿਆ ਜੀ, ਤੇ ਸਿੰਘ ਦੁਆਰ ਖਲੋਤਾ ਜਾਏ, ਜਿਹੜੀ ਉਹਨਾਂ ਦਾ ਮੁੱਖ ਗੇਟ ਸੀ ਨਾ, ਮੁੱਖ ਦਰਵਾਜ਼ਾ, ਉੱਥੇ ਖਲੋ ਗਿਆ। ਪਾਟੇ ਲੀੜੇ, ਪੈਰਾਂ ਦੀਆਂ ਵਿਆਹੀਆਂ ਪਾਟੀਆਂ, ਕਿੱਡੀ ਕਿੱਡੀ ਮੈਲ ਚੜੀ ਦਲਿੱਦਰ। ਤੇ ਜਦੋਂ ਪਹਿਰੇਦਾਰ ਨੂੰ ਆਖਿਆ, ਉਹਨੇ ਆਖਿਆ ਤੂੰ ਕੌਣ ਇੱਥੇ ਬੂਹੇ ਅੱਗੇ ਖੜਾ? ਕਹਿੰਦਾ ਮੈਂ ਕ੍ਰਿਸ਼ਨ ਮਹਾਰਾਜ ਦਾ ਯਾਰ ਮਿਲਣ ਆਇਆ, ਮੈਂ ਉਹਨਾਂ ਦਾ ਮਿੱਤਰ ਆ। ਉਹ ਕਹਿੰਦਾ ਆਪਣੀ ਬੂਥੀ ਤੇ ਵੇਖ ਜਾ ਕੇ, ਹੈ ਉਹ ਏਡੇ ਵੱਡੇ ਪਾਤਸ਼ਾਹ ਦੇ ਪਾਤਸ਼ਾਹ, ਹੈ ਤੇਰਾ ਦਿਮਾਗ ਠੀਕ ਆ? ਉਹਨੇ ਆਖਿਆ ਤੂੰ ਇੱਕ ਦੱਸ ਤੇ ਸਹੀ ਜਾ ਕੇ ਵੀ ਸੁਦਾਮਾ ਤੁਹਾਡਾ ਬਚਪਨ ਦਾ ਮਿੱਤਰ ਆਇਆ ਵਾ। ਉਹ ਮਾਰੇ ਦਬਕਾ, ਉਹ ਕੁਦਰਤੀ ਕ੍ਰਿਸ਼ਨ ਮਹਾਰਾਜ ਦੀ ਅੰਦਰੋਂ ਨਿਗਾਹ ਪੈ ਗਈ ਜੀ। ਹਾਂਜੀ, ਜਦੋਂ ਉਹਨਾਂ ਵੇਖਿਆ ਵੀ ਉਹ ਸੁਦਾਮਾ ਖੜਾ ਹੈ, ਛੇਤੀ ਨਾਲ ਤੁਸੀਂ ਸੁਣਿਆ ਨਾ ਕਈ ਵਾਰ, ਦੂਰੋਂ ਦੇਖ ਡੰਡੌਤ ਕਰ ਛੱਡ ਸਿੰਘਾਸਣ ਹਰ ਜੀ ਆਏ। ਜਦੋਂ ਵੇਖਿਆ ਉਹ ਮੇਰਾ ਬਚਪਨ ਦਾ ਮਿੱਤਰ, ਅਸੀਂ ਇਕੱਠੇ ਪੜ੍ਹਦੇ ਰਹੇ ਹਾਂ, ਗੁਰੂ ਕੋਲ ਔਗਣ ਦਾ ਤਾਂ ਚੇਤਾ ਹੀ ਨਹੀਂ ਰੱਖਿਆ। ਇਹ ਵੀ ਵੱਡਿਆਂ ਦੀ ਵਡਿਆਈ ਜੇ। ਹੌਲੇ ਬੰਦੇ ਜ਼ਿੰਦਗੀ ਭਰ ਕਿਸੇ ਦੀ ਭੁੱਲ ਜਿਹੜੀ ਉਹਨੂੰ ਭੁਲਾਉਂਦੇ ਹੀ ਨਹੀਂ ਜੀ, ਉਹੋ ਹੀ ਗੱਲਾਂ ਯਾਦ ਕਰੀ ਜਾਂਦੇ ਆ। ਪਰ ਜਿਹੜੇ ਵੱਡੇ ਹੁੰਦੇ ਨਾ, ਵੱਡੇ ਰੱਬ ਦੀ ਮਿਹਰ ਵਾਲੇ, ਔਗਣ ਨਹੀਂ ਚੇਤੇ ਰੱਖਦੇ ਕਿਸੇ ਦਾ। ਜਦੋਂ ਵੇਖਿਆ ਉਹ ਮੇਰਾ ਬਚਪਨ ਦਾ ਮਿੱਤਰ ਆ, ਇਹ ਗੁਰੂ ਜੀ ਕੋਲ ਇਕੱਠੇ ਰਹਿੰਦੇ, ਉੱਥੋਂ ਲੰਮੇ ਪੈ ਕੇ ਮੱਥਾ ਟੇਕਿਆ ਕ੍ਰਿਸ਼ਨ ਮਹਾਰਾਜ ਨੇ ਜੀ। ਦੂਰੋਂ ਦੇਖ ਡੰਡੌਤ ਕਰ, ਫਿਰ ਸਿੰਘਾਸਣ ਛੱਡ ਕੇ ਮਰਦਾਨੇ ਨੂੰ ਲੈਣ ਵਾਸਤੇ ਆਏ ਜੀ ਅੱਗੋਂ ਜੀ। ਤੇ ਫਿਰ ਹੋਰ ਕੀ ਕੀਤਾ ਜੀ, ਲਿਆ ਕੇ ਸਿੰਘਾਸਣ ਤੇ ਬਿਠਾਇਆ ਤੇ ਆਪਣੇ ਹੱਥੀਂ ਕ੍ਰਿਸ਼ਨ ਮਹਾਰਾਜ ਨੇ ਸੁਦਾਮੇ ਦੇ ਪੈਰ ਧੋਤੇ ਜੀ। ਪੈਰ ਧੋ ਕੇ ਸੁਦਾਮੇ ਦੇ ਪੈਰਾਂ ਦਾ ਪਾਣੀ ਪੀਤਾ ਕ੍ਰਿਸ਼ਨ ਮਹਾਰਾਜ ਨੇ। ਉਹ ਤੂੰ ਮੇਰਾ ਬਚਪਨ ਦਾ ਮਿੱਤਰ, ਆਪਾਂ ਇਕੱਠੇ ਰਹੇ ਹਾਂ ਗੁਰੂ ਜੀ ਦੇ ਕੋਲ, ਇਕੱਠੇ ਰਹੇ। ਭਾਈ ਲਾਲੋ ਜੀ ਕਹਿੰਦੇ ਮਹਾਰਾਜ ਤੁਹਾਡੀ ਵਡਿਆਈ ਹੈ, ਗਰੀਬਾਂ ਨੂੰ ਮਾਣ ਦੇਣਾ, ਨਿਮਾਣਿਆਂ ਨੂੰ ਮਾਣ ਦੇਣਾ, ਇਹ ਤੁਹਾਡਾ ਪੁਰਾਣਾ ਹੀ ਸੁਭਾਅ ਹੈਗਾ ਸੱਚੇ ਪਾਤਸ਼ਾਹ। ਤੇ ਫੇਰ ਨਾ ਜੀ ਬਿਠਾ ਕੇ ਉੱਪਰ ਪ੍ਰਕਰਮਾਂ ਕੀਤੀਆਂ ਜੀ ਸੁਦਾਮੇ ਦੀਆਂ ਜੀ, ਬਾਰ-ਬਾਰ ਮੱਥਾ ਟੇਕਿਆ। ਤੇ ਫਿਰ ਪਤਾ ਕੀ ਕਹਿੰਦੇ, ਕਹਿੰਦੇ ਸੁਦਾਮਾ ਜੀ, ਤੇ ਬੜੇ ਵੇਖੋ ਕਮਾਲ ਦੀਆਂ ਗੱਲਾਂ ਕਹਿਣ ਲੱਗੇ, ਭਾਬੀ ਨੇ ਕੁਝ ਖਾਣ ਪੀਣ ਨੂੰ ਨਹੀਂ ਭੇਜਿਆ? ਵੇਖੋ ਕਿੰਨਾ ਮਾਣ ਦਿੰਦੇ ਆ। ਹਾਂਜੀ, ਭਾਬੀ ਨੇ ਆਪਣਾ ਭਰਾ ਹੀ ਉਹਨੂੰ ਸਮਝਿਆ, ਭਾਬੀ ਨੇ ਕੋਈ ਸ਼ਕਲ ਨੂੰ ਨਹੀਂ ਭੇਜਿਆ। ਤੇ ਸੁਦਾਮਾ ਸੋਚੇ ਵੀ ਐਡੀ ਵੱਡੀ ਪਾਤਸ਼ਾਹੀ ਹੈ, ਸੋਨੇ ਦੇ ਮਹਿਲ, ਵੱਡੇ ਵੱਡੇ ਸਿੰਘਾਸਣ ਛਤਰ ਚੋਂ ਲੰਡੇ ਆ, ਤੇ ਜਦੋਂ ਮੈਂ ਟੁੱਟੇ ਜੇ ਚੌਲ ਅੱਗੇ ਕੀਤੇ ਤੇ ਬੜੀ ਸ਼ਰਮ ਵਾਲੀ ਗੱਲ ਹੈ। ਤੇ ਸੁਦਾਮਾ ਵਿਖਾਵੇ ਨਾ ਜੀ, ਉਹ ਪੱਲੇ ਬੱਧੇ ਧੋਤੀ ਦੇ ਜੀ। ਤੇ ਮਹਾਰਾਜ ਨੇ ਆਪ ਹੀ ਹੱਥ ਫੇਰਦਿਆਂ ਨਾ ਜੀ, ਉਹ ਗੁਠੜੀ ਜੀ ਬੱਧੀ ਵੇਖ ਲਈ ਜੀ। ਹਾਂਜੀ, ਆਪ ਹੀ ਉਹ ਖੋਲ ਕੇ ਨਾ ਜੀ, ਹਾਂਜੀ, ਮਾਰਿਆ ਫੱਕਾ, ਕਹਿਣ ਲੱਗੇ ਸੁਦਾਮੇ ਬੜਾ ਸਵਾਦ ਆਇਆ। ਅੱਜ ਇੱਕ ਵੱਖਰਾ ਹੀ ਆਨੰਦ ਆਇਆ ਨਾ, ਕੱਚੇ ਚੌਲ ਨਾਲੇ ਕੱਚੇ ਚੌਲ ਖਾਈ ਜਾਂਦੇ ਆ। ਬਸ ਇਹਨੇ ਸਾਡੇ ਦਰਸ਼ਨ ਕਰਨੇ ਸੀ ਤੇ ਅਸਾਂ ਇਹਨੂੰ ਵੇਖਣਾ ਸੀ। ਕਹਿਣ ਲੱਗੇ ਹੁਣੇ ਸਾਰੇ ਪਰਦੇ ਖੁੱਲ ਜਾਣੇ, ਵੇਖੀ ਤੋਂ। ਮਾਰੇ ਕਹਿੰਦੇ ਇਹਨੇ ਬ੍ਰਹਮ ਗਿਆਨੀ ਬਣ ਜਾਣਾ, ਇਹਨੇ ਬ੍ਰਹਮ ਗਿਆਨੀ। ਮੈਂ ਅਜੇ ਤੱਕ ਨਹੀਂ ਜ਼ਿੰਦਗੀ 'ਚ ਖਾਧੀ ਜਿੰਨੇ ਚੌਲ ਸਵਾਦ ਨੇ। ਕਹਿਣ ਲੱਗੇ ਆ ਤੰਦਲ ਟੁੱਟੇ ਭੱਜੇ ਜੇ ਕੱਚੇ ਚੌਲ ਜਿੰਨੇ ਸਵਾਦ ਆ। ਭਾਈ ਲਾਲੋ ਜੀ ਕਹਿੰਦੇ ਮਹਾਰਾਜ ਜੇ ਤੁਹਾਡਾ ਵੱਡਿਆਂ ਦਾ ਸੁਭਾਅ ਹੈ ਗਰੀਬਾਂ ਨੂੰ ਮਾਣ ਦੇਣਾ, ਨਿਮਾਣਿਆਂ ਨੂੰ ਮਾਣ ਦੇਣਾ, ਨਹੀਂ ਤੇ ਕੱਚੇ ਚੌਲ ਦੱਸੋ ਕੀ ਹੁੰਦੇ ਜੀ ਟੁੱਟੇ ਭੱਜੇ। ਤੇ ਭਾਈ ਉੱਥੇ ਸੁਦਾਮੇ ਨੂੰ ਮਹਾਰਾਜ ਨੇ ਆਪਣੇ ਰੱਖਿਆ ਕੋਲ, ਤੇ ਉੱਥੋਂ ਸਭ ਮਿਸਤਰੀ ਤੇ ਬੰਦੇ ਭੇਜ ਕੇ ਸੁਦਾਮੇ ਦੇ ਜਾਂਦਿਆਂ ਨੂੰ ਵੱਡੇ ਵੱਡੇ ਉਹਦੇ ਘਰ ਬਣਾ ਦਿੱਤੇ ਤੇ ਪਦਾਰਥਾਂ ਨਾਲ ਘਰ ਭਰ ਦਿੱਤੇ ਜੀ।
ਉਹ ਜਿਹੜਾ ਸਰਾਪ ਦਿੱਤਾ ਸੀ ਦਰਿਦਰਤਾ ਦਾ, ਉਹਦਾ ਮਾਫ ਕਰ ਦਿੱਤਾ ਜੀ ਮਹਾਰਾਜ ਨੇ ਜੀ। ਭਾਈ ਲਾਲੋ ਜੀ ਕਹਿੰਦੇ ਨੇ, ਸੁਣਿਓ ਜੀ। ਦਿਜਬਰ ਕੇ ਤੰਦੁਲ ਲਏ। ਦਿਜਬਰ ਕਹਿੰਦੇ ਬ੍ਰਾਹਮਣ ਨੂੰ, ਸਦਾਮਾ ਬ੍ਰਾਹਮਣ ਸੀ ਨਾ, ਬਾਹਮਣ। ਹਾਂਜੀ, ਭਾਈ ਲਾਲੋ ਜੀ ਕਹਿੰਦੇ ਮਹਾਰਾਜ ਕ੍ਰਿਸ਼ਨ ਮਹਾਰਾਜ ਨੇ ਦਿਜਬਰ ਕੇ ਤੰਦੁਲ ਲਏ, ਉਸ ਬਾਹਮਣ ਦੇ ਚੌਲ ਆਪ ਮੰਗ ਕੇ ਲਏ। ਬਿਰਧ ਗਰੀਬ ਨਿਵਾਜ। ਸੱਚੇ ਪਾਤਸ਼ਾਹ ਤੁਹਾਡਾ ਸੁਭਾਅ ਹੀ ਆ ਗਰੀਬਾਂ ਨੂੰ ਨਵਾਜਣਾ, ਇਹ ਤੁਹਾਡਾ ਸੁਭਾਅ ਹੈ ਸੱਚੇ ਪਾਤਸ਼ਾਹ। ਮੈਂ ਗਰੀਬ ਨੇ ਦੱਸੋ ਕੀ ਤੁਹਾਡੇ ਅੱਗੇ ਰੱਖਿਆ, ਰੁੱਖਾ ਮਿੱਸਾ ਜਿਹਾ ਭੋਜਨ ਪ੍ਰਸ਼ਾਦਾ, ਤੇ ਤੁਸੀਂ ਇੰਨਾ ਚੰਗਾ ਆਖਦੇ ਹੋ ਹੈ, ਇੰਨਾ ਸਲਾਹ ਸੱਚੇ ਪਾਤਸ਼ਾਹ ਦਾ ਸ਼ੁਕਰਾਨਾ ਕੀਤਾ। ਪਿਛਲੀ ਸਾਰੀ ਜਿਹੜੀ ਕਥਾ ਉਹ ਜੇ ਮੈਂ ਹੁਣ ਲਗਾਤਾਰ ਕਰਾਂ ਫਿਰ ਚਿਰ ਲੱਗੇਗਾ। ਉਹ ਸਾਰੀ ਤੁਸੀਂ 2 ਬੁੱਧਵਾਰਾਂ ਦੇ ਵਿੱਚ ਸਰਵਣ ਕੀਤੀ ਸੀ। ਤ੍ਰੇਤੇ ਯੁੱਗ ਦੀ ਗੱਲ ਹੈ। ਹਾਂਜੀ, ਭੀਲਣੀ ਜਿਹੜੀ ਹੈ ਇਹ ਗਰੀਬ ਪਰਿਵਾਰ ਦੀ ਲੜਕੀ ਸੀ ਤੇ ਰੰਗ ਰੂਪ ਬਹੁਤ ਕਾਲਾ ਸੀ, ਦੰਦ ਬੜੇ ਹੋਰ ਤਰ੍ਹਾਂ ਦੇ ਸਨ ਜੀ, ਸਰੀਰ ਮਧਰਾ ਸੀ। ਉਹਨਾਂ ਸਮਿਆਂ 'ਚ ਪਹਿਲਾਂ ਵੇਖਣ ਦਾ ਰਿਵਾਜ ਨਹੀਂ ਸੀ ਹੁੰਦਾ। ਜਦੋਂ ਸ਼ਾਦੀ ਹੋ ਗਈ, ਵਿਆਹ ਹੋ ਗਿਆ, ਡੋਲੇ ਵਿੱਚ ਬਿਠਾ ਕੇ ਲੈ ਕੇ ਜਾਣ ਡਏ ਆ, ਤੇ ਉਹਦੇ ਘਰ ਵਾਲੇ ਦੀ ਕੁਦਰਤੀ ਉਹਦੇ ਉੱਤੇ ਨਿਗਾਹ ਪੈ ਗਈ ਜੀ। ਜਦੋਂ ਉਹਦਾ ਰੰਗ ਰੂਪ ਵੇਖਿਆ ਤਾਂ ਉਹ ਤੇ ਉਹਦਾ ਮਨ ਜਿਹੜਾ ਸੀ ਚਲਾਏਮਾਨ ਹੋ ਗਿਆ। ਉਹਨੇ ਫਿਰ ਉਹਨਾਂ ਨੂੰ ਡੋਲਾ ਚੁੱਕਣ ਵਾਲਿਆਂ ਨੂੰ ਕਿਹਾ ਵੀ ਇਹਨੂੰ ਜੰਗਲ 'ਚ ਇੱਥੇ ਛੱਡ ਦਿਓ, ਮੈਂ ਘਰ ਨਹੀਂ ਲੈ ਕੇ ਜਾਣਾ, ਮੈਂ ਇਹੋ ਜਿਹੀ ਕਰੂਪ ਨੂੰ ਆਪਣੇ ਘਰ ਨਹੀਂ ਰੱਖਣਾ ਜੀ। ਹਾਂਜੀ, ਉੱਥੇ ਜੰਗਲ 'ਚ ਹੀ ਛੱਡ ਦਿੱਤਾ ਜੀ, ਤੋਂ ਅਬ ਘਰ ਨੂੰ ਚਲੇ ਗਏ ਜੀ। ਹੁਣ ਭੀਲਣੀ ਨੇ ਸੋਚਿਆ ਕਿ ਮੇਰੇ ਮਾਂ ਪਿਓ ਨੇ ਜੋ ਕਰਨਾ ਸੀ ਉਹ ਕਰ ਦਿੱਤਾ ਵਾ ਜੀ। ਉਹਨਾਂ ਦਾ ਫਰਜ਼ ਇਹ ਬਣਦਾ ਸੀ ਵੀ ਵਾਰ ਘਰ ਲੱਭ ਕੇ ਤੇ ਧੀ ਦੀ ਸ਼ਾਦੀ ਕਰ ਦੇਣੀ। ਉਹਨਾਂ ਨੇ ਘਰੋਂ ਮੈਨੂੰ ਤੋਰ ਦਿੱਤਾ ਏ, ਹੁਣ ਮੈਂ ਆਪਣੇ ਮਾਪਿਆਂ ਨੂੰ ਦੁੱਖ ਨਹੀਂ ਦੇਣਾ ਜਾ ਕੇ, ਉਹਨਾਂ ਦੇ ਬੂਹੇ ਤੇ ਨਹੀਂ ਸਾਰੀ ਉਮਰ ਬਹਿਣਾ ਵੀ ਉਹ ਰੋਂਦੇ ਰਹਿਣ। ਹੁਣ ਜਿਹੋ ਜਿਹੇ ਮੇਰੇ ਕਰਮ ਆ ਉਹ ਮੈਂ ਆਪਣੇ ਭੁਗਤਾਂਗੀ। ਇਹ ਫੈਸਲਾ ਕਰਕੇ ਉਹਨੇ ਖੋਜ ਕੀਤੀ, ਨੇੜੇ ਸੰਤਾਂ ਮਹਾਤਮਾ ਦੀਆਂ ਕੁਟੀਆਂ ਸੀ, ਉੱਥੇ ਉਹਨੇ ਝਾੜੂ ਫੇਰਨਾ ਜੀ, ਸਫਾਈ ਕਰਨੀ। ਉਹਨਾਂ ਮਹਾਤਮਾ ਨੇ ਕਿਹਾ ਤੂੰ ਨੀਚ ਹੈਗੀ, ਸਾਡੇ ਮੱਥੇ ਨਾ ਲੱਗਿਆ ਕਰ। ਉਹਨੇ ਰਾਤ ਨੂੰ ਝਾੜੂ ਫੇਰੀ ਜਾਣਾ ਤੇ ਪਰਮੇਸ਼ਰ ਦੀ ਭਗਤੀ ਕਰੀ ਜਾਣੀ ਜੀ, ਨਾਮ ਜਪੀ ਜਾਣਾ ਜੀ, ਸਿਮਰਨ ਕਰੀ ਜਾਣਾ, ਸਾਰੀ ਰਾਤ ਸੇਵਾ ਕਰੀ ਜਾਣੀ। ਦਿਨੇ ਉਹਨੇ ਸੋਚਣਾ ਵੀ ਮਹਾਤਮਾ ਲੋਕ ਗੁੱਸਾ ਕਰਦੇ, ਉਹਨੇ ਅੰਦਰ ਵੜ ਕੇ ਨਾਮ ਜਪਦੀ ਰਹਿਣਾ ਜੀ। ਸਿਮਰਨ ਕਰਦਿਆਂ, ਸੇਵਾ ਕਰਦਿਆਂ ਕਰਦਿਆਂ ਬੜੀ ਉੱਚੀ ਅਵਸਥਾ ਹੋ ਗਈ ਜੀ ਉਹਦੀ। ਕ੍ਰਿਸ਼ਨ ਮਹਾਰਾਜ ਉਸ ਇਲਾਕੇ ਵਿੱਚ ਗਏ, ਉਹਦਾ ਨਾਮ ਸੀ ਪੰਪਾਸਰ। ਆਪਣੇ ਹਿੰਦੁਸਤਾਨ ਦੀ ਇਹ ਜਗ੍ਹਾ ਜੀ ਪੰਪਾਸਰ, ਬੜੇ ਰਿਖੀ ਮੁਨੀ ਉੱਥੇ ਰਹਿੰਦੇ ਸੀ। ਪਾਣੀ ਦਾ ਤਲਾਬ ਸੀ ਬਹੁਤ ਤਗੜਾ, ਤੇ ਉਹਦੇ ਵਿੱਚ ਕੀੜੇ ਪੈ ਗਏ ਪਾਣੀ ਦੇ ਵਿੱਚ ਜੀ, ਕਿਰਮ ਚੱਲ ਗਏ। ਹੁਣ ਪਾਣੀ ਪੀਣਾ ਬੜਾ ਕਠਿਨ ਹੋ ਗਿਆ ਜੀ, ਬਸਤਰ ਧੋਣੇ ਬੜੇ ਔਖੇ ਹੋ ਗਏ, ਨਹਾਉਣਾ ਬੜਾ ਔਖਾ ਹੋ ਗਿਆ ਜੀ। ਸ਼੍ਰੀ ਰਾਮ ਜੀ ਮਹਾਰਾਜ ਉਸ ਇਲਾਕੇ ਵਿੱਚ ਗਏ। ਰਿਖੀਆਂ ਮੁਨੀਆਂ ਨੇ ਬੇਨਤੀ ਕੀਤੀ, ਮਹਾਰਾਜ ਅਸੀਂ ਬੜੇ ਦੁਖੀ ਹੈਗੇ, ਸਾਡੀ ਮਦਦ ਕਰੋ, ਪਾਣੀ ਸ਼ੁੱਧ ਕਰੋ। ਰਾਮ ਜੀ ਨੇ ਉਹਦੇ ਵਿੱਚ ਆਪਣੇ ਚਰਨ ਪਾਏ, ਪਾਣੀ ਸ਼ੁੱਧ ਨਾ ਹੋਇਆ ਜੀ। ਉਹਨਾਂ ਰਿਖੀਆਂ ਮੁਨੀਆਂ ਦੇ ਚਰਨ ਪਵਾਏ, ਪਾਣੀ ਸ਼ੁੱਧ ਨਾ ਹੋਇਆ ਜੀ। ਕਿਰਮ ਉਸੇ ਤਰ੍ਹਾਂ ਪਾਣੀ ਦੇ ਵਿੱਚ। ਹੁਣ ਸ੍ਰੀ ਰਾਮ ਜੀ ਕਹਿੰਦੇ ਨੇ ਵੀ ਭਾਈ ਇੱਥੇ ਹੋਰ ਵੀ ਕੋਈ ਰਹਿੰਦਾ ਹੈ? ਕਹਿਣ ਲੱਗੇ ਮਹਾਰਾਜ ਇੱਕ ਲੜਕੀ ਹੈ, ਉਹ ਨੀਚ ਜਾਤੀ ਦੀ ਆ, ਉਹਨੂੰ ਅਸੀਂ ਮਨ ਕਰਦੇ ਭਗਤੀ। ਉਹਦੇ ਵਿੱਚੋਂ ਕਿਸੇ ਮਨੁੱਖ ਕੋਲ ਇੱਕ ਪ੍ਰਕਾਰ ਦੀ ਵੀ ਭਗਤੀ ਹੋਵੇ ਤਾਂ ਜੀਵਨ ਮੁਕਤ ਹੋ ਜਾਂਦਾ ਹੈ। ਇਹ ਇੱਕ ਇਹੋ ਜਿਹੀ ਸ਼ਖਸੀਅਤ ਆ ਜਿਹਦੇ ਕੋਲ ਉਹਨੂੰ ਸੱਦਿਆ। ਕਹਿਣ ਲੱਗੇ ਦੇਵੀ ਇਸ ਪਾਣੀ ਵਿੱਚ ਪੈਰ ਪਾ। ਜਦੋਂ ਭੀਲਣੀ ਨੇ ਪੈਰ ਪਾਇਆ ਉਸ ਪਾਣੀ ਵਿੱਚ, ਪਾਣੀ ਸ਼ੁੱਧ ਹੋ ਗਿਆ ਜੀ, ਪਾਣੀ ਸ਼ੁੱਧ ਹੋ ਗਿਆ। ਹੁਣ ਉਹ ਰਿਖੀ ਮੁਨੀ ਮਹਾਰਾਜ ਨੂੰ ਪੁੱਛਦੇ ਆ, ਰਾਮ ਜੀ ਨੂੰ, ਵੀ ਮਹਾਰਾਜ ਤੁਹਾਡੇ ਪੈਰ ਪਾਇਆ ਪਾਣੀ ਸ਼ੁੱਧ ਨਹੀਂ ਹੋਇਆ, ਸਾਡੇ ਪੈਰ ਪਾਇਆ ਨਹੀਂ ਸ਼ੁੱਧ ਹੋਇਆ, ਇਹਦੇ ਪੈਰ ਪੈਣ ਨਾਲ ਪਾਣੀ ਸ਼ੁੱਧ ਹੋ ਗਿਆ, ਕਾਰਨ ਕੀ ਆ? ਤੇ ਸ਼੍ਰੀ ਰਾਮ ਜੀ ਨੇ ਉੱਥੇ ਇਹ ਗੱਲ ਕਹੀ ਵੀ ਜਿਸ ਬੰਦੇ ਦੇ ਅੰਦਰ ਕਿਸੇ ਨਾਲ ਈਰਖਾ ਹੋਵੇ ਉਹਦਾ ਜਪ ਤਪ ਪੂਰਾ ਫਲੀਭੂਤ ਨਹੀਂ ਹੁੰਦਾ ਜੀ। ਉਹ ਰਿਖੀ ਮੁਨੀ ਕਹਿਣ ਲੱਗੇ ਮਹਾਰਾਜ ਅਸੀਂ ਮੰਨਦੇ ਹਾਂ ਵੀ ਸਾਡੇ ਮਨ 'ਚ ਕੋਈ ਈਰਖਾ ਹੋਏਗੀ, ਤੁਸੀਂ ਤੇ ਏਡੇ ਵੱਡੇ ਅਵਤਾਰ ਜੇ, ਤੁਹਾਡੇ ਪੈਰ ਪਾਉਣ ਦੇ ਨਾਲ ਕਿਉਂ ਨਹੀਂ ਸ਼ੁੱਧ? ਉਹ ਕਹਿਣ ਲੱਗੇ ਸਾਡੇ ਅੰਦਰ ਵੀ ਈਰਖਾ ਹੈਗੀ ਆ।
ਰਾਮ ਜੀ ਕਹਿਣ ਲੱਗੇ, ਵੇਖੋ ਵੱਡੇ ਲੋਕ ਸੱਚਾਈ, ਇਹ ਵੱਡਿਆਂ ਦੀ ਵਡਿਆਈ ਜੇ, ਉਹ ਸੱਚ ਬੋਲਣ ਲੱਗਿਆਂ ਸੰਕੋਚ ਨਹੀਂ ਕਰਦੇ। ਸਾਡੇ ਅੰਦਰ ਵੀ ਕਹਿਣ ਲੱਗੇ ਈਰਖਾ, ਕਹਿਣ ਲੱਗੇ ਮਹਾਰਾਜ ਤੁਹਾਡੇ ਅੰਦਰ ਕਾਹਦੀ ਈਰਖਾ? ਕਹਿਣ ਲੱਗੇ ਅਸੀਂ ਰਾਵਣ ਨੂੰ ਮਾਰਨ ਵਾਸਤੇ ਦਿਨ ਰਾਤ ਤਿਆਰੀਆਂ ਕਰਨੇ, ਸਾਡੇ ਅੰਦਰ ਵੀ ਈਰਖਾ ਕੀ? ਕਹਿਣ ਲੱਗੇ ਇਹ ਕਹਿਣ ਲੱਗੇ ਨਾਮ ਜਪ ਜਪ ਕੇ ਇੰਨੀ ਪਵਿੱਤਰ ਹੋ ਚੁੱਕੀ ਆ, ਇੰਨੀ ਸ਼ੁੱਧ ਹੋ ਚੁੱਕੀ, ਇਹਦੇ ਅੰਦਰ ਕਿਸੇ ਨਾਲ ਈਰਖਾ ਨਹੀਂ ਹੈਗੀ, ਇਹਦਾ ਹਿਰਦਾ ਪਵਿੱਤਰ ਹੋ ਗਿਆ, ਇਹਦੇ ਪੈਰ ਪਾਉਣ ਦੇ ਨਾਲ ਪਾਣੀ ਸ਼ੁੱਧ ਹੋ ਗਿਆ। ਤੇ ਫਿਰ ਰਾਮ ਜੀ ਕਹਿਣ ਲੱਗੇ, ਆਂਦੇ ਦੇਵੀ ਮੰਗ ਲੈ ਕੁਝ। ਕਹਿਣ ਲੱਗੀ ਮਹਾਰਾਜ ਮੇਰੀ ਝੁੱਗੀ ਵਿੱਚ ਚਰਨ ਪਾਓ ਤੇ ਜੋ ਮੇਰੇ ਕੋ ਰੁੱਖਾ ਮਿੱਸਾ ਉਹ ਛਕ ਲਓ ਮਹਾਰਾਜ। ਤੇ ਇਹ ਸ਼ਰਧਾ ਦੇ ਨਾਲ ਨਾ ਜੀ ਬੇਰ ਇਕੱਠੇ ਕਰਦੀ ਹੁੰਦੀ ਸੀ, ਤੇ ਇਹਨੇ ਨਾ ਬੇਰ ਥੋੜਾ ਜਿਹਾ ਖਾ ਕੇ ਵੇਖਣਾ ਵੀ ਬੇਰ ਕੌੜਾ ਤੇ ਖੱਟਾ ਨਾ ਹੋਵੇ। ਖਾ ਕੇ ਨਾ ਜੀ ਤੇ ਉਹ ਬੇਰ ਜਿਹੜਾ ਮਿੱਠਾ ਹੋਣਾ ਜੀ ਉਹ ਰੱਖੀ ਜਾਣਾ, ਵੀ ਜਦੋਂ ਮਹਾਰਾਜ ਆਉਣਗੇ। ਭੋਲੀ ਸੀ ਨਾ, ਚੁਸਤ ਚਲਾਕ ਹੁੰਦੀ ਤੇ ਫਿਰ ਭਾਵੇਂ ਕਈ ਕੁਛ ਸੋਚਦੀ, ਭੋਲੀ ਸੀ। ਬੇਰ ਥੋੜਾ ਖਾਣਾ, ਜਿਹੜਾ ਮਿੱਠਾ ਹੋਣਾ ਉਹ ਰੱਖ ਲੈਣਾ ਜੀ, ਇਹ ਮਹਾਰਾਜ ਰਾਮ ਜੀ ਨੂੰ ਖਵਾਉਣਾ। ਉਹ ਗੱਲ ਭਾਈ ਸਾਹਿਬ ਭਾਈ ਲਾਲੋ ਜੀ ਕਰਦੇ, ਸੁਣਿਓ ਪੰਕਤੀ। ਜਾਤ ਭੇਲਣੀ ਨੀਚ ਕੇ ਝੂਠੇ ਲੀਨੇ ਬੇਰ। ਆਖੋ ਗੱਜ ਕੇ ਸ੍ਰੀ ਵਾਹਿ। ਭਾਈ ਲਾਲੋ ਕਹਿੰਦੇ ਸੱਚੇ ਪਾਤਸ਼ਾਹ ਵੇਖੋ ਰਾਮ ਜੀ ਨੇ ਜਿਹਨੂੰ ਰਿਸ਼ੀ ਮੁਨੀ ਆਂਦੇ ਤੂੰ ਮੱਥੇ ਨਹੀਂ ਲੱਗਣਾ, ਸਾਡੇ ਨੀਚ ਆ, ਜਿਹਦਾ ਪਤੀ ਵੀ ਛੱਡ ਕੇ ਚਲਾ ਗਿਆ, ਹਾਂਜੀ, ਉਹਨੇ ਪਰਮੇਸ਼ਰ ਦੀ ਭਗਤੀ ਕੀਤੀ, ਨਾਮ ਜਪਿਆ, ਭਾਵੇਂ ਨੀਵੀਂ ਜਾਤ ਦੀ ਸੀ, ਪਰ ਮੌਕੇ ਦੇ ਅਵਤਾਰ ਸ਼੍ਰੀ ਰਾਮਚੰਦਰ ਭਗਵਾਨ ਨੇ ਭੀਲਣੀ ਦੇ ਝੂਠੇ ਬੇਰ ਖਾਦੇ ਜੀ, ਝੂਠੇ ਬੇਰ ਖਾਦੇ। ਮਹਾਰਾਜ ਤੁਹਾਡੀ ਵਡਿਆਈ ਹੈ, ਤੁਸੀਂ ਗਰੀਬਾਂ ਨੂੰ ਨਵਾਜਦੇ ਹੋ, ਸੱਚੇ ਪਾਤਸ਼ਾਹ ਤੁਹਾਡੀ ਵਡਿਆਈ ਹੈ। ਆਖੋ ਗੱਜ ਕੇ ਧੰਨ ਗੁਰੂ ਨਾਨਕ ਦੇਵ ਸਾਹਿਬ ਜੀ। ਹਾਂਜੀ, ਕੇਵਲ ਭਾਵ ਸੋ ਪਾਵਈ। ਸੱਚੇ ਪਾਤਸ਼ਾਹ ਤੁਸੀਂ ਜੇ ਵੇਂਦੇ ਜੇ ਨਾ ਤੇ ਸਿਰਫ ਪਿਆਰ ਹੀ ਵੇਂਦੇ ਜੇ, ਮਹਾਰਾਜ ਤੁਹਾਡਾ ਸੁਭਾਅ ਪਿਆਰ ਵੇਂਦੇ, ਪ੍ਰੇਮ ਵੇਖਦੇ ਹੋ ਬੰਦੇ ਦਾ। ਗੁਣ ਅਵਗੁਣ ਨਹਿ ਹੇਰ। ਨਹੀਂ ਵੇਖਦੇ, ਕੋਈ ਵੱਡਾ ਛੋਟਾ ਨਹੀਂ ਵੇਖਦੇ, ਕੋਈ ਉੱਚੀ ਨੀਵੀਂ ਜਾਤ ਵੱਲ ਨਹੀਂ ਵੇਖਦੇ, ਸਿਰਫ ਜੇ ਵੇਖਦੇ ਹੋ ਤੇ ਪ੍ਰੇਮ ਹੀ ਵੇਖਦੇ ਹੋ ਤੁਸੀਂ। ਸੱਚੇ ਪਾਤਸ਼ਾਹ ਮਹਾਰਾਜ ਇਹ ਗਰੀਬ ਨਵਾਜ ਤੁਹਾਡਾ ਸੁਭਾਅ ਹੈ। ਬਿਗਸੈ ਸ੍ਰੀ ਨਾਨਕ ਮੁਖ ਭਾਖੀ। ਮਹਾਰਾਜ ਗੁਰੂ ਨਾਨਕ ਦੇਵ ਸਾਹਿਬ ਜੀ ਬੜੇ ਪ੍ਰਸੰਨ ਹੋਏ ਭਾਈ ਲਾਲੋ ਦੀਆਂ ਗੱਲਾਂ ਸੁਣ ਕੇ ਨਾ, ਪਿਆਰ ਵਾਲੀਆਂ, ਸ਼ਰਧਾ ਵਾਲੀਆਂ, ਗਿਆਨ ਵਾਲੀਆਂ, ਬੜੇ ਖੁਸ਼ ਹੋਏ। ਤੇ ਗੁਰੂ ਨਾਨਕ ਸਾਹਿਬ ਜੀ ਕਹਿਣ ਲੱਗੇ ਸੁਦਾ ਅਸਨ ਮਹਿ ਪਾਵਾ। ਮਹਾਰਾਜ ਕਹਿਣ ਲੱਗੇ ਲਾਲੋ ਬਿਲਕੁਲ ਸੱਚ, ਮਰਦਾਨਾ ਜੋ ਕਹਿ ਰਿਹਾ ਸੱਚ ਕਹਿ ਰਿਹਾ, ਅਸੀਂ ਵੀ ਤੈਨੂੰ ਕਹਿੰਦੇ ਆ, ਤੇਰੇ ਭੋਜਨ ਪ੍ਰਸ਼ਾਦੇ ਵਿੱਚੋਂ ਅੰਮ੍ਰਿਤ ਦਾ ਸਵਾਦ ਆਇਆ ਹੈ। ਸਮਝੋ ਇਹ ਜਿਹੜੀ ਅੱਜ ਅਸੀਂ ਤੇਰੇ ਘਰ ਦੀ ਰੋਟੀ ਖਾਧੀ, ਅੰਮ੍ਰਿਤ ਹੀ ਛਕਿਆ। ਮਹਾਰਾਜ ਕਹਿਣ ਲੱਗੇ ਇਸ ਮਹਿ ਤੇ ਆਵਤ ਅਸ ਸਾਦਾ। ਮਹਾਰਾਜ ਕਹਿੰਦੇ ਸੱਚ ਹੈ, ਤੇਰੇ ਇਸ ਭੋਜਨ ਦੇ ਵਿੱਚੋਂ ਅੰਮ੍ਰਿਤ ਦਾ ਸਵਾਦ ਆਇਆ। ਭੋਜਨ ਭਲੋ ਬਣਾਵਾ। ਤੂੰ ਬੜਾ ਭਲਾ ਭੋਜਨ ਬਣਾਇਆ, ਬੜਾ ਚੰਗਾ ਭੋਜਨ ਬਣਾਇਆ, ਬੜਾ ਸਵਾਦੀਕ ਭੋਜਨ ਬਣਾਇਆ, ਅੰਮ੍ਰਿਤ ਰਸ ਨਾਲ ਭਰਪੂਰ। ਹਾਥ ਬੰਦ ਅਬ ਬੰਦਤ ਲਾਲੋ। ਭਾਈ ਲਾਲੋ ਨੇ ਦੋਵੇਂ ਹੱਥ ਜੋੜੇ ਤੇ ਹੱਥ ਜੋੜ ਕੇ ਸੱਚੇ ਪਾਤਸ਼ਾਹ ਅੱਗੇ ਨਮਸਕਾਰ ਕੀਤੀ। ਭਾਈ ਲਾਲੋ ਨੇ ਪਦ ਅਰਬਿੰਦ ਮੁਕੰਦਾ। ਮੁਕਤੀ ਦੇ ਦਾਤੇ ਧੰਨ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਕਮਲਾਂ ਤੇ ਜਨਮ ਜਨਮ ਕੇ ਕਲਮਲ ਖੋਏ। ਭਾਈ ਲਾਲੋ ਨੇ ਸਤਿਗੁਰੂ ਮਹਾਰਾਜ ਦੇ ਸੋਹਣੇ ਚਰਨਾਂ ਕਮਲਾਂ ਤੇ ਮੱਥਾ ਟੇਕਿਆ, ਤੇ ਮੱਥਾ ਟੇਕ ਕੇ ਭਵ ਬੰਧਨ ਕਰ ਮੰਦਾ। ਸਮਝੋ ਭਾਈ ਲਾਲੋ ਨੇ ਮੱਥਾ ਹੀ ਨਹੀਂ ਨਿਰਾ ਟੇਕਿਆ, ਭਾਈ ਲਾਲੋ ਨੇ ਜਿੰਨੇ ਵੀ ਪਿਛਲੇ ਜਨਮਾਂ ਦੇ ਕੋਈ ਛੋਟੇ ਮੋਟੇ ਕਰਮ ਸੀ ਜਾਂ ਕੋਈ ਭੁੱਲਾਂ ਸੀ, ਸਾਰੀਆਂ ਹੀ ਆਪਣੀਆਂ ਬਖਸ਼ਾ ਲੀਆਂ ਮਹਾਰਾਜ ਦੇ ਕੋਲੋਂ। ਜੰਮਣ ਮਰਨੀ ਸਾਰਾ ਭਾਈ ਲਾਲੋ ਨੇ ਆਪਣਾ ਜਿਹੜਾ ਸੀ ਉਹ ਸਫਲਾ ਕਰ ਲਿਆ, ਜੰਮਣ ਮਰਨ ਤੋਂ ਰਹਿਤ ਹੋ ਗਿਆ ਮਹਾਰਾਜ ਦੇ ਚਰਨਾਂ ਤੇ ਸੀਸ ਰੱਖ ਕੇ। ਆਜ ਕਿਓ ਕਿਰਤਾਰਥ ਮੋਕੋ। ਹੱਥ ਜੋੜ ਕੇ ਕਹਿੰਦਾ ਸੱਚੇ ਪਾਤਸ਼ਾਹ ਤੁਸੀਂ ਤੇ ਇਸ ਘਰ ਵਿੱਚ ਆ ਕੇ ਮੈਨੂੰ ਅੱਜ ਤੁਸੀਂ ਸਫਲ ਹੀ ਕਰ ਦਿੱਤਾ, ਮੇਰਾ ਤੇ ਬੇੜਾ ਹੀ ਪਾਰ ਕਰਤਾ ਤੁਸੀਂ ਮਹਾਰਾਜ।
ਸ੍ਰੀ ਗੁਰੂ ਨਾਨਕ ਭੋਗਤ ਦਾਈ। ਹੇ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ, ਮੁਕਤੀ ਦੇ ਦਾਤੇ, ਮੁਕਤੀ ਦਾਤਾ ਸਤਿਗੁਰੂ ਮਹਾਰਾਜ, ਮੈਨੂੰ ਤੇ ਤੁਸਾਂ ਤਾਰ ਹੀ ਦਿੱਤਾ, ਨਿਹਾਲ ਕਰ ਦਿੱਤਾ ਮਹਾਰਾਜ। ਕੂਪ ਵਿਖੇ ਹਮ ਬੂਡਤ ਥੇ। ਮਹਾਰਾਜ ਮੈਂ ਤੇ ਗ੍ਰਸਤੀ ਬੰਦਾ, ਦੁਨੀਆਦਾਰ ਆਦਮੀ, ਕੰਮਾਂ ਕਾਰਾਂ ਵਿੱਚ ਰੁੱਝਾ, ਸਮਝੋ ਮੈਂ ਤੇ ਖੂਹ 'ਚ ਡੁੱਬਿਆ ਪਿਆ ਸਾਂ। ਕਰੁਣਾ ਕਰਕੇ ਤੁਮ ਲੀਨ ਬਚਾਈ। ਸੱਚੇ ਪਾਤਸ਼ਾਹ ਤੁਸੀਂ ਕਿਰਪਾ ਕੀਤੀ, ਮੇਰੇ ਗਰੀਬ ਦੇ ਘਰ ਆਏ ਜੇ, ਮੈਨੂੰ ਡੁੱਬਦੇ ਹੋਏ ਨੂੰ ਸੱਚੇ ਪਾਤਸ਼ਾਹ ਤੁਸਾਂ ਬਚਾ ਲਿਆ। ਪੂਰਨ ਰੂਪ ਪ੍ਰਤਾਤਮ ਹੋ। ਸੱਚੇ ਪਾਤਸ਼ਾਹ ਤੁਸੀਂ ਪੂਰਨ ਪਰਮਾਤਮਾ ਦਾ ਰੂਪ ਹੋ। ਨਿਜ ਦਾਸਨ ਕੇ ਨਿਤ ਹੋਤ ਸਹਾਈ। ਆਪਣੇ ਦਾਸਾਂ ਦੀ, ਸਿੱਖਾਂ ਸੇਵਕਾਂ ਦੀ, ਸ਼ਰਨ ਪਿਆਂ ਦੀ ਸਦਾ ਸਹਾਇਤਾ ਕਰਦੇ ਹੋ। ਜੋ ਕਹਿ ਕੇ ਪਦ ਕੋ ਗਹਿ ਕੇ। ਇਹ ਕਹਿ ਕੇ ਫੇਰ ਭਾਈ ਲਾਲੋ ਨੇ ਦੋਵਾਂ ਹੱਥਾਂ ਦੇ ਨਾਲ ਸਤਿਗੁਰੂ ਜੀ ਦੇ ਚਰਨ ਫੜ ਲਏ। ਅਤ ਦੀਨਤ ਸਿਉ ਤਿਨ ਗਰੀਵ ਨਿਵਾਈ। ਬਹੁਤਾ ਹੀ ਨਿਮਾਣਾ ਹੋ ਕੇ, ਬਹੁਤਾ ਹੀ ਨਿਮਾਣਾ ਹੋ ਕੇ ਫਿਰ ਮਹਾਰਾਜ ਦੇ ਚਰਨਾਂ ਤੇ ਉਹਨੇ ਸੀਸ ਰੱਖ ਦਿੱਤਾ ਜੀ। ਉਪਰ ਸੀਸ ਉਠਾਵੇ ਨਾ। ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਵਿੱਤਰ ਚਰਨਾਂ ਕਮਲਾਂ ਤੇ ਭਾਈ ਲਾਲੋ ਨੇ ਸਿਰ ਰੱਖ ਕੇ ਮੁੜ ਕੇ ਚੁੱਕਿਆ ਹੀ ਨਾ ਜੀ। ਗੁਰੂ ਮਹਾਰਾਜ ਦੇ ਚਰਨਾਂ ਤੇ ਸੀਸ ਰੱਖ ਦਿੱਤਾ, ਉੱਠਿਆ ਹੀ ਨਾ ਜੀ। ਜਬ ਸ੍ਰੀ ਗੁਰ ਹਾਥ ਧਰਾ ਸਿਰ ਤਾਹੀ। ਤੇ ਮਹਾਰਾਜ ਨੇ ਖੁਸ਼ ਹੋ ਕੇ, ਪ੍ਰਸੰਨ ਹੋ ਕੇ ਨਾ ਭਾਈ ਲਾਲੋ ਦੇ ਸਿਰ ਤੇ ਹੱਥ ਰੱਖ ਦਿੱਤਾ। ਆਖੋ ਗੱਜ ਕੇ ਧੰਨ ਗੁਰੂ ਨਾਨਕ ਦੇਵ ਸਾਹਿਬ, ਧੰਨ ਗੁਰੂ ਨਾਨਕ ਦੇਵ ਸਾਹਿਬ। ਇਸ ਤਰ੍ਹਾਂ ਨਿਮਾਣੇ ਮਾਣ ਪ੍ਰਾਪਤ ਕਰਦੇ ਜੀ। ਹਾਂਜੀ, ਇਸ ਤਰ੍ਹਾਂ ਨਿਮਾਣਿਆਂ ਨੂੰ ਮਾਣ ਮਿਲਦਾ। ਆਕੜ ਕੇ ਖਲੋਤਾ ਰਹੂ ਕੀ ਖੱਟੂ ਬੰਦਾ ਜੀ। ਹਾਂਜੀ, ਨਿਮਰਤਾ ਦੇ ਨਾਲ ਹੀ ਬਖਸ਼ਿਸ਼ ਹੋਣੀ ਆ। ਭਾਈ ਲਾਲੋ ਜੀ ਨੇ ਚਰਨਾਂ ਤੇ ਰੱਖਿਆ ਸਿਰ ਤੇ ਚੁੱਕਿਆ ਹੀ ਨਾ। ਛੂਵਤ ਤੇ ਗੁਰੂ ਸਾਹਿਬ ਨੇ ਭਾਈ ਲਾਲੋ ਦੇ ਸਿਰ ਤੇ ਆਪਣਾ ਪਵਿੱਤਰ ਹੱਥ ਰੱਖ ਦਿੱਤਾ ਜੀ। ਛੂਵਤ ਹਾਥ ਕਪਾਟ ਖੁੱਲੇ। ਜਦੋਂ ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਦਾ ਹੱਥ ਭਾਈ ਲਾਲੋ ਦੇ ਸੀਸ ਨਾਲ ਲੱਗਾ ਨਾ ਜੀ, ਇੱਕਦਮ ਮਹਾਰਾਜ ਦੀ ਬਖਸ਼ਿਸ਼ ਹੋ ਗਈ ਜੀ। ਤਿਹ ਲੋਕਨ ਕੀ ਸੁਧ ਪੀ ਮਨ ਮਾਹੀ। ਇੰਨੀ ਵੱਡੀ ਤਾਕਤ ਭਾਈ ਲਾਲੋ ਨੂੰ ਮਿਲ ਗਈ, ਤਿੰਨਾਂ ਲੋਕਾਂ ਦੀ ਸੋਝੀ ਹੋ ਗਈ ਜੀ ਭਾਈ ਲਾਲੋ ਨੂੰ। ਥੱਲੇ ਪਤਾਲ 'ਚ ਕੀ ਹੋ ਰਿਹਾ, ਉੱਪਰ ਆਕਾਸ਼ 'ਚ ਕੀ ਹੋ ਰਿਹਾ, ਤੇ ਧਰਤੀ ਤੇ ਕੀ ਹੋ ਰਿਹਾ ਜੀ, ਸਾਰਾ ਕੁਝ ਦਿਸਣ ਲੱਗ ਪਿਆ ਜੀ। ਇੰਨੀ ਮਹਾਨ ਦ੍ਰਿਸ਼ਟੀ ਉਹਨਾਂ ਦੀ ਗੁਰੂ ਨਾਨਕ ਸਾਹਿਬ ਜੀ ਦੀ ਕਿਰਪਾ ਨਾਲ ਬਣ ਗਈ ਜੀ। ਪੰਕਜ ਪਾਨ ਮੁਕੰਦ ਕੇ ਲਾਗਤ। ਸੱਚੇ ਪਾਤਸ਼ਾਹ ਮਹਾਰਾਜ ਦੇ ਪਵਿੱਤਰ ਸੋਹਣੇ ਹੱਥ ਭਾਈ ਲਾਲੋ ਜੀ ਦੇ ਸੀਸ ਤੇ ਲੱਗੇ। ਭਾਜ ਆਨੰਦ ਨਾ ਜਾਏ ਸੋ ਪਰਾਹੀ। ਇਸ ਤਰ੍ਹਾਂ ਸਿਰ ਤੇ ਹੱਥ ਮਹਾਰਾਜ ਦਾ ਨਾ ਜੀ, ਤੇ ਭਾਈ ਲਾਲੋ ਜੀ ਨੂੰ ਜੋ ਆਨੰਦ ਉਸ ਵੇਲੇ ਪ੍ਰਾਪਤ ਹੋਇਆ ਉਹ ਦੱਸਿਆ ਹੀ ਨਹੀਂ ਜਾ ਸਕਦਾ ਜੀ। ਇੰਨਾ ਮਹਾ ਆਨੰਦ ਭਾਈ ਲਾਲੋ ਜੀ ਨੂੰ ਪ੍ਰਾਪਤ ਹੋਇਆ, ਉਹ ਦੱਸਣ ਵਾਸਤੇ ਕੋਈ ਅੱਖਰ ਹੀ ਨਹੀਂ ਹੈਗੇ ਜੀ। ਪੂਰਨ ਸੋ ਮਿਲ ਪੂਰਨ ਭਾਈ। ਭਾਈ ਸੰਤੋਖ ਸਿੰਘ ਜੀ ਕਹਿੰਦੇ ਫਿਰ ਕੀ ਵਰਤਿਆ? ਉਹ ਕਹਿੰਦੇ ਧੰਨ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਤੇ ਆਪ ਪਰਿਪੂਰਨ ਪਰਮਾਤਮਾ ਦਾ ਰੂਪ ਹੈ। ਗੁਰੂ ਨਾਨਕ ਸਾਹਿਬ ਜੀ ਦੀ ਕਿਰਪਾ ਨਾਲ ਭਾਈ ਲਾਲੋ ਵੀ ਸਤਿਗੁਰ ਦਾ ਰੂਪ ਹੀ ਹੋ ਗਿਆ ਜੀ। ਹਾਂਜੀ, ਭਵ ਪੂਰਨ ਆਤਮ ਹੀ ਦਰਸਾਈ। ਧੰਨ ਭਾਈ ਲਾਲੋ ਨੂੰ ਚਾਰ ਚਫੇਰੇ ਰੱਬ ਹੀ ਦਿਖਾਈ ਦੇਣ ਲੱਗ ਪਿਆ ਜੀ। ਰੱਬ ਹੀ ਦਿਖਾਈ ਦੇਣ ਲੱਗ ਪਿਆ ਸਾਰੇ ਪਾਸੇ ਜੀ। ਤਿੰਨ ਅੱਗੇ ਸ਼ੁਰੂ ਹੋ ਰਿਹਾ ਨਾ ਸੰਗਤ ਜੀ, ਸਮਾਂ ਹੋ ਗਿਆ 12 ਤੋਂ ਉੱਪਰ ਜਾ ਰਿਹਾ। ਇਸ ਵਾਸਤੇ ਇਹ ਕਥਾ ਇੱਥੇ ਸੰਪੂਰਨ ਹੁੰਦੀ ਆ। ਫਿਰ ਅਗਲਾ ਪ੍ਰਸੰਗ ਜਿਹੜਾ ਮਹਾਰਾਜ ਕਿਰਪਾ ਕਰਨ ਅਗਲੇ ਬੁੱਧਵਾਰ ਟਾਈਮ ਮਿਲ ਗਿਆ ਤੇ ਫਿਰ ਇੱਥੋਂ ਅੱਗੇ ਫਿਰ ਕਥਾ ਆਰੰਭ ਹੋਏਗੀ। ਇਹ ਹੈ ਸੰਗਤ ਜੀ ਪ੍ਰੇਮ ਤੇ ਨਿਮਰਤਾ ਦੀਆਂ ਗੱਲਾਂ। ਹਾਂਜੀ, ਇਹਨਾਂ ਸਾਖੀਆਂ ਨੂੰ ਪੜ੍ਹ ਕੇ ਸੁਣ ਕੇ ਬੰਦੇ ਨੂੰ ਬੜੀ ਸਮੱਤ ਮਿਲਦੀ ਹੈ ਜੀ, ਬੜੀ ਸੋਝੀ ਮਿਲਦੀ ਆ ਵੀ ਕਿਸ ਤਰ੍ਹਾਂ ਗੁਰੂ ਜੀ ਦੀ ਸੇਵਾ ਕਰਨੀ ਹੈ, ਕਿਸ ਤਰ੍ਹਾਂ ਗੁਰੂ ਜੀ ਦਾ ਸਤਿਕਾਰ ਕਰਨਾ ਹੈ, ਕਿਸ ਤਰ੍ਹਾਂ ਗੁਰੂ ਜੀ ਦੇ ਚਰਨਾਂ ਦੇ ਨਾਲ ਜੁੜਨਾ ਹੈ, ਕਿਸ ਤਰ੍ਹਾਂ ਗੁਰੂ ਸਾਹਿਬ ਦੀਆਂ ਖੁਸ਼ੀਆਂ ਲੈਣੀਆਂ ਨੇ। ਸੱਚੇ ਪਾਤਸ਼ਾਹ ਮਹਾਰਾਜ ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਦਾ ਸਭ ਪ੍ਰਤਾਪ ਹੈ। ਭਾਈ ਲਾਲੋ ਜੀ ਨੇ ਬਹੁਤ ਪੂਰਬਲੇ ਜਨਮਾਂ 'ਚ ਪੁੰਨ ਕੀਤੇ। ਮਹਾਰਾਜ ਨੇ ਕਿਹਾ ਸੀ ਭਾਈ ਮਰਦਾਨਾ ਨੂੰ, ਭਾਈ ਮਰਦਾਨਾ ਜੀ
इस भाई लालो जी नूं कई जन्म हो गए भगती करते नूं जी। ਐਵੇਂ थोड़ा गुरु साहब उन्होंने घर चले गए जी, कई जन्म मारे कहते इहनूं भगती करदिआं हो गए आ। हुण इहदी भगती जिहड़ी आ वो सफल ही होनी, उहनूं फल लगना मारे कहण लगे। सच्चे पातशाह धन गुरु नानक साहब जी ने बख्शिश की। अरदास करो सच्चे पातशाह साडे ते भी तरस करो, साडे ते भी मेहर करो, साडे ते भी दया करो। असीं भी कोई इहो जिहा भला कर्म करिए, तुसीं साडे गरीबां दे उत्ते भी त्रुठो ते साडा गरीबां दा भी भला हो जाए। तुहाडी मेहर दे नाल ही साडा भला होना है। ते महाराज माड़े चंगे जिहो जे तुहाडे भगती ते साडी कोई नहीं, जप तप ते साडा कोई नहीं, चंगा काम ते साडा कोई नहीं। तुसीं महाराज साडे ते तरस कर दिओ ते साडा भी गरीबां दा भला हो जावे। सच्चे पातशाह महाराज किरपा करन। हुण थोड़े कुछ मिंट कीर्तन की हाज़री भरांगे। जिन्हां प्रेमियां दा जाण दा फुरना होवे, दूर जाना होवे, कोई पाबंदी नहीं हैगी। जदों तुहाडा जी करे उदों आओ, तो जदों जी करे आओ। धन गुरु ग्रंथ साहिब जी दे हजूर मत्था टेको, गुरु जी की हजूरी विच बैठो। जदों जाना हो तो गुरु साहब दे कोल आग्या लेके जिस प्रेमी ने जाना है, जरूरी नहीं भी मैनू पुछना, मैनू मिलना है। ये तुसीं वेखना भी तुहाडा टाइम किस तरह का है। हाँ जी, तो जदों भी चित करे उदों आओ, जदों चित करे उदों जाओ। कोई इत्थे पाबंदी नहीं हैगी जी। हाँ जी, जिन्ना जिन्ना समा किसी का मन करे वो बैठ के लाहा प्राप्त करे। सच्चे पातशाह मेहर करन। हुण आप जी शब्द सरवण करो जी। सच्चे पातशाह जी की अमृत बाणी। जिन्ना भी प्रेमियों ने जाना होवे, जल पानी तैयार, जल पानी छक के जाना। संगतां वास्ते वेसन बनया है, वेसन चाह पानी दे नाल छक के, जिन्हें दुध पीना हो दुध लो, जिन्हें चाह पीनी चाह लो। ये सारा कुछ गुरु साहब का तो तुहाडा संगतां दा ही है। असीं कुछ नहीं लियाउंदे, कुछ नहीं बनाउंदे, सब कुछ गुरु महाराज दा ते गुरु महाराज दी संगत दा है। ते बिल्कुल वधिया सच्ची सुच्ची किरत दा है। हर चीज़ जिहड़ी बड़े ध्यान दे नाल, जे कोई मैनूं इत्थे सुखना दी चीज़ आखे ना, मैं नहीं इत्थे बनाउण दिंदा जी किसी नूं। हाँ जी, माड़ी कमाई दा राशन खा के इन्ने घंटे कथा कीर्तन नहीं जे सुनिया जा सकता जी। बदो बधी दलिद्र पाएगा जी, माड़ियां सोचां आउणगियां, टिकिया नहीं जाएगा। इस वास्ते हर वस्तु शुद्ध ते पवित्र है। खूब रज के छकिया करो, संगिया ना करो। गुरु जी का लंगर है, चंगी किरत का त्यार हुंदा है, बड़ी भावना दे नाल त्यार हुंदा है। बीबियां बड़ी शरधा दे नाल बनाउंदियां ने, नाम जपदियां, भजन करदियां। इसलिए हर वस्तु प्रेम नाल अपना घर जान के छकिया करो। हाँ जी, तो जिन्ना जिन्ना जाना वो जरूर जल पानी छक के जाओ। जिन्हां कोल टाइम वो कुछ समय बैठ जाओ। मेरे तो बाद भाई जसबीर सिंह हुणां हाज़री भरनी है। सच्चे पातशाह मेहरां करन गुरु जी। इनू ना मैं ताल समझाया, थोड़ा चिर बजावे फिर तुसीं बजाओ। तत् समंदर से संत हो कोई कोट मंदाहे। तत् समंदर से संत हो कोई कोट
ਤਤ ਸਮਦਰਸੀ ਸੰਤੋ ਕੋਈ ਕੋਟ ਮੰਦਾਹੀ। ਤਤ ਸਮਦਰਸੀ ਸੰਤੋ ਕੋਈ ਕੋਟ ਮੰਦਾਹੀ। ਮਾਨ ਅਭਿਮਾਨ ਮੰਦੇ ਮਾਨ ਅਭਿਮਾਨ ਮੰਦੇ ਮਾਨ ਅਭਿਮਾਨ ਮੰਦੇ ਸੋ ਸੇਵਕ ਨਾਹੀ ਸੋ ਸੇਵਕ ਨਾਹੀ। ਤਤ ਸਮਦਰਸੀ ਸੰਤੋ ਕੋਈ ਕੋਟ ਮੰਦਾਹੀ। ਤਤ ਸਮਦਰਸੀ ਸੰਤੋ ਕੋਈ ਕੋਟ ਮੰਦਾਹੀ। ਤਤ ਸਮਦਰਸੀ ਸੰਤੋ, ਇਹ ਸ਼ਬਦ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਉਚਾਰਨ ਕੀਤਾ ਹੈ। ਮਹਾਰਾਜ ਕਹਿੰਦੇ ਭਾਈ ਪਿਆਰਿਓ, ਸਾਰਿਆਂ ਥਾਵਾਂ ਤੇ ਪਰਮੇਸ਼ਰ ਨੂੰ ਵੇਖਣਾ ਇਹ ਸਚਾਈ ਹੈ। ਇਹ ਤੇ ਹਰ ਇੱਕ ਨੂੰ ਐਸਾ ਚਾਹੀਦਾ ਹੈ ਕਿ ਉਹ ਉਸ ਤੋਂ ਬਿਨਾਂ ਹੈ ਹੀ ਕੋਈ ਨਹੀਂ ਜੀ। ਸਭੈ ਘਟ ਰਾਮ ਬੋਲੇ, ਰਾਮਾ ਬੋਲੇ, ਰਾਮ ਬਿਨਾ ਖੋ ਬੋਲੇ ਰੇ। ਹੋਰ ਕੌਣ ਆ ਜਿਹੜਾ ਰੱਬ ਤੋਂ ਬਿਨਾਂ ਬੋਲ ਸਕਦਾ ਜੀ। ਸੱਚੇ ਪਾਤਸ਼ਾਹ ਮਾਰੇ ਕਹਿੰਦੇ ਸਚਾਈ ਹੈ, ਪਰ ਕਰੋੜਾਂ ਦੇ ਵਿੱਚੋਂ ਕੋਈ ਹੈਗਾ ਜਿਹੜਾ ਇਸ ਗੱਲ ਨੂੰ ਜਾਣਦਾ ਹੋਵੇ, ਇਸ ਗੱਲ ਨੂੰ ਜਿਹੜਾ ਸਮਝਦਾ ਹੋਵੇ ਤੇ ਇਸ ਗੱਲ ਦੇ ਉੱਤੇ ਪਰਪੱਕ ਹੋਵੇ। ਉਹ ਕਰੋੜਾਂ ਦੇ ਵਿੱਚੋਂ ਕੋਈ, ਭਾਵੇਂ ਹੈ ਤੇ ਸਾਰਿਆਂ ਵਾਸਤੇ ਜ਼ਰੂਰੀ ਹੈ, ਪਰ ਨਹੀਂ, ਸਾਰੇ ਨਹੀਂ ਧਿਆਨ ਦਿੰਦੇ ਜੀ। ਸਤਿਗੁਰੂ ਜੀ ਕਹਿੰਦੇ ਮਾਨ ਅਭਿਮਾਨ ਮੰਦੇ ਸੋ ਸੇਵਕ ਨਾਹੀ। ਹਾਂਜੀ, ਜੇ ਕਿਤੇ ਗਿਆ ਤੇ ਬੜੀ ਭੁੱਖ ਵੀ ਮੇਰਾ ਬੜਾ ਸਨਮਾਨ ਹੋਵੇ, ਬੜੀ ਮੇਰੇ ਸਭ ਅੱਗੇ ਪਿੱਛੇ ਤੁਰੇ ਫਿਰਨ, ਮੇਰੀਆਂ ਸਿਫਤਾਂ ਕਰਨ ਜੀ। ਹਾਂਜੀ, ਐ ਆਕੜ ਨਾਲ ਭਰਿਆ ਫਿਰਦਾ ਜੀ, ਪਤਾ ਨਹੀਂ ਮੈਂ ਕੀ ਹੈਗਾ। ਮਾਰੇ ਕਹਿੰਦੇ ਇਹੋ ਜਿਹਾ ਬੰਦਾ ਸੇਵਕ ਖਵਾਉਣ ਦਾ ਹੱਕਦਾਰ ਨਹੀਂ ਹੈਗਾ ਜੀ। ਜਿਹਦੇ ਅੰਦਰ ਆਕੜ ਹੰਕਾਰ ਹੈ ਉਹ ਸੇਵਕ ਹੋ ਹੀ ਨਹੀਂ ਸਕਦਾ ਜੀ, ਕਦੇ ਉਹ ਦਾਸ ਹੋ ਹੀ ਨਹੀਂ ਸਕਦਾ ਜੀ। ਕਰੋੜਾਂ ਦੇ ਵਿੱਚੋਂ ਕੋਈ ਹੈ ਭਾਈ ਲਾਲੋ ਵਰਗਾ, ਜਿਹੜਾ ਸਾਰੀ ਅਸਲੀਅਤ ਨੂੰ ਜਾਣਦਾ, ਹਰ ਗੱਲ ਨੂੰ ਸਮਝਦਾ, ਜਿਹਦੇ ਕੋਲ ਗਿਆਨ ਹੈ, ਜਿਹਦੇ ਕੋਲ ਸੋਝੀ ਹੈ, ਉਹ ਕੋਈ ਵਿਰਲਾ ਹੈ। ਸਤਿਗੁਰੂ ਮਹਾਰਾਜ ਫਰਮਾ ਰਹੇ ਨੇ ਜੀ, ਤਤ ਸਮਦਰਸੀ ਸੰਤੋ ਕੋਈ ਕੋਟ ਮੰਦਾਹੀ। 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 ਮਾਨ ਅਭਿਮਾਨ ਮੰਦੇ ਮਾਨ ਅਭਿਮਾਨ ਮੰਦੇ ਮਾਨ ਅਭਿਮਾਨ ਮੰਦੇ ਮਾਨ ਅਭਿਮਾਨ ਮੰਦੇ ਸੋ ਸੇਵਕ ਨਾਹੀ ਸੋ ਸੇਵਕ ਨਾਹੀ। ਤਤ ਸਮਦਰਸੀ ਸੰਤੋ ਕੋਈ ਕੋਟ ਮੰਦਾਹੀ। ਤਤ ਸਮਦਰਸੀ ਸੰਤੋ ਕੋਈ ਕੋਟ ਮੰਦਾਹੀ। ਸ੍ਰੀ ਰਾਗ ਮਹੱਲਾ ਪੰਜਵਾਂ। ਦੋ ਕ੍ਰਿਤ ਸੋ ਕ੍ਰਿਤ
ਸੰਸਾਰ ਸਗਲਾਣਾ, ਸੰਸਾਰ ਸਗਲਾਣਾ। ਦੋ ਕ੍ਰਿਤ ਸੋ ਕ੍ਰਿਤ ਮੰਦੇ, ਦੋ ਕ੍ਰਿਤ ਸੋ ਕ੍ਰਿਤ ਮੰਦੇ, ਸੰਸਾਰ ਸਗਲਾਣਾ, ਸੰਸਾਰ ਸਗਲਾਣਾ। ਦੋਹੂੰ ਤੇ ਰਹਿਤ ਭਗਤ ਹੈ ਕੋਈ, ਦੋਹੂੰ ਤੇ ਭਗਤ ਹੈ ਕੋਈ, ਵਿਰਲਾ ਜਾਣਾ, ਵਿਰਲਾ ਜਾਣਾ। ਮਾਨ ਅਭਿਮਾਨ ਮੰਦੇ, ਮਾਨ ਅਭਿਮਾਨ ਮੰਦੇ, ਸੋ ਸੇਵਕ ਨਾਹੀ, ਸੋ ਸੇਵਕ ਨਾਹੀ। ਤਤ ਸਮਦਰਸੀ ਸੰਤੋ ਕੋਈ ਕੋਟ ਮੰਦਾਹੀ, ਤਤ ਸਮਦਰਸੀ ਸੰਤੋ ਕੋਈ ਕੋਟ ਮੰਦਾਹੀ। ਸ੍ਰੀ ਰਾਗ ਮਹੱਲਾ ਪੰਜਵਾਂ। ਦੋ ਕ੍ਰਿਤ ਸੋ ਕ੍ਰਿਤ ਮੰਦੇ, ਸੰਸਾਰ ਸਗਲਾਣਾ। ਦੋਹੂੰ ਤੇ ਰਹਿਤ ਭਗਤ ਹੈ ਕੋਈ, ਵਿਰਲਾ ਜਾਣਾ। ਠਾਕੁਰ ਸਰਬੇ ਸਮਾਣਾ, ਠਾਕੁਰ ਸਰਬੇ ਸਮਾਣਾ। ਕਿਆ ਕਹੋ ਸੁਣੋ ਸੁਆਮੀ, ਤੂੰ ਵੱਡ ਪੁਰਖ ਸੁਜਾਣਾ। ਕਿਆ ਕਹੋ ਸੁਣੋ ਸੁਆਮੀ, ਕਿਆ ਕਹੋ ਸੁਣੋ ਸੁਆਮੀ। ਤੂੰ ਵੱਡ ਪੁਰਖ ਸੁਜਾਣਾ, ਤੂੰ ਵੱਡ ਪੁਰਖ ਸੁਜਾਣਾ। ਤਤ ਸਮਦਰਸੀ ਸੰਤੋ ਕੋਈ ਕੋਟ ਮੰਦਾਹੀ, ਤਤ ਸਮਦਰਸੀ ਸੰਤੋ ਕੋਈ ਕੋਟ ਮੰਦਾਹੀ। ਮਾਨ ਅਭਿਮਾਨ ਮੰਦੇ, ਮਾਨ ਅਭਿਮਾਨ ਮੰਦੇ, ਸੋ ਸੇਵਕ ਨਾਹੀ, ਸੋ ਸੇਵਕ ਨਾਹੀ। ਤਤ ਸਮਦਰਸੀ ਸੰਤੋ ਕੋਈ ਕੋਟ ਮੰਦਾਹੀ, ਤਤ ਸਮਦਰਸੀ ਸੰਤੋ ਕੋਈ ਕੋਟ ਮੰਦਾਹੀ। ਕਹਿਨ ਕਹਾਵਨ ਇਹੋ ਕੀਰਤ ਕਰ ਲਾ, ਕਹਿਨ ਕਹਾਵਨ ਇਹੋ ਕੀਰਤ ਕਰ ਲਾ। ਕਥਨ ਕਹਿਨ ਤੇ ਮੁਕਤਾ, ਕਥਨ ਕਹਿਨ ਮੁਕਤਾ। ਗੁਰਮੁਖ ਕੋ
ਨਾਹੀਂ। ਤਤ ਸਮਦਰਸੀ ਸੰਤੋ ਕੋਈ ਕੋਟ ਮੰਦਾਹੀ। ਤਤ ਸਮਦਰਸੀ ਸੰਤੋ ਕੋਈ ਕੋਟ ਮੰਦਾਹੀ। ਗਤ ਅਵਗਤ ਗਤ ਅਵਗਤ ਕਛ ਨਗਰ ਨਾ ਆਇਆ। ਕਛ ਨਗਰ ਨਾ ਸੰਤਨ ਕੀ ਰੇਣ। ਸੰਤਨ ਕੀ ਰੇਣ। ਨਾਨਕ ਦਾਨ ਪਾਇਆ। ਨਾਨਕ ਦਾਨ ਪਾਇਆ। ਨਾਨਕ ਦਾਨ ਪਾਇਆ। ਦਾਨ ਪਾਇਆ। ਮਾਨ ਅਭਿਮਾਨ ਮੰਦੇ। ਮਾਨ ਅਭਿਮਾਨ ਮੰਦੇ। ਸੋ ਸੇਵਕ ਨਾਹੀਂ। ਸੋ ਸੇਵਕ ਨਾਹੀਂ। ਤਤ ਸਮਦਰਸੀ ਸੰਤੋ ਕੋਈ ਕੋਟ ਮੰਦਾਹੀ। ਤਤ ਸਮਦਰਸੀ ਸੰਤੋ ਕੋਈ ਕੋਟ ਮੰਦਾਹੀ। ਮਾਨ ਅਭਿਮਾਨ ਮੰਦੇ। ਮਾਨ ਅਭਿਮਾਨ ਮੰਦੇ। ਸੋ ਸੇਵਕ ਨਾਹੀਂ। ਸੋ ਸੇਵਕ ਨਾਹੀਂ। ਤਤ ਸਮਦਰਸੀ ਸੰਤੋ ਕੋਈ ਕੋਟ ਮੰਦਾਹੀ। 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 ਸੱਚੇ ਪਾਤਸ਼ਾਹ ਕਹਿੰਦੇ ਨੇ ਕਰੋੜਾਂ ਦੇ ਵਿੱਚੋਂ ਕੋਈ ਹੁੰਦਾ ਏ ਜਿਹੜਾ ਤਤ ਨੂੰ ਜਾਣਨ ਵਾਲਾ ਪੂਰਨ ਗਿਆਨੀ ਹੋਵੇ ਜੀ। ਪੂਰਨ ਗਿਆਨੀ ਉਹਨੂੰ ਕਹਿੰਦੇ ਜਿਹਨੂੰ ਸਭ ਥਾਵਾਂ ਤੇ ਰੱਬ ਦੇ ਦਰਸ਼ਨ ਹੋਣ ਜੀ। ਸਭ ਥਾਵਾਂ ਤੇ ਹਰ ਜਗ੍ਹਾ ਤੇ ਪਰਮੇਸ਼ਰ ਨੂੰ ਵੇਖੇ। ਇਹ ਸਚਾਈ ਹੈ। ਪਰਮੇਸ਼ਰ ਤੋਂ ਬਿਨਾਂ ਹੋਰ ਹੈ ਹੀ ਕੁਝ ਨਹੀਂ ਜੀ। ਸਭ ਗੋਬਿੰਦ ਹੈ। ਸਭ ਗੋਬਿੰਦ ਹੈ। ਗੋਬਿੰਦ ਬਿਨ ਨਹੀਂ ਕੋਈ। ਘਟ ਘਟ ਮੈਂ ਹਰ ਜੂ ਬਸੈ ਸੰਤਨ ਕਹਿਓ ਪੁਕਾਰ। ਇੱਥੇ ਪੂਰਨ ਪਵਿੱਤਰਤਾ ਮਨੁੱਖ ਦੇ ਅੰਦਰ ਬਣ ਜਾਂਦੀ ਹੈ। ਜਦੋਂ ਉਸ ਤੋਂ ਬਿਨਾਂ ਹੈ ਹੀ ਕੋਈ ਨਹੀਂ, ਫਿਰ ਬੰਦਾ ਕੀ ਬੁਰਾ ਸੋਚੇਗਾ ਜੀ, ਕੀ ਬੁਰਾ ਬੋਲੇਗਾ, ਕੀ ਬੁਰਾ ਕਰੇਗਾ ਜੀ। ਹਾਂਜੀ, ਪਰ ਮਹਾਰਾਜ ਕਹਿੰਦੇ ਕਰੋੜਾਂ ਦੇ ਵਿੱਚੋਂ ਕੋਈ ਹੈ। ਕਰੋੜਾਂ ਵਿੱਚੋਂ ਕੋਈ ਜਿਹੜਾ ਇਸ ਗੱਲ ਨੂੰ ਸਮਝਦਾ ਹੋਵੇ ਜੀ। ਇਸ ਬਚਨ ਨੂੰ ਜਿਹੜਾ ਸਮਝਦਾ ਹੋਵੇ। ਮਹਾਰਾਜ ਕਹਿੰਦੇ ਬਹੁਤਾ ਸੰਸਾਰ ਤੇ ਦੁਨੀਆ ਜਿਹੜੀ ਦੋ ਕ੍ਰਿਤ ਸੋ ਕ੍ਰਿਤ। ਗ੍ਰੰਥਾਂ ਨੂੰ ਪੜ੍ਹ ਕੇ, ਕਥਾ ਕਹਾਣੀਆਂ ਸੁਣ ਕੇ, ਹਾਂਜੀ, ਬੰਦੇ ਨੂੰ ਪਤਾ ਲੱਗਦਾ ਹੈ ਕਿ ਕਿਹੜਾ ਚੰਗਾ ਕੰਮ ਤੇ ਕਿਹੜਾ ਮਾੜਾ ਕੰਮ, ਕਿਹੜਾ ਪੁੰਨ ਤੇ ਕਿਹੜਾ ਪਾਪ, ਕਿਹੜਾ ਸਹੀ ਹੈ ਤੇ ਕਿਹੜਾ ਗਲਤ ਹੈ ਜੀ। ਹਾਂਜੀ, ਸੰਸਾਰ ਦੇ ਵਿੱਚ ਲੋਕ ਇਹਨਾਂ ਗੱਲਾਂ ਨੂੰ ਸਮਝਦੇ ਤਾਂ ਜ਼ਰੂਰ ਹੈ ਜੀ। ਹਾਂਜੀ, ਪਤਾ ਤਕਰੀਬਨ ਹਰ ਇੱਕ ਨੂੰ ਪਤਾ ਕੀ ਠੀਕ ਹੈ ਕੀ ਗਲਤ ਹੈਗਾ ਜੀ। ਹਾਂਜੀ, ਸਾਰਾ ਸੰਸਾਰ ਜਿਹੜਾ ਏ
ਉਹ ਮਤਲਬ ਇਹਨਾਂ ਗੱਲਾਂ ਨੂੰ ਪੜ੍ਹਦਾ ਸੁਣਦਾ ਜੀ, ਇਹਨਾਂ ਗੱਲਾਂ ਵਿੱਚ ਲੋਕ ਲੱਗੇ ਨੇ ਜੀ। ਹਾਂਜੀ, ਪਰ ਮਹਾਰਾਜ ਕਹਿੰਦੇ ਦੋਹੋਂ ਤੇ ਰਹਿਤ ਭਗਤ ਹੈ ਕੋਈ ਵਿਰਲਾ ਜਾਣ। ਅਸੀਂ ਦੁਨੀਆ ਵਿੱਚ ਜਿੱਧਰ ਜਾਂਦੇ ਇਹ ਦੋ ਗੱਲਾਂ ਹੀ ਕਰਦੇ ਹਾਂ। ਜੇ ਤੇ ਥੋੜ੍ਹੇ ਬਹੁਤੇ ਖਿਆਲਾਤ ਚੰਗੇ, ਉਹ ਚੰਗੀਆਂ ਗੱਲਾਂ ਕਰਦਾ, ਦੂਜਾ ਮਾੜੀਆਂ ਕਰੀ ਜਾਂਦਾ ਜੀ। ਕੋਈ ਚੰਗੇ ਕੰਮ ਕਰੀ ਜਾਂਦਾ, ਕੋਈ ਮਾੜੇ ਕੰਮ ਕਰੀ ਜਾਂਦਾ ਜੀ। ਹਾਂਜੀ, ਕੋਈ ਚੰਗਾ ਬੋਲੀ ਜਾਂਦਾ, ਕੋਈ ਮਾੜਾ ਬੋਲੀ ਜਾਂਦਾ ਜੀ। ਹਾਂਜੀ, ਪਰ ਜਿਹੜੇ ਪਰਮੇਸ਼ਰ ਨਾਲ ਪਿਆਰ ਕਰਨ ਵਾਲੇ ਆ ਨਾ ਜੀ, ਉਹਨਾਂ ਗੱਲਾਂ ਤੋਂ ਅੱਗੇ ਲੰਘ ਜਾਂਦੇ ਨੇ ਜੀ। ਹਾਂਜੀ, ਉਹ ਨਹੀਂ ਧਿਆਨ ਦਿੰਦੇ ਕੀ ਚੰਗਾ ਤੇ ਕੀ ਮਾੜਾ ਜੀ। ਉਹ ਬਸ ਦਿਨ ਰਾਤ ਵਾਹਿਗੁਰੂ ਦਾ ਨਾਮ ਹੀ ਜਪੀ ਜਾਂਦੇ ਜੀ। ਤੇ ਆਪਾਂ ਕੀ ਕਰਦੇ? ਅਸੀਂ ਗੱਲਾਂ ਹੀ ਕਰੀ ਜਾਂਦੇ ਜੀ, ਗੱਲਾਂ ਹੀ ਕਰੀ ਜਾਂਦੇ ਜੀ। ਫਲਾਨਾ ਕੰਮ ਬੜਾ ਚੰਗਾ, ਫਲਾਨਾ ਕੰਮ ਬੜਾ ਮਾੜਾ ਹੈ। ਹਾਂਜੀ, ਜਿੱਥੇ ਚਾਰ ਸਰੀਰ ਬੈਠਦੇ ਗੱਲਾਂ ਹੀ ਕਰੀ ਜਾਂਦੇ ਜੀ। ਤੇ ਮਹਾਰਾਜ ਕਹਿੰਦੇ ਜਿਹੜੇ ਪਰਮੇਸ਼ਰ ਦੇ ਰੱਬ ਦੇ ਭਗਤ ਆ ਨਾ ਜੀ, ਹੈ ਤੇ ਵਿਰਲੇ ਆ, ਪਰ ਉਹ ਇਹਨਾਂ ਦੋਵਾਂ ਗੱਲਾਂ 'ਚ ਆਉਂਦੇ ਹੀ ਨਹੀਂ ਜੀ। ਉਹ ਬਸ ਆਪਣੇ ਮਾਲਕ ਨੂੰ ਯਾਦ ਕਰੀ ਜਾਂਦੇ। ਸਭ ਤੋਂ ਵਧੀਆ ਕੰਮ ਜਿਹੜਾ ਹੈਗਾ ਨਾ ਜੀ, ਉਹਦੇ ਵਿੱਚ ਲੱਗੇ ਰਹਿੰਦੇ। ਉਹ ਨਹੀਂ ਸੰਸਾਰ ਦੀਆਂ ਗੱਲਾਂ ਵਿੱਚ ਆਉਂਦੇ। ਤੇ ਸੱਚੇ ਪਾਤਸ਼ਾਹ ਕਹਿੰਦੇ ਠਾਕੁਰ ਸਰਬੇ ਸਮਾਣਾ। ਉਹ ਸਾਰਿਆਂ ਦਾ ਮਾਲਕ ਪ੍ਰਭੂ ਪਰਮੇਸ਼ਰ ਪਰਮਾਤਮਾ ਜਿਹੜਾ ਸਾਰਿਆਂ ਨੂੰ ਪਾਲਣ ਵਾਲਾ ਨਾ ਜੀ, ਉਹ ਤੇ ਸਾਰਿਆਂ ਥਾਵਾਂ 'ਤੇ ਸਮਾਇਆ ਜੀ, ਹਰ ਜਗ੍ਹਾ 'ਤੇ ਭਰਪੂਰ ਹੈ। ਮਹਾਰਾਜ ਗੁਰੂ ਅਰਜਨ ਸਾਹਿਬ ਕਹਿੰਦੇ ਕਿਆ ਕਹੋ ਸੁਣੋ ਸੁਆਮੀ ਤੂੰ ਵੱਡ ਪੁਰਖ ਸਜਾਣਾ। ਮਹਾਰਾਜ ਇਹਨਾਂ ਦੁਨੀਆ ਦੀ ਗੱਲਾਂ ਕੀ ਕਹੀਏ ਤੇ ਕੀ ਸੁਣੀਏ। ਹਾਂਜੀ, ਤੂੰ ਹੈ ਮੇਰੇ ਮਾਲਕ ਸਭ ਨਾਲੋਂ ਵੱਡਾ ਹੈ, ਸਭ ਥਾਵਾਂ 'ਤੇ ਤੇਰੀ ਸ਼ਕਤੀ ਵਰਤ ਰਹੀ ਹੈ, ਤੂੰ ਸਭ ਨਾਲੋਂ ਸੁਜਾਨ ਹੈ। ਸੱਚੇ ਪਾਤਸ਼ਾਹ ਕਿਰਪਾ ਕਰ, ਮਿਹਰ ਕਰ, ਰਹਾਓ। ਮਾਨ ਅਭਿਮਾਨ ਮੰਦੇ ਸੋ ਸੇਵਕ ਨਹੀਂ। ਮੰਦੇ ਦਾ ਅਰਥ ਦਾ ਵਿੱਚ ਜਿਹੜਾ ਮਾਨ ਅਭਿਮਾਨ ਦੇ ਵਿੱਚ ਫਸਿਆ ਪਿਆ, ਉਹ ਕੋਈ ਸੇਵਕ ਨਹੀਂ ਹੈਗਾ ਜੀ। ਹਾਂਜੀ, ਕੋਈ ਸੇਵਕ ਨਹੀਂ ਹੈਗੇ। ਕਈ ਬੰਦੇ ਤੁਸੀਂ ਵੇਖਿਆ, ਜਿੰਨਾ ਚਿਰ ਉਹਨਾਂ ਦੀ ਵਡਿਆਈ ਨਾ ਕਰੋ ਕੰਮ ਹੀ ਕੋਈ ਨਹੀਂ ਕਰਦੇ ਜੀ। ਆ ਘਰਾਂ 'ਚ ਨਿੱਕੇ ਨਿੱਕੇ ਨਿਆਣੇ ਵੇਖੋ ਜੀ, ਥੋੜ੍ਹਾ ਜਿਹਾ ਉਹਨਾਂ ਦੀ ਜੀ ਹਜ਼ੂਰੀ ਕਰਦੇ ਆ ਵੀ ਤੂੰ ਬੜਾ ਚੰਗਾ, ਸ਼ਾਬਾਸ਼, ਬੜਾ ਇਹਨੇ ਤਾਂ ਭੱਜ ਕੇ ਕੰਮ ਕਰੋ ਨਾ ਜੀ, ਉਹ ਇਹੋ ਜਿਹੀ ਫੂਕ ਮਿਲਦੀ ਜੀ। ਹਾਂਜੀ, ਉਹ ਅਮਲੀ ਬਣ ਜਾਂਦਾ ਜੀ ਪੱਕਾ ਜੀ। ਜੀ ਹਜ਼ੂਰੀ ਕਰੋ, ਉਹਦੀਆਂ ਸਿਫਤਾਂ ਕਰੋ ਤੇ ਜੋ ਮਰਜ਼ੀ ਕਰਾ ਲਓ ਜੀ। ਤੇ ਜੇ ਮਾੜਾ ਜਾਂ ਕਿਸੇ ਗੱਲੋਂ ਦਬਕ ਦਿਓ ਜੀ, ਉੱਥੇ ਬਸ ਢੇਰੀ ਜੀ। ਬੁੱਢੇ ਬੱਚੇ ਜਵਾਨਾਂ 'ਚ ਸਾਰਿਆਂ ਨੂੰ ਬਹੁਤਿਆਂ ਨੂੰ ਇਹ ਆਦਤ ਹੈਗੀ ਜੀ। ਹਾਂਜੀ, ਥੋੜ੍ਹਾ ਜਿਹਾ ਕੁਝ ਕਹਿ ਦਿਓ ਬੜਾ ਬੁਰਾ ਲੱਗਦਾ ਜੀ, ਬੜਾ ਗੁੱਸਾ ਲੱਗਦਾ ਜੀ, ਮੈਨੂੰ ਇਹ ਕਿਉਂ ਆਖਿਆ। ਤੇ ਥੋੜ੍ਹੀ ਜਿਹੀ ਵਡਿਆਈ ਕਰ ਦਿਓ ਤਾਂ ਫੁੱਲ ਜਾਂਦੇ ਨੇ ਜੀ। ਹੈ ਦੋਵੇਂ ਬਿਮਾਰੀਆਂ ਹੀ ਆ ਜੀ। ਹਾਂਜੀ, ਤੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜਿਹਨੂੰ ਇਹ ਆਦਤ ਹੈਗੀ ਨਾ ਜਿਸ ਬੰਦੇ ਨੂੰ, ਉਹ ਨਹੀਂ ਸੇਵਕ ਬਣ ਸਕਦਾ ਜੀ। ਉਹ ਹੈ ਹੀ ਨਹੀਂ ਸੇਵਕ, ਐਵੇਂ ਭਰਮ ਪਾਲਣ ਡਿਆ ਉਹ ਸੇਵਕ ਹੈਗਾ ਨਹੀਂ ਤੇ ਬਣ ਵੀ ਨਹੀਂ ਸਕਦਾ। ਹਾਂਜੀ, ਗੁਰੂ ਜੀ ਕਹਿੰਦੇ ਤਤ ਸਮਦਰਸੀ ਸੰਤੋ ਕੋਈ ਕੋਟ ਮੁੰਦਾ ਹੈ। ਹਾਂਜੀ, ਤਤ ਨੂੰ ਜਾਣਨ ਵਾਲਾ ਪੂਰਨ ਗਿਆਨੀ, ਜਿਹਨੂੰ ਪੂਰੀ ਸਮਝ ਪੈ ਚੁੱਕੀ, ਪਤਾ ਲੱਗ ਚੁੱਕਾ ਜੀ। ਕੀ ਪਤਾ ਲੱਗ ਗਿਆ? ਇਹ ਪਰਮੇਸ਼ਰ ਤੋਂ ਬਿਨਾਂ ਹੋਰ ਹੈ ਹੀ ਕੋਈ ਨਹੀਂ। ਹਾਂਜੀ, ਜਿਹਨੇ ਬਾਣੀ ਪੜ੍ਹ ਪੜ੍ਹ ਕੇ ਸਮਝ ਲਿਆ ਜੀ, ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਵੀ ਸੱਚ। ਆਹ ਗੱਲ ਜਿਹਨੇ ਸਮਝ ਲਈ ਹੈ ਨਾ ਜੀ, ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਆ ਇਹੋ ਜਿਹਾ ਕੋਈ ਕਰੋੜਾਂ ਵਿੱਚੋਂ ਪੜ੍ਹਨ ਪੜ੍ਹਾਉਣ ਵਾਲੇ, ਅਰਥ ਸੁਣਾਉਣ ਵਾਲੇ ਤੇ ਵਾਧੂ ਤੁਹਾਨੂੰ ਮਿਲ ਜਾਣੇ ਜੀ। ਕਥਾ ਵਾਰਤਾ ਸੁਣਾਉਣ ਵਾਲੇ ਵਾਧੂ ਹੈਗੇ ਜਿਨ੍ਹਾਂ ਨੇ ਆਪਣਾ ਧੰਦਾ ਬਣਾਇਆ ਜੀ। ਪਰ ਜਿਹਨੇ ਇਹ ਕਮਾ ਲਿਆ ਤੇ ਜਾਣ ਲਿਆ, ਹਾਂਜੀ, ਉਹ ਕੋਈ ਕਰੋੜਾਂ ਦੇ ਵਿੱਚੋਂ ਹੀ ਹੈਗਾ ਜੀ। ਇਸ ਤਰ੍ਹਾਂ ਦੇ ਤਾਂ ਬੜੇ ਤੁਹਾਨੂੰ ਮਿਲਣਗੇ। ਕਹਿਣ ਕਹਾਵਨ ਇਹੋ ਕੀਰਤ ਕਰ ਲਾ। ਹਾਂਜੀ, ਜਿੱਥੇ ਬੈਠੇ ਜੀ ਆਪਣੀਆਂ ਹੀ ਸਿਫਤਾਂ ਕਰੀ ਜਾਣੀਆਂ ਜੀ। ਹਾਂਜੀ, ਲਾਗੇ ਦੋ ਚਾਰ ਇਹੋ ਜਿਹੇ ਰਲਾ ਲੈਣੇ ਆ। ਹਾਂਜੀ, ਉਹਨਾਂ ਕੋਲੋਂ ਆਪਣੀਆਂ ਸਿਫਤਾਂ ਕਰਾਈ ਜਾਣੀਆਂ, ਝੂਠ ਮੂਠ ਹੀ ਜੀ, ਪੱਲੇ ਕੁਝ ਵੀ ਨਹੀਂ ਹੈਗਾ ਜੀ। ਹਰ ਬੰਦੇ ਨੂੰ ਆਦਤ ਹੈ, ਜਿੱਥੇ ਜਾਂਦਾ ਬੰਦਾ ਉੱਥੇ ਆਪਣੀਆਂ ਹੀ ਖੂਬੀਆਂ ਦੱਸੀ ਜਾਂਦਾ ਜੀ। ਅਗਲਾ ਸੁਣ ਕੇ ਖੁਸ਼ ਨਹੀਂ ਹੈਗਾ ਜੀ, ਉਹ ਫੇਰ ਏਡਾ ਢੀਠ ਫੇਰ ਸੁਣਾਈ ਜਾਂਦਾ ਜੀ।
ਅਗਲਾ ਸੁਣ ਕੇ ਖੁਸ਼ ਨਹੀਂ, ਫਿਰ ਸੁਣਾਈ ਜਾਂਦਾ ਜੀ, ਆਪਣੀਆਂ ਗੱਲਾਂ ਕਰੀ ਜਾਂਦਾ। ਹਾਂਜੀ, ਤੇ ਜੇ ਥੋੜ੍ਹਾ ਬਹੁਤਾ 4 ਪੈਸੇ ਕੋਲ ਹੋਣ ਤੇ 4 ਬੰਦੇ ਹੋਰ ਵੀ ਕੱਢ ਲੈਂਦਾ, ਉਹਨਾਂ ਕੋਲ ਆਪਣੀਆਂ ਸਿਫਤਾਂ ਕਰਾਈ ਜਾਂਦਾ ਜੀ। ਕੀ ਦੁਨੀਆਦਾਰ ਤੇ ਕੀ ਧਾਰਮਿਕ ਬਿਮਾਰੀ ਲੱਗੀ ਜੀ। ਹਾਂਜੀ, ਬੜਾ ਬੰਦੇ ਦਾ ਨਸ਼ਾ ਖਿੜਦਾ ਜੀ ਇਹੋ ਜਿਹੀਆਂ ਗੱਲਾਂ ਸੁਣ ਸੁਣ ਕੇ। ਕਹਿਣ ਕਹਾਵਨ ਇਹੋ ਕੀਰਤ ਕਰ ਲਾ, ਤੇ ਮਾਰੇ ਕਹਿੰਦੇ ਕਥਨ ਕਹਿਣ ਤੇ ਮੁਕਤਾ ਗੁਰਮੁਖ ਕੋਈ ਵਿਰਲਾ ਜੀ। ਜਿਹੜਾ ਇਹਨਾਂ ਗੱਲਾਂ ਤੋਂ ਰਹਿਤ ਹੋ ਗਿਆ ਨਾ ਜੀ, ਉਹ ਕੋਈ ਵਿਰਲਾ ਗੁਰਮੁਖ ਹੀ ਹੈਗਾ ਜੀ, ਵਿਰਲਾ ਕੋਈ ਗੁਰਮੁਖ ਹੈ। ਸੱਚੇ ਪਾਤਸ਼ਾਹ ਮਾਰ ਕਹਿੰਦੇ ਗਤ ਅਵਗਤ ਕਛ ਨਦਰ ਨਾ ਆਇਆ। ਜਿਨ੍ਹਾਂ ਨੇ ਪ੍ਰਾਪਤੀ ਕਰਨੀ ਹੈ ਨਾ ਜੀ, ਉਹਨਾਂ ਗੱਲਾਂ ਤੋਂ ਰਹਿਤ ਹੋ ਜਾਂਦੇ ਨੇ ਜੀ, ਰਹਿਤ ਹੋ ਜਾਂਦੇ ਆ। ਉਹਨਾਂ ਨੂੰ ਤੇ ਇਸ ਗੱਲ ਦਾ ਵੀ ਨਹੀਂ ਧਿਆਨ ਰਹਿੰਦਾ ਵੀ ਮੁਕਤੀ ਕੀ ਹੁੰਦੀ ਤੇ ਨਾ ਮੁਕਤੀ ਕੀ ਹੁੰਦੀ ਹੈ ਜੀ। ਗਤ ਅਵਗਤ। ਹਾਂਜੀ, ਬਹੁਤ ਵੱਡੇ, ਉਹ ਤੋਂ ਵੱਡਾ ਧਾਰਮਿਕ ਬੰਦਾ ਇਹ ਸੋਚਦਾ ਵੀ ਆਹ ਕੰਮ ਕਰਾਂਗੇ ਤੇ ਮੁਕਤ ਹੋ ਜਾਵਾਂਗੇ ਜੀ। ਉਹ ਇਹਦੇ ਤੋਂ ਗਾਂਹ ਲੰਘ ਜਾਂਦੇ। ਮੁਕਤ ਪਪੜੀ ਪੀ ਗਿਆਨੀ ਤਿਆਗੇ, ਇਹਦੇ ਤੋਂ ਗਾਂਹ ਲੰਘ ਜਾਂਦੇ ਆ। ਕੀ ਮੁਕਤੀ ਤੇ ਕੀ ਨਹੀਂ ਮੁਕਤੀ, ਹਾਂਜੀ, ਉਹ ਇਹਦੇ ਤੋਂ ਅੱਗੇ ਲੰਘ ਜਾਂਦੇ। ਗਤ ਅਵਗਤ ਕਛ ਨਦਰ ਨਾ ਆਇਆ, ਇੱਧਰ ਧਿਆਨ ਹੀ ਨਹੀਂ ਜਾਂਦਾ ਜੀ ਉਹਨਾਂ ਦਾ ਜੀ। ਹਾਂਜੀ, ਕੀ ਸੰਤਨ ਕੀ ਰੇਣ ਨਾਨਕ ਦਾਨ ਪਾਇਆ। ਉਹਨਾਂ ਕੀ ਕੀਤਾ ਜੀ, ਇਸ ਤੋਂ ਅੱਗੇ ਲੰਘ ਗਏ। ਮੁਕਤੀ ਦੀ ਵੀ ਇੱਛਾ ਨਹੀਂ ਉਹਨਾਂ ਦੇ ਮਨ 'ਚ। ਉਹਨਾਂ ਨੇ ਕੀ ਕੀਤਾ, ਸੰਤ ਲੱਭੇ, ਮਹਾਂਪੁਰਖ ਲੱਭੇ। ਹਾਂਜੀ, ਤੇ ਉਹਨਾਂ ਦੇ ਚਰਨੀ ਲੱਗ ਗਏ ਜਾ ਕੇ, ਤੇ ਨਿਮਰਤਾ ਦੇ ਨਾਲ ਉਹਨਾਂ ਦੇ ਕੋਲੋਂ ਸਮੱਤ ਲਈ। ਕਿਹੜੀ ਸਮੱਤ ਲਈ? ਪਰਮੇਸ਼ਰ ਦਾ ਨਾਮ ਜਪਣ ਦੀ ਸਮੱਤ ਲਈ ਜੀ। ਮਹਾਂਪੁਰਖਾਂ ਦੇ ਕੋਲੋਂ ਦਾਨ ਪ੍ਰਾਪਤ ਕਰ ਲਿਆ ਰੱਬ ਦੇ ਨਾਮ ਦਾ। ਕਿਉਂ? ਉਹਨਾਂ ਕੋਲ ਹੈਗਾ ਸੀ ਰੱਬ ਦਾ ਨਾਮ ਜੀ, ਉਹਨਾਂ ਨੇ ਜਪ ਜਪ ਕੇ ਇਕੱਠਾ ਕੀਤਾ ਹੈ ਜੀ, ਨਾਮ ਧਨ ਇਕੱਠਾ ਕੀਤਾ ਸੀ। ਮਹਾਂਪੁਰਖਾਂ ਦੀ ਸ਼ਰਨ ਵਿੱਚ ਜਾ ਕੇ ਮੱਥਾ ਟੇਕ ਕੇ ਚਰਨ ਧੂੜ ਲਾਈ ਉਹਨਾਂ ਦੀ ਆਪਣੇ ਮੱਥੇ ਤੇ, ਸੇਵਾ ਕੀਤੀ, ਪ੍ਰਸੰਨ ਕੀਤਾ, ਤੇ ਫਿਰ ਉਹਨਾਂ ਕੋਲ ਦਾਨ ਪ੍ਰਾਪਤ ਕੀਤਾ। ਕਿਹੜਾ? ਨਾਮ ਦਾਨ। ਆਖੋ ਗੱਜ ਕੇ ਸ੍ਰੀ ਵਾਹਿਗੁਰੂ। ਨਾਮ ਦਾਨ। ਇਸ ਵਾਸਤੇ ਗੁਰਮੁਖੋ, ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਅੰਮ੍ਰਿਤ ਬਾਣੀ ਸਾਨੂੰ ਗੁਰੂ ਜੀ ਸਮਝਾ ਰਹੇ ਆ। ਹਾਂਜੀ, ਵੀ ਐਵੇਂ ਹੰਕਾਰੀ ਨਹੀਂ ਬਣੇ ਰਹਿਣਾ, ਐਵੇਂ ਆਕੜੇ ਨਹੀਂ ਫਿਰਨਾ ਜੀ। ਕਿਆ ਪਤਾ ਕਿੰਨਾ ਚਿਰ ਸਵਾਸ ਹੈਗੇ ਜੀ। ਸਭ ਆਕਣਾ ਫਾਕਣਾ ਹੰਕਾਰ ਛੱਡ ਕੇ ਤੇ ਉਸ ਤਤ ਗਿਆਨ ਨੂੰ ਜੋ ਗੁਰੂ ਜੀ ਸਮਝਾ ਰਹੇ ਉਸ ਨੂੰ ਜਾਣੋ। ਤੇ ਜੇ ਆਨੰਦ ਮਾਨਣਾ ਹੈ, ਜੀਵਨ ਸਫਲ ਕਰਨਾ ਹੈ, ਖੁਸ਼ੀਆਂ ਨਾਲ ਜਿਉਣਾ ਹੈ, ਤੇ ਨਜ਼ਰੋ ਨਜ਼ਰ ਨਿਹਾਲ ਹੋਣਾ ਹੈ, ਫਿਰ ਇਸ ਗੱਲ ਵੱਲ ਲੱਗੋ ਵੀ ਇਸ ਗੱਲ ਦੀ ਅੰਦਰ ਪ੍ਰਪੱਕਤਾ ਹੋ ਜਾਵੇ ਵੀ ਸਭ ਕੁਝ ਰੱਬ ਹੀ ਹੈਗਾ ਜੀ, ਸਭ ਕੁਝ ਪਰਮੇਸ਼ਰ ਹੀ ਹੈਗਾ ਜੀ, ਉਸ ਤੋਂ ਬਿਨਾਂ ਹੈ ਹੀ ਕੁਝ ਨਹੀਂ ਜੀ, ਹੈ ਹੀ ਕੁਝ ਨਹੀਂ। ਸੱਚੇ ਪਾਤਸ਼ਾਹ ਮਿਹਰ ਕਰਨ, ਇਹ ਗੁਰੂ ਜੀ ਦੇ ਬਚਨ ਸਾਡੇ ਹਿਰਦੇ ਵਿੱਚ ਵਸਣ। ਸਤਿਗੁਰ ਦੀ ਕਿਰਪਾ ਦੇ ਨਾਲ, ਰਹਿਮਤ ਦੇ ਨਾਲ ਅਸੀਂ ਸਾਰੇ ਹੀ, ਗੁਰੂ ਜੀ ਨੇ ਸਾਡੇ ਤੇ ਤਰਸ ਕੀਤਾ, ਅੰਮ੍ਰਿਤ ਬਾਣੀ ਉਚਾਰ ਕੇ ਸਾਨੂੰ ਜੀਵਾਂ ਨੂੰ ਸਮੱਤ ਦਿੱਤੀ ਹੈ। ਤੇ ਸਤਿਗੁਰੂ ਜੀ ਦੀ ਬਾਣੀ ਪੜ੍ਹ ਪੜ੍ਹ ਕੇ, ਗਾ ਗਾ ਕੇ, ਸੁਣ ਸੁਣ ਕੇ ਜ਼ਿੰਦਗੀ ਦਾ ਅਸਲੀ ਆਨੰਦ ਮਾਣੀ ਹੈ ਜੀ, ਅਸਲੀ ਆਨੰਦ ਮਾਣੀ ਹੈ। ਲਓ ਪੜ੍ਹੋ ਭਗਤੀਆਂ, ਫਿਰ ਆਪਾਂ ਫਤਿਹ ਬੁਲਾਵਾਂਗੇ। ਭਾਈ ਜਸਬੀਰ ਸਿੰਘ ਹੁਣ ਹਾਜ਼ਰੀ ਭਰਨੀ ਹੈ ਜੀ। ਤਤ ਸਮਦਰਸੀ ਸੰਤ ਕੋਈ ਕੋਟ ਮੰਧਾਹੇ, ਤਤ ਸਮਦਰਸੀ ਸੰਤ ਕੋਈ ਕੋਟ ਮੰਧਾਹੇ, ਤਤ ਸਮਦਰਸੀ ਸੰਤ ਕੋਈ ਕੋਟ ਮੰਧਾਹੇ, ਤਤ ਸਮਦਰਸੀ ਸੰਤ ਕੋਈ ਕੋਟ ਮੰਧਾਹੇ। ਕਹਿਨ ਕਹਾਵਨ ਇਹੋ ਕੀਰਤ ਕਰ ਲਾ, ਕਹਿਨ ਕਹਾਵਨ ਕੀਰਤ ਕਰ ਲਾ, ਕਥਨ ਕਥਨ ਕਹਿਨ ਤੇ ਮੁਕਤਾ, ਕਥਨ ਕਹਿਨ ਤੇ
ਸਮਦਰਸੀ ਸੰਤ ਕੋਈ ਕੋਟ ਮੰਦਾਈ। ਤਤ ਸਮਦਰਸੀ ਸੰਤ ਕੋਈ ਕੋਟ ਮੰਦਾਈ। ਮਾਨ ਅਭਿਮਾਨ ਮੰਦੇ, ਮਾਨ ਅਭਿਮਾਨ ਮੰਦੇ, ਸੋ ਸੇਵਕ ਨਾਹੀ, ਸੋ ਸੇਵਕ ਨਾਹੀ। ਤਤ ਸਮਦਰਸੀ ਸੰਤ ਕੋਈ ਕੋਟ ਮੰਦਾਈ। 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 ਇਹ ਜਿਹੜੇ ਬਚਨ ਨੇ ਸਤਿਗੁਰੂ ਜੀ ਨੇ ਬਾਣੀ ਵਿੱਚ ਕਹੇ, ਇਹ ਸੰਗਤ ਜੀ ਅੰਮ੍ਰਿਤ ਬਚਨ ਨੇ, ਜੁਗੋ ਜੁਗੋ ਟਲ ਨੇ, ਸੱਚੇ ਨੇ ਜੀ। ਇਸ ਤਰ੍ਹਾਂ ਦੇ ਹੈਗੇ ਨੇ ਜੀ, ਹੈ ਤੇ ਵਿਰਲੇ ਪਰ ਇਸ ਤਰ੍ਹਾਂ ਦੇ ਹੈਗੇ ਨੇ, ਮੈਂ ਵੇਖੇ ਨੇ ਜੀ। ਹਾਂਜੀ, ਪਰਮੇਸ਼ਰ ਦੀ ਕਿਰਪਾ ਨਾਲ, ਕਿਉਂ ਬਾਣੀ ਸੱਤ ਹੈ ਤੇ ਜੋ ਬਾਣੀ ਕਹਿ ਰਹੀ ਉਹ ਸੱਚ ਹੈ, ਉਹ ਇਸ ਜਗਤ ਵਿੱਚ ਵਰਤਦਾ ਜੀ। ਪਰ ਨਾਲ ਕਹਿ ਦਿੱਤਾ ਮਹਾਰਾਜ ਨੇ ਵੀ ਕਰੋੜਾਂ ਦੇ ਵਿੱਚੋਂ ਆ ਕੋਈ, ਕਰੋੜਾਂ ਦੇ ਵਿੱਚੋਂ ਕੋਈ ਇਸ ਤਰ੍ਹਾਂ ਦਾ ਜਿਹੜਾ ਇਸ ਅਵਸਥਾ ਤੇ ਪਹੁੰਚਦਾ ਜੀ। ਗੁਰੂ ਜੀ ਕਿਰਪਾ ਕਰਨ। ਚਲੋ ਜੇ ਜ਼ਿਆਦਾ ਨਹੀਂ ਤਾਂ ਆਪਾਂ ਇਹ ਅਰਦਾਸ ਕਰੀਏ, ਜਿਹੜਾ ਕੋਈ ਇਸ ਅਵਸਥਾ ਵਿੱਚ ਪਹੁੰਚਿਆ, ਮਹਾਰਾਜ ਸਾਨੂੰ ਉਹਨਾਂ ਦੇ ਦਰਸ਼ਨ ਕਰਾ ਦੇਣ ਜੀ, ਸਾਡਾ ਇੰਨੇ ਨਾਲ ਭਲਾ ਹੋ ਜਾਏਗਾ ਜੀ। ਗੁਰੂ ਮਹਾਰਾਜ ਕਿਰਪਾ ਕਰਨ। ਸਹੀ ਪਿਆਰੇ ਮੇਲ ਜਿਨ੍ਹਾਂ ਦੇ ਮਿਲਿਆ ਤੇਰਾ ਨਾਮ ਚੇਤਾਵੇ। ਗੁਰੂ ਮਹਾਰਾਜ ਸੱਚੇ ਪਾਤਸ਼ਾਹ ਸਾਰਿਆਂ ਦਾ ਆਇਆ ਸਫਲਾ ਕਰਨ ਜੀ। ਸੋਰਠ ਮਹੱਲਾ ਪੰਜਵਾਂ।